जो कि दाऊद ਦੇ ਲਿਖੇ ਹੋਏ ਜ਼ਬੂਰ ਹਨ ਔਰ ਖੁਦਾਵੰਦ ਨੇ ਉਹਨਾਂ ਜ਼ਬੂਰਾਂ ਦੇ ਰਾਹੀਂ ਸਾਨੂੰ ਬਹੁਤ ਹੀ ਪਾਵਰ ਦਿੱਤੀ ਹੈ ਸਾਡੀ ਲਾਈਫ ਦੇ ਵਿੱਚ। ਅੱਜ ਅਸੀਂ ਤੁਹਾਡੇ ਸਾਹਮਣੇ ਜ਼ਬੂਰ ਲੈ ਕੇ ਆਏ ਹਾਂ, ਜ਼ਬੂਰ 37 ਸਾਮ 37। ਅੱਜ ਦੇ ਜ਼ਬੂਰ ਦੇ ਵਿੱਚ ਅਸੀਂ ਬਹੁਤ ਕੁਝ ਸਿੱਖਾਂਗੇ ਔਰ ਸਭ ਤੋਂ ਪਹਿਲਾਂ ਮੈਂ ਰਿਕੁਐਸਟ ਕਰਾਂਗੀ ਬ੍ਰਦਰ ਜੋਸ਼ੂਆ ਨੂੰ ਕਿ ਉਹ ਸਾਡੇ ਲਈ ਅੱਜ ਦੇ ਇਸ ਗਰੁੱਪ ਦੇ ਲਈ ਔਰ ਅੱਜ ਦੇ ਜ਼ਬੂਰ ਲਈ ਔਰ ਸਾਡੇ ਜਿੰਨਾ ਵੀ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਲਈਏ ਔਰ ਸਾਡੇ ਸਾਥ ਹੋਣ ਔਰ ਸਾਰਿਆਂ ਦੇ ਲਈ ਪਲੀਜ਼ ਸਾਡੇ ਲਈ ਪ੍ਰੇਅਰ ਕਰਨ। ਅਸੀਂ ਪ੍ਰਾਰਥਨਾ ਦੇ ਵਿੱਚ ਜਾਵਾਂਗੇ ਬ੍ਰਦਰ ਜੋਸ਼ੂਆ ਜੀ ਦੇ ਨਾਲ। ਆਈਏ ਅਸੀਂ ਆਪਣੇ ਆਪ ਨੂੰ ਖੁਦਾ ਦੀ ਹਜ਼ੂਰੀ ਦੇ ਵਿੱਚ ਲੈ ਕੇ ਚਲੀਏ ਤੇ ਉਸ ਦਾ ਸ਼ੁਕਰ ਕਰੀਏ ਉਸ ਦੀਆਂ ਦਿੱਤੀਆਂ ਨਿਯਮਤਾਂ ਤੇ ਬਰਕਤਾਂ ਦੇ ਲਈ ਔਰ ਅੱਜ ਦੇ ਦਿਨ ਦੇ ਲਈ ਖੁਦਾਵੰਦ ਦਾ ਸ਼ੁਕਰ ਅਦਾ ਕਰੀਏ ਕਿ ਉਸਨੇ ਸਾਨੂੰ ਸਭ ਨੂੰ ਸੰਭਾਲ ਕੇ ਰੱਖਿਆ। ਇਸ ਮੌਕੇ ਦੇ ਲਈ ਉਹਦਾ ਸ਼ੁਕਰ ਕਰਦੇ ਹਾਂ ਜਿਹੜਾ ਸਾਡੀ ਜ਼ਿੰਦਗੀ 'ਚ ਉਸਨੇ ਦਿੱਤਾ। ਅੱਜ ਜਦ ਕਿ ਖੁਦਾਵੰ ਅਸੀਂ 37 ਜ਼ਬੂਰ ਦੇ ਉੱਤੇ ਤੇਰੇ ਖਾਦਮ ਦੇ ਜ਼ਰੀਏ ਜੋ ਕੁਛ ਵੀ ਸਿੱਖਦੇ ਆ ਉਸਨੂੰ ਖੁਦਾਵੰਦ ਆਪਣੀ ਜ਼ਿੰਦਗੀ ਦੇ ਵਿੱਚ ਲੈ ਕੇ ਚੱਲਣ ਵਾਲੇ ਹੋਈਏ। ਖਾਸ ਤੌਰ ਤੇ ਖੁਦਾਵੰਦ ਸੁਣਨ ਵਾਲਿਆਂ ਦੇ ਲਈ ਵੀ ਦੁਆ ਕਰਦਾ ਹਾਂ ਤੂੰ ਉਹਨਾਂ ਦੇ ਵੀ ਨਾਲ ਹੋ ਤੇ ਉਹਨਾਂ ਦਾ ਰਾਖਾ ਤੇ ਮਦਦਗਾਰ ਹੋ। ਸਭ ਕੁਝ ਤੇਰੇ ਬੇਟੇ ਯਿਸੂ ਨਾਸਰੀ ਦੇ ਜਲਾਲੀ ਤੇ ਪਵਿੱਤਰ ਨਾਂ 'ਚ ਮੰਗਦੇ ਹਾਂ, ਆਮੀਨ। ਥੈਂਕ ਯੂ ਬ੍ਰਦਰ ਜੀ, ਬਹੁਤ ਅੱਛੀ ਪ੍ਰੇਅਰ ਦੇ ਲਈ। ਔਰ ਜਿਸ ਤਰ੍ਹਾਂ ਕਿ ਅਸੀਂ ਸਭ ਜਾਣਦੇ ਹਾਂ ਕਿ ਜਿਹੜੇ ਜ਼ਬੂਰ ਹਨ ਜਿੰਨੀ ਦੇਰ ਅਸੀਂ ਉਹਨਾਂ ਨੂੰ ਗਾ ਕੇ ਨਹੀਂ ਸੁਣਦੇ ਉਨੀ ਦੇਰ ਸਾਨੂੰ ਉਹਨਾਂ ਜ਼ਬੂਰਾਂ ਦੇ ਵਿੱਚ ਜੋ ਪਾਵਰ ਹੈ ਉਹਨਾਂ ਦੀ ਲਫ਼ਜ਼ਾਂ ਦੀ ਉਹ ਸਾਨੂੰ ਪਤਾ ਨਹੀਂ ਚੱਲਦੀ। ਅਸੀਂ ਉਸਦੇ ਵਿੱਚ ਡਿਟੇਲ ਵਿੱਚ ਪਾਸਟਰ ਜੀ ਦੇ ਕੋਲ ਬਾਅਦ ਵਿੱਚ ਜਾਵਾਂਗੇ। ਪਹਿਲਾਂ ਅਸੀਂ ਸਾਡੇ ਨਾਲ ਅੱਜ ਜਿਸ ਤਰ੍ਹਾਂ ਹਰ ਵਕਤ ਸਾਡੇ ਗਰੁੱਪ ਵਿੱਚ ਬ੍ਰਦਰ ਕਾਸਿਫ ਚੌਹਾਨ ਜੀ ਹਨ, ਅਸੀਂ ਉਹਨਾਂ ਕੋਲੋਂ ਜ਼ਬੂਰ 37 ਦੇ ਪਹਿਲੇ 2 ਹਿੱਸੇ ਸੁਣਾਂਗੇ। ਮੈਂ ਬ੍ਰਦਰ ਜੀ ਨੂੰ ਰਿਕੁਐਸਟ ਕਰਾਂਗੀ ਪਲੀਜ਼ ਸਾਡੇ ਲਈ ਉਹ 2 ਹਿੱਸੇ ਪਲੀਜ਼ ਸਾਨੂੰ ਗਾ ਕੇ ਸੁਣਾਓ। ਥੈਂਕ ਯੂ ਸਿਸਟਰ ਜੋਤੀ। ਜੈ ਮਸੀਹ ਦੀ ਸਾਰਿਆਂ ਨੂੰ। ਜੈ ਮਸੀਹ ਦੀ। ਜ਼ਬੂਰ 37 ਦਾ ਜਿਹੜਾ ਹੈ ਉਹ ਪਹਿਲਾ ਹਿੱਸਾ ਉਹਦੀ ਟਿਊਨ ਮੈਂ ਗਾ ਕੇ ਸੁਣਾਵਾਂਗਾ। ਦੁੱਖ ਬੁਰਿਆਂ ਲੋਕਾਂ ਦੇ ਨਾ ਕਰੀਏ, ਦੁੱਖ ਬੁਰਿਆਂ ਲੋਕਾਂ ਦੇ ਨਾ ਕਰੀਏ, ਬਦਕਾਰਾਂ ਤੋਂ ਨਾ ਸੜੀਏ, ਇੱਕਦਮ ਦੇ ਵਿੱਚ ਘਾਹ ਦੇ ਵਾਂਗਰ ਉਹ ਸਭ ਵੱਢੇ ਜਾਵਣਗੇ, ਵਾਂਗ ਹਰੇ ਭਰੇ ਸਬਜ਼ੇ ਦੇ ਛੇਤੀ ਉਹ ਕੁਮਲਾਵਣਗੇ। ਦੁੱਖ ਬੁਰਿਆਂ ਲੋਕਾਂ ਦੇ ਨਾ ਕਰੀਏ, ਬਦਕਾਰਾਂ ਤੋਂ ਨਾ ਸੜੀਏ, ਰੱਬ ਦੇ ਉੱਤੇ ਰੱਖ ਭਰੋਸਾ, ਤੂੰ ਹੁਣ ਨੇਕੀ ਕਰ ਲੈ, ਧਰਤੀ ਉੱਤੇ ਉਮਰ ਗੁਜ਼ਾਰੀ, ਨਾਲ ਈਮਾਨੀ ਚੜ ਲੈ, ਦੁੱਖ ਬੁਰਿਆਂ ਲੋਕਾਂ ਦੇ ਨਾ ਕਰੀਏ। ਆਮੀਨ। ਤੇ ਦੂਸਰਾ ਹਿੱਸਾ ਇਹਦਾ ਹੈ, ਸਚਿਆਰ ਦੀ ਜ਼ਿੱਦ ਵਿੱਚ ਬਦਕਾਰ ਮਨਸੂਬੇ ਬਣਦਾ ਹੈ। ਉਹਦੀ ਵੀ ਟਿਊਨ ਸੁਣਾ ਕੇ ਗਾਣਾ ਗਾ ਕੇ ਸੁਣਾਣਾ। ਸਚਿਆਰ ਦੀ ਜ਼ਿੱਦ ਵਿੱਚ ਬਦਕਾਰ ਮਨਸੂਬੇ ਬਣਦਾ ਹੈ, ਸਚਿਆਰ ਦੀ ਜ਼ਿੱਦ ਵਿੱਚ ਬਦਕਾਰ ਮਨਸੂਬੇ ਬਣਦਾ ਹੈ, ਉਸਨੂੰ ਫਸਾਣਾ ਚਾਹੁੰਦਾ ਹੈ, ਦੰਦ ਉਸ ਤੇ ਪੀਂਦਾ ਹੈ, ਸਚਿਆਰ ਦੀ ਜ਼ਿੱਦ ਵਿੱਚ ਬਦਕਾਰ ਮਨਸੂਬੇ ਬਣਦਾ ਹੈ, ਬਦਕਾਰਾਂ ਉੱਤੇ ਹੱਸਦਾ ਹੈ ਯਹੋਵਾ ਪਾਕ ਖੁਦਾ, ਬਦਕਾਰਾਂ ਉੱਤੇ ਹੱਸਦਾ ਹੈ ਯਹੋਵਾ ਪਾਕ ਖੁਦਾ, ਉਹ ਜਾਣਦਾ ਹੈ ਕਿ ਬੁਰਿਆਂ ਤੇ ਦਿਨ ਦੁੱਖ ਦਾ ਆਵੇਗਾ, ਸਚਿਆਰ ਦੀ ਜ਼ਿੱਦ ਵਿੱਚ ਬਦਕਾਰ ਮਨਸੂਬੇ ਬਣਦਾ ਹੈ। ਆਮੀਨ। ਆਮੀਨ। ਥੈਂਕ ਯੂ ਬ੍ਰਦਰ ਜੀ, ਬਹੁਤ ਅੱਛੇ ਇਸ ਜ਼ਬੂਰ ਦੇ ਲਈ ਜੋ ਤੁਸੀਂ ਸਾਨੂੰ ਗਾ ਕੇ ਸੁਣਾਇਆ। ਅਸੀਂ ਬਹੁਤ ਖੁਸ਼ ਹਾਂ ਕਿ ਤੁਸੀਂ ਸਾਡੇ ਨਾਲ ਅਟੈਚ ਹੋ, ਕਿਉਂਕਿ ਜਿੰਨੀ ਦੇਰ ਅਸੀਂ ਜ਼ਬੂਰ
ਸੁਣਦੇ ਹਾਂ, ਜਿੰਨੀ ਦੇਰ ਅਸੀਂ ਉਸਨੂੰ, ਜਦੋਂ ਤੁਸੀਂ ਸਾਨੂੰ ਗਾ ਕੇ ਨਹੀਂ ਜਿੰਨੀ ਦੇਰ ਸੁਣਾਉਂਦੇ, ਸਾਨੂੰ ਉਹ ਜ਼ਬੂਰ ਦਾ ਮਾਇਨੇ ਵੀ ਨਹੀਂ ਪਤਾ ਲੱਗਦਾ। ਔਰ ਖੁਦਾ ਦਾ ਸ਼ੁਕਰ ਹੈ ਕਿ ਖੁਦਾ ਹੋਰ ਵੀ ਯੂਜ਼ ਕਰੇ, ਔਰ ਬਹੁਤ ਸਾਰੇ ਤੁਸੀਂ ਇਸੇ ਤਰ੍ਹਾਂ ਪ੍ਰਭੂ ਦੇ ਕੰਮ ਵਿੱਚ ਤੁਸੀਂ ਹਿੱਸਾ ਲਵੋ। ਹੁਣ ਅਸੀਂ ਬਾਈਬਲ ਰੀਡਿੰਗ ਦੇ ਵਿੱਚ ਜਾਵਾਂਗੇ, ਜਿਸ ਤਰ੍ਹਾਂ ਕਿ ਅਸੀਂ ਮੈਂ ਔਰ ਬ੍ਰਦਰ ਜੋਸ਼ੂਆ ਜੀ ਅਸੀਂ ਮਿਲ ਕੇ ਪੜ੍ਹਦੇ ਹਾਂ। ਅਸੀਂ ਅੱਜ ਜਾਵਾਂਗੇ ਜ਼ਬੂਰ 37 ਦੇ ਵਿੱਚ, 37 ਦੇ 37 ਦੇ ਵਿੱਚ। ਮੈਂ ਪੜਾਂਗੀ ਇਸ ਦੀ ਪਹਿਲੀ ਆਇਤ। ਇਸ ਦਾ ਜਿਹੜਾ ਮੇਨ ਟਾਈਟਲ ਹੈ ਉਹ ਹੈ ਦੁਸ਼ਟਾਂ ਅਤੇ ਭਲਿਆਂ ਦਾ ਅੰਤ, ਦਾਊਦ ਦਾ ਭਜਨ। ਮੈਂ ਇਸ ਦੀ ਪਹਿਲੀ ਆਇਤ ਪੜਾਂਗੀ। ਬੁਰਿਆਂ ਦੇ ਕਾਰਨ ਦੁਖੀ ਨਾ ਹੋ, ਨਾ ਹੀ ਕੁਕਰਮੀਆਂ ਕਾਰਨ ਸੜ। ਆਇਤ ਨੰਬਰ 2। ਉਹ ਤਾਂ ਘਾਹ ਵਾਂਝੂ ਛੇਤੀ ਕੁਮਲਾ ਜਾਣਗੇ ਅਤੇ ਸਾਗ ਪੱਤ ਵਾਂਗੂ ਮੁਰਝਾ ਜਾਣਗੇ। ਆਇਤ ਨੰਬਰ 3। ਪ੍ਰਭੂ ਤੇ ਭਰੋਸਾ ਰੱਖੋ ਅਤੇ ਭਲੇ ਕੰਮ ਕਰੋ, ਧਰਤੀ ਦੇ ਵਸੋ ਅਤੇ ਸਚਾਈ ਦੀ ਪਾਲਣਾ ਕਰੋ। ਆਇਤ ਨੰਬਰ 4। ਤੂੰ ਯਹੋਵਾ ਉੱਤੇ ਨਿਹਾਲ ਰਹੋ, ਤਾਂ ਉਹ ਤੇਰੇ ਮਨੋਰਥਾਂ ਨੂੰ ਪੂਰਿਆ ਕਰੇਗਾ। ਆਇਤ ਨੰਬਰ 5। ਆਪਣੇ ਆਪ ਨੂੰ ਪ੍ਰਭੂ ਨੂੰ ਸੌਂਪ ਦਿਓ, ਉਸ ਤੇ ਭਰੋਸਾ ਰੱਖੋ, ਤਾਂ ਉਹ ਤੁਹਾਡੀ ਮਦਦ ਕਰੇਗਾ। ਆਇਤ ਨੰਬਰ 6। ਉਹ ਤੇਰੇ ਧਰਮ ਨੂੰ ਚਾਨਣ ਵਾਂਗੂ ਅਤੇ ਤੇਰੇ ਨਿਆਂ ਨੂੰ ਦੁਪਹਿਰ ਵਾਂਗੂ ਪ੍ਰਕਾਸ਼ਿਤ ਕਰੇਗਾ। ਆਇਤ ਨੰਬਰ 7। ਪ੍ਰਭੂ ਦੇ ਸਾਹਮਣੇ ਚੁੱਪ ਰਹੋ ਅਤੇ ਧੀਰਜ ਨਾਲ ਉਸਦੀ ਉਡੀਕ ਕਰੋ। ਜੋ ਮਨੁੱਖ ਬੁਰੀਆਂ ਵਿਉਂਤਾਂ ਬਣਾਉਂਦਾ ਹੈ ਅਤੇ ਉਹ ਸਫਲ ਹੁੰਦਾ ਹੈ, ਉਸਦੇ ਕਾਰਨ ਤੁਸੀਂ ਨਾ ਕੁੜੋ। ਆਇਤ ਨੰਬਰ 8। ਕ੍ਰੋਧ ਨੂੰ ਛੱਡ ਅਤੇ ਕੋਪ ਨੂੰ ਤਿਆਗ ਦੇ, ਨਾ ਕੁੜ, ਉਸ ਤੋਂ ਬੁਰੀਆਈ ਹੀ ਨਿਕਲਦੀ ਹੈ। ਆਇਤ ਨੰਬਰ 9। ਦੁਸ਼ਟ ਨਾਸ਼ ਕੀਤੇ ਜਾਣਗੇ, ਪਰ ਪ੍ਰਭੂ ਦੇ ਪ੍ਰੇਮੀ ਧਰਤੀ ਦੇ ਵਾਰਿਸ ਹੋਣਗੇ। ਆਇਤ ਨੰਬਰ 10। ਹੁਣ ਥੋੜਾ ਹੀ ਚਿਰ ਰਹਿੰਦਾ ਹੈ, ਭਈ ਦੁਸ਼ਟ ਨਹੀਂ ਹੋਵੇਗਾ। ਤੂੰ ਉਸ ਦੀ ਠੋਰ ਨੂੰ ਗੌਰ ਨਾਲ ਵੇਖੇਗਾ, ਪਰ ਉਹ ਕਿਤੇ ਨਾ ਹੋਵੇਗਾ। ਆਇਤ ਨੰਬਰ 11। ਦੀਨ ਲੋਕ ਧਰਤੀ ਤੇ ਵਾਰਿਸ ਹੋਣਗੇ ਅਤੇ ਉਹ ਬਹੁਤਾ ਸੁੱਖ ਮਾਣਨਗੇ। ਆਇਤ ਨੰਬਰ 12। ਦੁਸ਼ਟ ਧਰਮੀ ਦੇ ਵਿਰੁੱਧ ਮਤਾ ਪਕਾਉਂਦਾ ਹੈ ਅਤੇ ਉਹਦੇ ਉੱਤੇ ਆਪਣੇ ਦੰਦ ਕਰੀਚਦਾ ਹੈ। ਆਇਤ ਨੰਬਰ 13। ਪਰ ਪ੍ਰਭੂ ਦੁਸ਼ਟਾਂ ਉੱਤੇ ਹੱਸਦਾ ਹੈ, ਕਿਉਂਕਿ ਉਹ ਜਾਣਦਾ ਹੈ ਕਿ ਉਸਦੇ ਦਿਨ ਥੋੜੇ ਹਨ। ਆਇਤ ਨੰਬਰ 14। ਦੁਸ਼ਟਾਂ ਨੇ ਤਲਵਾਰ ਧੂਹੀ ਅਤੇ ਆਪਣਾ ਧਨੁਖ ਖਿੱਚਿਆ ਹੈ, ਤਾਂ ਜੋ ਮਸਕੀਨ ਤੇ ਕੰਗਾਲ ਨੂੰ ਡੇਗ ਦੇਣ ਅਤੇ ਸਿੱਧੇ ਚਾਲ ਚੱਲਣ ਵਾਲਿਆਂ ਨੂੰ ਜਾਨੋਂ ਮਾਰ ਸੁੱਟਣ। ਆਇਤ ਨੰਬਰ 16। ਦੁਸ਼ਟਾਂ ਦੇ ਬਹੁਤੇ ਮਾਲ ਨਾਲੋਂ ਭਲਿਆਂ ਦਾ ਥੋੜਾ ਹੀ ਚੰਗਾ ਹੈ। ਆਇਤ ਨੰਬਰ 17। ਦੁਸ਼ਟਾਂ ਦੀਆਂ ਬਾਹਾਂ ਤਾਂ ਭੰਨੀਆਂ ਜਾਣਗੀਆਂ, ਪਰ ਧਰਮੀਆਂ ਨੂੰ ਯਹੋਵਾ ਸੰਭਾਲਦਾ ਹੈ। ਆਇਤ ਨੰਬਰ 18। ਸ਼ੁੱਧ ਮਨਾਂ ਵਾਲਿਆਂ ਦਾ ਹਰ ਦਿਨ ਪ੍ਰਭੂ ਧਿਆਨ ਰੱਖਦਾ ਹੈ, ਉਹ ਆਪਣੇ ਵਿਰਸੇ ਤੇ ਹਮੇਸ਼ਾ ਅਧਿਕਾਰੀ ਹੋਣਗੇ। ਆਇਤ ਨੰਬਰ 19। ਉਹ ਬੁਰੇ ਸਮੇਂ ਦੇ ਵਿੱਚ ਸ਼ਰਮਿੰਦੇ ਨਾ ਹੋਣਗੇ ਅਤੇ ਕਾਲ ਦੇ ਦਿਨਾਂ ਵਿੱਚ ਉਹ ਰੱਜ ਕੇ ਖਾਣਗੇ। ਆਇਤ ਨੰਬਰ 20। ਦੁਸ਼ਟ ਨਾਸ਼ ਹੋ ਜਾਣਗੇ, ਪ੍ਰਭੂ ਦੇ ਬੈਰੀਆਂ ਦੀ ਸ਼ਾਨ ਥੋੜੇ ਚਿਰ ਤੱਕ ਹੀ ਰਹਿਣ ਵਾਲੀ ਹੈ, ਉਹ ਧੂਏ ਦੀ ਤਰ੍ਹਾਂ ਲੁਪਤ ਹੋ ਜਾਣਗੇ। ਆਇਤ ਨੰਬਰ 21। ਦੁਸ਼ਟ ਉਧਾਰ ਲੈਂਦਾ ਹੈ ਅਤੇ ਮੋੜਦਾ ਨਹੀਂ, ਪਰ ਧਰਮੀ ਦਇਆ ਕਰਦਾ ਅਤੇ ਦਿੰਦਾ ਹੈ। ਆਇਤ ਨੰਬਰ 22। ਪ੍ਰਭੂ ਦੇ ਅਸੀਸਤ ਲੋਕ ਧਰਤੀ ਤੇ ਅਧਿਕਾਰੀ ਹੋਣਗੇ ਅਤੇ ਉਸਦੇ ਸਤਰਾਪਤ ਲੋਕ ਨਾਸ਼ ਹੋ ਜਾਣਗੇ। ਆਇਤ ਨੰਬਰ 23। ਮਨੁੱਖ ਦੀ ਚਾਲ ਯਹੋਵਾ ਵੱਲੋਂ ਦ੍ਰਿੜ ਹੁੰਦੀ ਹੈ ਅਤੇ ਉਸ ਦੇ ਰਾਹ ਤੋਂ ਉਹ ਪ੍ਰਸੰਨ ਰਹਿੰਦਾ ਹੈ। ਆਇਤ ਨੰਬਰ 24। ਉਹ ਬਿਸ਼ੱਕ ਡਿੱਗ ਵੀ ਕਿਉਂ ਨਾ ਜਾਵੇ, ਪਰ ਉਹ ਹਮੇਸ਼ਾ ਡਿੱਗਿਆ ਨਾ ਰਹੇਗਾ। ਆਇਤ ਨੰਬਰ 25। ਮੈਂ ਜਵਾਨ ਸਾਂ ਅਤੇ ਹੁਣ ਬੁੱਢਾ ਹੋ ਗਿਆ ਹਾਂ, ਪਰ ਮੈਂ ਨਾ ਧਰਮੀ ਨੂੰ ਤਿਆਗਿਆ ਹੋਇਆ, ਨਾ ਉਸ ਦੀ ਅੰਸ਼ ਨੂੰ ਟੁਕੜੇ ਮੰਗਦਿਆਂ ਡਿੱਠਾ ਹੈ। ਆਇਤ ਨੰਬਰ 26। ਉਹ ਹਰ ਸਮੇਂ ਖੁੱਲ੍ਹ ਦਿਲੀ ਨਾਲ ਉਧਾਰ ਦਿੰਦਾ ਹੈ, ਉਸ ਦੀ ਸੰਤਾਨ ਅਸੀਸ ਦਾ ਕਾਰਨ ਬਣਦੀ ਹੈ। ਆਇਤ ਨੰਬਰ 27। ਬੁਰਿਆਈ ਤੋਂ ਹਟ ਭਲਾਈ ਕਰ ਅਤੇ ਸਦਾ ਤੀਕ ਵਸ। ਆਇਤ ਨੰਬਰ 28। ਪ੍ਰਭੂ ਨਿਆਂ ਨਾਲ ਪਿਆਰ ਕਰਦਾ ਹੈ, ਉਹ ਆਪਣੇ ਭਗਤਾਂ ਨੂੰ ਨਹੀਂ ਛੱਡੇਗਾ। ਭਲਾ ਮਨੁੱਖ ਹਮੇਸ਼ਾ ਸੁਰੱਖਿਅਤ ਹੈ, ਪਰ ਦੁਸ਼ਟ ਦੀ ਸੰਤਾਨ ਨਾਸ਼ ਹੋ ਜਾਵੇਗੀ। ਆਇਤ ਨੰਬਰ 29। ਧਰਮੀ ਧਰਤੀ ਦੇ ਵਾਰਿਸ ਹੋਣਗੇ ਅਤੇ ਸਦਾ ਉਸ ਉੱਤੇ ਵਸਣਗੇ।
ਆਇਤ ਨੰਬਰ 30 ਭਲਾ ਮਨੁੱਖ ਗਿਆਨ ਭਰੀਆਂ ਗੱਲਾਂ ਕਰਦਾ ਹੈ ਅਤੇ ਉਹ ਨਿਆਂ ਦੇ ਬਾਰੇ ਬੋਲਦਾ ਹੈ। ਆਇਤ ਨੰਬਰ 31 ਉਹਦੇ ਪਰਮੇਸ਼ਵਰ ਦੀ ਵਿਵਸਥਾ ਉਹਦੇ ਮਨ ਵਿੱਚ ਹੈ, ਉਹਦੇ ਪੈਰ ਕਦੀ ਨਾ ਤਿਲਕਣਗੇ। ਆਇਤ ਨੰਬਰ 32 ਦੁਸ਼ਟ ਭਲੇ ਮਨੁੱਖ ਦੀ ਖੋਜ ਵਿੱਚ ਰਹਿੰਦਾ ਹੈ ਕਿ ਉਹ ਉਸ ਨੂੰ ਜਾਨੋਂ ਮਾਰ ਦੇਵੇ। ਆਇਤ ਨੰਬਰ 33 ਯਹੋਵਾ ਉਹਨੂੰ ਉਸ ਦੇ ਵਸ ਵਿੱਚ ਨਾ ਛੱਡੇਗਾ ਅਤੇ ਜਦ ਉਹਦਾ ਫੈਸਲਾ ਹੋ ਜਾਵੇਗਾ ਤਾਂ ਉਹਨੂੰ ਦੋਸ਼ੀ ਨਾ ਠਹਿਰਾਵੇਗਾ। ਆਇਤ ਨੰਬਰ 34 ਪ੍ਰਭੂ ਦੀ ਉਡੀਕ ਕਰੋ, ਉਸ ਦੇ ਰਾਹ ਤੇ ਚੱਲਦੇ ਰਹੋ, ਉਹ ਤੁਹਾਨੂੰ ਉન્નਤ ਕਰੇਗਾ ਅਤੇ ਤੁਸੀਂ ਉਸ ਧਰਤੀ ਦੇ ਅਧਿਕਾਰੀ ਬਣੋਗੇ, ਤੁਸੀਂ ਦੁਸ਼ਟਾਂ ਦਾ ਨਾਸ਼ ਦੇਖੋਗੇ। ਆਇਤ ਨੰਬਰ 35 ਮੈਂ ਦੁਸ਼ਟ ਨੂੰ ਵੱਡੀ ਆਕੜ ਵਿੱਚ ਅਤੇ ਆਪਣੀ ਨਿਜ ਭੂਮੀ ਵਿੱਚ ਹਰੇ ਭਰੇ ਬੂਟੇ ਵਾਂਗੂ ਖਿਲਰਦਿਆਂ ਡਿੱਠਾ। ਆਇਤ ਨੰਬਰ 36 ਪਰ ਜਦੋਂ ਮੈਂ ਉਸ ਨੂੰ ਦੁਬਾਰਾ ਦੇਖਿਆ ਤੇ ਲੱਭਿਆ ਤਾਂ ਉਹ ਖਤਮ ਹੋ ਚੁੱਕਾ ਸੀ। ਆਇਤ ਨੰਬਰ 37 ਸੰਪੂਰਨ ਮਨੁੱਖ ਵੱਲ ਤੱਕ ਅਤੇ ਸਿੱਧੇ ਪੁਰਖ ਵੱਲ ਵੇਖ ਕਿ ਸਲਾਮਤੀ ਤੇ ਮਨੁੱਖ ਦੀ ਅੰਸ਼ ਰਹਿੰਦੀ ਹੈ। ਆਇਤ ਨੰਬਰ 38 ਪਰ ਅਪਰਾਧੀ ਪੂਰਨ ਤੌਰ ਤੇ ਨਾਸ਼ ਕੀਤੇ ਜਾਣਗੇ ਅਤੇ ਦੁਸ਼ਟ ਦੀ ਸੰਤਾਨ ਅੱਗੇ ਨਹੀਂ ਵਧੇਗੀ। ਆਇਤ ਨੰਬਰ 39 ਪਰ ਧਰਮੀਆਂ ਦਾ ਬਚਾਓ ਯਹੋਵਾ ਵੱਲੋਂ ਹੈ ਔਰ ਦੁੱਖ ਦੇ ਸਮੇਂ ਉਹ ਉਹਨਾਂ ਦਾ ਗੜ੍ਹ ਹੈ। ਆਇਤ ਨੰਬਰ 40 ਉਹ ਉਹਨਾਂ ਦੀ ਮਦਦ ਕਰਦਾ ਅਤੇ ਉਹਨਾਂ ਨੂੰ ਛੁਟਕਾਰਾ ਦਿੰਦਾ ਹੈ, ਉਹ ਉਹਨਾਂ ਨੂੰ ਦੁਸ਼ਟ ਦੇ ਹੱਥੋਂ ਛੁਟਕਾਰਾ ਦਿੰਦਾ ਅਤੇ ਬਚਾਉਂਦਾ ਹੈ ਕਿਉਂਕਿ ਉਹ ਉਸ ਦੀ ਸ਼ਰਨ ਵਿੱਚ ਆਏ ਹਨ। ਪ੍ਰਭੂ ਦੇ ਇਸ ਵਚਨ ਪੜ੍ਹੇ ਔਰ ਸੁਣੇ ਜਾਣ ਵਿੱਚ ਆਸ਼ੀਸ਼ ਤੇ ਬਰਕਤ ਮਿਲੇ। ਆਮੀਨ। ਥੈਂਕ ਯੂ ਬ੍ਰਦਰ ਜੀ, ਬਹੁਤ ਅੱਛੀ ਰੀਡਿੰਗ, ਬਾਈਬਲ ਰੀਡਿੰਗ ਲਈ। ਔਰ ਇਸ ਜ਼ਬੂਰ ਦੇ ਰਾਹੀਂ ਅਸੀਂ ਦੇਖਦੇ ਹਾਂ ਕਿ ਬਹੁਤ ਹੀ ਪਾਵਰਫੁਲ ਜ਼ਬੂਰ ਹੈ, ਲੇਕਿਨ ਅਸੀਂ ਇਸ ਨੂੰ ਡਿਟੇਲ ਦੇ ਵਿੱਚ ਜਾਣਨ ਲਈ, ਜੋ ਕਿ ਇਸ ਦੇ ਵਿੱਚ ਜੋ ਲਫ਼ਜ਼ ਹਨ ਉਹ ਬਹੁਤ ਹੀ ਪਾਵਰਫੁਲ ਹਨ, ਲੇਕਿਨ ਸਾਡੇ ਵਿੱਚ ਉਨੀ ਸਮਝ ਦੀ ਤਾਕਤ ਨਹੀਂ ਹੁੰਦੀ, ਪਰ ਖੁਦਾ ਦੇ ਦਾਸ ਵਿੱਚ ਬਹੁਤ ਹੈ ਜੋ ਕਿ ਪ੍ਰਭੂ ਨੇ ਉਹਨਾਂ ਨੂੰ ਤਿਆਰ ਕੀਤਾ ਹੈ ਸਾਡੇ ਲਈ ਕਿ ਅਸੀਂ ਉਹਨਾਂ ਦੇ ਕੋਲੋਂ ਇਹ ਸੁਣੀਏ। ਮੈਂ ਰਿਕੁਐਸਟ ਕਰਾਂਗੀ ਪਾਸਟਰ ਡਾਕਟਰ ਐਰਿਕ ਸਰਵਨ ਨੂੰ ਕਿ ਉਹ ਸਾਡੇ ਨਾਲ ਪਲੀਜ਼ ਸਾਨੂੰ ਰਿਫਲੈਕਸ਼ਨ ਦੇ ਵਿੱਚ ਲੈ ਕੇ ਜਾਣ, ਅਸੀਂ ਉਹਨਾਂ ਦੇ ਕੋਲੋਂ ਅੱਜ ਦੇ ਇਸ ਜ਼ਬੂਰ ਦੇ ਬਾਰੇ ਸਿੱਖਾਂਗੇ। ਬਹੁਤ ਬਹੁਤ ਸ਼ੁਕਰੀਆ ਸਿਸਟਰ ਜੋਤੀ, ਔਰ ਅੱਜ ਡਬਲ ਕੈਪ ਸਿਰ ਤੇ ਪਾਉਣ ਲਈ, ਪ੍ਰੋਗਰਾਮ ਨੂੰ ਹੋਸਟ ਕਰਨ ਲਈ ਵੀ ਤੇ ਆਪਣਾ ਨਾਲ ਤਲਾਵਤ ਕਰਨ ਲਈ ਵੀ, ਕਲਾਮ ਦੀ ਰੀਡਿੰਗ ਵਾਸਤੇ ਵੀ ਭਾਈ ਚੌਹਾਨ ਸਾਡੇ ਨਾਲ ਨੇ। ਔਰ ਤੁਸੀਂ ਉਹਨਾਂ ਕੋਲੋਂ ਜ਼ਬੂਰਾਂ ਦੀਆਂ ਅਸਲੀ ਧੁਨਾਂ ਜਿਹੜੀਆਂ 100 ਸਾਲ ਪੁਰਾਣੀਆਂ ਮਤਰੂਕ ਹੋ ਚੁੱਕੀਆਂ ਨੇ, ਉਹ ਅਸੀਂ ਸਿਲਸਿਲਾ ਬਾ ਸਿਲਸਿਲਾ ਜ਼ਬੂਰ ਦੇ ਨਾਲ ਅਸੀਂ ਕਰ ਰਹੇ ਹਾਂ। ਤੇ ਅੰਕਲ ਜੋਸ਼ੂਆ ਦੇ ਬਹੁਤ ਬਹੁਤ ਸ਼ੁਕਰੀਆ, ਤੇ ਸਾਰੇ ਜਿੰਨੇ ਸਾਡੇ ਸੱਜਣ ਮਿੱਤਰ ਦੋਸਤ ਭੈਣ ਭਰਾ ਪੂਰੀ ਦੁਨੀਆ 'ਚ ਬੈਠੇ ਇਸ ਪ੍ਰੋਗਰਾਮ ਨੂੰ ਵਹਿੰਦੇ ਨੇ ਔਰ ਇਸ ਪ੍ਰੋਗਰਾਮ ਨੂੰ ਲਾਈਕ ਕਰਦੇ ਨੇ, ਬਰਕਤ ਪਾਉਂਦੇ ਨੇ। ਅੱਛਾ, ਤੁਸੀਂ ਅਗਰ ਵਹਿੰਦੇ ਹੋ, ਤੁਹਾਨੂੰ ਅਗਰ ਬਰਕਤ ਮਿਲਦੀ ਹੈ ਨਾ, ਤੇ ਤੁਸੀਂ ਦੋ ਕੰਮ ਕਰ ਸਕਦੇ ਹੋ। ਇੱਕ ਕੰਮ ਤੇ ਇਹ ਕਰੋ ਕਿ ਇਹਨੂੰ ਸ਼ੇਅਰ ਕਰੋ ਤਾਂ ਕਿ ਬਰਕਤ ਮਲਟੀਪਲਾਈ ਹੋਏ ਆਪਣੇ ਪੇਜ ਤੋਂ। ਨੰਬਰ 2, ਤੁਸੀਂ ਜਿਹੜਾ ਸਾਡਾ YouTube ਚੈਨਲ ਹੈ ਨਾ, ਜਿਹੜਾ ਕਿ ਮੇਰੇ ਨਾਂ ਤੋਂ, ਐਰਿਕ ਸਰਵਰ ਦੇ ਨਾਂ ਤੋਂ ਵੀ, ਔਰ ਅੱਜ ਅਸੀਂ ਗੱਲ ਕਰਨ ਰਹੇ ਹਾਂ ਖੁਦਾ ਨੇ ਚਾਹਿਆ ਤੇ ਅਨਕਰੀਬ ਤੁਹਾਨੂੰ ਸਾਰੀਆਂ ਰਿਫਲੈਕਸ਼ਨ ਮਾਈਨਸ ਕਰਕੇ ਸਿਰਫ ਟਿਊਨ ਦਾ ਇੱਕ ਚੈਨਲ ਅਸੀਂ ਹੋਰ ਤੁਹਾਨੂੰ ਦੇਵਾਂਗੇ ਤਾਂ ਕਿ ਤੁਸੀਂ ਡਾਇਰੈਕਟ ਧੁਨਾਂ ਤੇ ਜਾ ਸਕੋ ਔਰ ਕਰ ਸਕੋ। ਚੌਹਾਨ ਸਾਹਿਬ ਨੇ ਔਰ ਤੇ ਕੰਮ ਕਰ ਰਹੇ ਨੇ, ਤੇ ਖੁਦਾ ਨੇ ਚਾਹਿਆ ਤਾਂ ਅਨਕਰੀਬ ਤੁਹਾਨੂੰ ਉਹ ਵੀ ਜਿਹੜਾ ਵੇ ਨਾ ਮਿਲ ਜਾਏਗਾ। ਲੇਕਿਨ ਅੰਟਿਲ ਦੈਨ ਇਹਨੂੰ ਮਲਟੀਪਲਾਈ ਕਰੋ, ਸਾਡੇ ਲਈ ਦੁਆ ਕਰਿਆ ਕਰੋ ਔਰ ਇਹਨੂੰ ਪ੍ਰੋਗਰਾਮ ਨੂੰ ਅੱਗੇ ਹੋਰ ਲੋਕਾਂ ਤੱਕ ਪਹੁੰਚਾਓ ਤਾਂ ਕਿ ਅਸੀਂ ਜ਼ਬੂਰ ਦੇ ਵਸੀਲੇ ਖੁਦਾ ਦੇ ਨਾਲ ਗੱਲਬਾਤ ਕਰ ਸਕੀਏ। ਤੁਹਾਨੂੰ ਪਤਾ ਹੈ ਜ਼ਬੂਰ ਜਿਹੜੇ ਨੇ ਚੂੰਕਿ ਖੁਦਾ ਦਾ ਇਲਹਾਮ ਹੈ, ਖੁਦਾ ਦਾ ਕਲਾਮ ਹੈ, ਔਰ ਇਸੇ ਲਈ ਥਿਮੋਥੀਅਸ ਦੇ ਖਾਤੇ 'ਚ ਪੌਲਸ ਰਸੂਲ ਕਹਿੰਦਾ ਵੇ, ਖਤ ਲਿਖਦੇ ਹਾਂ ਥਿਮੋਥੀਅਸ ਨੂੰ ਕਿ ਜਿਹੜਾ ਇਲਹਾਮ ਜੋ ਹੈ ਇਟਸ ਅ ਬ੍ਰੈਥ ਆਫ ਗॉड, ਯਾਨੀ ਖੁਦਾ ਦਾ ਸਾਹ ਹੈ, ਖੁਦਾ ਦਾ ਬ੍ਰੈਥ ਹੈ। ਅੱਛਾ, ਇਹ ਖੁਦਾ ਨੇ ਸਾਨੂੰ ਇਲਹਾਮ ਦਿੱਤਾ ਵੇ, ਪਰ ਦਿੱਤਾ ਕਾਹਦੇ ਲਈ ਹੈ? ਸਿਰਫ ਆਪਣੀਆਂ ਦੁਆਵਾਂ ਆਪਣੇ ਕਰਨ ਲਈ ਨਹੀਂ, ਬਲਕਿ ਇਹ ਸਾਡਾ ਲੈਂਗੁਏਜ ਸਕੂਲ ਹੈ ਜਿੱਥੇ ਅਸੀਂ ਸਿੱਖਦੇ ਹਾਂ ਕਿ ਖੁਦਾ ਦੀ ਦਿੱਤੀ ਹੋਈ ਲੈਂਗੁਏਜ ਦਾ ਔਰ ਟਰਮਨੋਲੋਜੀ ਅਸੀਂ ਯੂਜ਼ ਕਰਨੇ ਆ, ਉਹ ਲੈਂਗੁਏਜ ਨੂੰ ਲੈ ਕੇ ਅਸੀਂ ਵਾਪਸ ਖੁਦਾ ਨਾਲ ਗੱਲਬਾਤ ਕਿਵੇਂ ਕਰਨੀ ਹੈ। ਸੋ ਦਿਸ ਆਰ ਟੂ ਫੋਲਡ। ਇਹ ਜ਼ਬੂਰ ਜਿਹੜੇ ਨੇ ਇਹ ਆਮ ਗੱਲ ਨਹੀਂ ਹੈ। ਸੋ ਦੈਟਸ ਵਾਈ ਅਸੀਂ ਜ਼ਬੂਰਾਂ ਨੂੰ ਬੜਾ ਸੀਰੀਅਸਲੀ ਲੈਂਦੇ ਹਾਂ ਔਰ ਖੁਦਾ ਕੋ ਦੁਆ ਕਰਨੇ ਆ ਕਿ ਖੁਦਾ ਜ਼ਬੂਰਾਂ ਦੇ ਵਸੀਲੇ ਤੁਹਾਨੂੰ ਬਰਕਤ ਦੇਵੇ। ਓਕੇ ਜੀ, ਅੱਜ ਅਸੀਂ ਪਹੁੰਚੇ ਹਾਂ ਜੀ ਜ਼ਬੂਰ ਨੰਬਰ 37 ਤੇ। ਔਰ ਜ਼ਬੂਰ ਨੰਬਰ 37 ਤੁਹਾਨੂੰ ਵੇਖਿਆ ਵੇ ਕਿ ਇਹਦੀਆਂ 40 ਆਇਤਾਂ ਨੇ ਸਾਡੇ ਕੋਲ ਉਰਦੂ ਤਰਜਮੇ ਦੇ ਵਿੱਚ। ਪੰਜਾਬੀ 'ਚ ਵੀ 40 ਨੇ ਜੀ ਮੇਰੇ ਖਿਆਲ 'ਚ। ਹਾਂਜੀ, 40 ਆਇਤਾਂ ਨੇ। ਔਰ ਚੌਹਾਨ ਸਾਹਿਬ ਨੇ ਇਹਨੂੰ 1908 ਦਾ ਜਿਹੜਾ ਵਰਜਨ ਵੇਖਿਆ ਜ਼ਬੂਰ, ਪੰਜਾਬੀ ਜ਼ਬੂਰ ਦੇਸੀ ਰਾਗਾਂ ਵਿੱਚ, ਉਹਦੇ ਮੁਤਾਬਕ ਇਹਦੇ ਚੌਹਾਨ ਸਾਹਿਬ 7 ਹਿੱਸੇ ਨੇ ਕਿ 5 ਹਿੱਸੇ ਨੇ?
ਨਹੀਂ, ਇਹਦੇ ਜਿਹੜੇ ਪੰਜਾਬੀ ਜ਼ਬੂਰ ਦੇਸੀ ਰਾਗਾਂ ਵਿੱਚ ਛਪੇ ਨੇ ਉਹ 7 ਹਿੱਸੇ ਨੇ। 7 ਹਿੱਸੇ ਨੇ। ਉਹਦੇ ਚੋਂ ਸਿਰਫ ਮੈਂ ਟਿਊਨਸ ਜਿਹੜੀਆਂ ਪ੍ਰਿਪੇਅਰ ਕਰ ਸਕਿਆ ਸਾਂ ਇਸ ਸੈਸ਼ਨ ਵਾਸਤੇ ਉਹ 5 ਸਨ। 5 ਨੇ, ਠੀਕ ਹੈ ਜੀ। ਸੋ ਬਾਕੀ ਤੁਹਾਨੂੰ 7 ਵੀ ਖੁਦਾ ਨੇ ਚਾਹੇ ਜਦੋਂ ਅਸੀਂ ਚੈਨਲ ਲਾਂਚ ਕਰਾਂਗੇ ਤੁਹਾਨੂੰ ਅਸੀਂ ਉਹਦੇ ਵਿੱਚ ਬਾਕੀ ਪੂਰੀ ਡਿਟੇਲ ਵੀ ਮਿਲ ਜਾਇਆ ਕਰੇਗੀ। ਸੋ ਤੁਸੀਂ ਵੇਖਦੇ ਹੋ ਪਏ ਕਿ ਇਟਸ ਅ ਲੈਂਥੀ ਸਾਮ, ਲੇਕਿਨ ਇੱਕ ਚੀਜ਼ ਜਿਹੜੀ ਸਾਨੂੰ ਅਸੀਂ ਵੇਖਦੇ ਹਾਂ ਕਿ ਚੂੰਕਿ ਇਹ ਦਾਊਦ ਦੇ ਜ਼ਬੂਰਾਂ ਦਾ ਹਿੱਸਾ ਹੈ, ਜਿਵੇਂ ਮੈਂ ਬਾਰ-ਬਾਰ ਜ਼ਿਕਰ ਕਰਨਾ, ਮੈਂ ਹਰ ਐਪੀਸੋਡ ਵਿੱਚ ਇਹਨੂੰ ਰੀਇਨਸ਼ੋਰ ਕਰਨਾ ਵਾ ਕਿ ਜ਼ਬੂਰ ਦੀ ਕਿਤਾਬ ਜਿਹੜੀ ਉਹ 5 ਕਿਤਾਬਾਂ ਤੇ ਮੁਸ਼ਤਮਿਲ ਹੈ, ਜਿਹਨੂੰ ਲਿਰਿਕਲ ਤੌਰਾ ਕਿਹਾ ਜਾਂਦਾ ਵਾ, ਯਾਨੀ ਐਸੀ ਤੌਰਾਤ ਜਿਹੜੀ ਸ਼ਾਇਰੀ 'ਚ ਲਿਖੀ ਗਈ ਹੈ। ਇਸ ਲਈ ਮੂਸਾ ਦੀ ਤੌਰਾਤ ਦੀ ਪਹਿਲੀਆਂ 5 ਕਿਤਾਬਾਂ ਨੇ ਔਰ ਜ਼ਬੂਰ ਦੀ ਕਿਤਾਬ ਦੀਆਂ ਵੀ 5 ਕਿਤਾਬਾਂ ਨੇ, ਇਸ ਲਈ ਇਹਨੂੰ ਪੋਇਟੀਕਲ ਤੌਰਾ ਕਿਹਾ ਜਾਂਦਾ ਵੇ। ਅਸੀਂ ਜਿਹੜੇ ਸੈਸ਼ਨ ਦੇ ਵਿੱਚ ਆ ਉਹ ਵੇ ਦਾਊਦ ਦੇ ਮਜ਼ਮੂਰ, ਯਾਨੀ ਪਹਿਲਾ ਹਿੱਸਾ ਜਿਹੜਾ ਪਹਿਲੇ ਜ਼ਬੂਰ ਤੋਂ ਲੈ ਕੇ ਤੇ ਜ਼ਬੂਰ ਨੰਬਰ 40 ਤੱਕ ਹੈ। ਜ਼ਬੂਰ ਨੰਬਰ 41 ਤੋਂ ਲੈ ਕੇ ਦੂਸਰੀ ਕਿਤਾਬ ਤੇ ਉਹਦੇ ਬਾਅਦ 83-84 ਜ਼ਬੂਰ ਤੱਕ ਤੀਸਰੀ ਕਿਤਾਬ ਜਿਹੜੀ ਹੈ ਉਹ ਬਨੀ ਕੌਰਾ ਤੇ ਆਸਫ ਦੇ ਮਜ਼ਾਮੀਰ ਨੇ, ਜਿਹੜੇ ਅਸੀਂ ਵਾਈਂਡ ਅਪ ਅਸੀਂ ਖਤਮ ਕਰ ਚੁੱਕੇ ਹਾਂ। ਉਹ ਤੁਹਾਨੂੰ ਨਜ਼ਰ ਆ ਜਾਣਗੇ ਅਗਰ ਲਿੰਕ ਤੇ ਜਾਓ। ਸੋ ਜੀ 37 ਜ਼ਬੂਰ ਤੇ ਪਹੁੰਚੇ ਹਾਂ। ਟਾਈਟਲ ਇਹਦਾ ਕਹਿ ਰਿਹਾ ਦਾਊਦ ਦਾ ਮਜ਼ਮੂਰ। ਸਾਡੇ ਕੋਲ ਉਰਦੂ ਤਰਜਮੇ 'ਚ ਇਹਦਾ ਟਾਈਟਲ ਨਹੀਂ ਲਿਖਿਆ, ਲੇਕਿਨ ਸਿਸਟਰ ਜੋਤੀ ਨੇ ਪੰਜਾਬੀ 'ਚ ਪੜ੍ਹਿਆ ਵੇ ਔਰ ਉਹਦਾ ਇੰਗਲਿਸ਼ ਤਰਜਮਾ ਸਾਦਾ ਜਿਹਾ ਬਣਦਾ ਵੇ ਕਿ ਵਿਕਡ ਐਂਡ ਰਾਈਚਸ ਰਿਵਾਰਡ, ਯਾਨੀ ਦੁਸ਼ਟ ਦਾ ਤੇ ਰਾਸਤਬਾਜ਼ ਬੰਦੇ ਦਾ ਅੰਜਾਮ ਕੀ ਹੈ। ਲੱਗਦਾ ਤਾਂ ਇੰਝ ਸਾਨੂੰ ਦੁਨੀਆ ਦੇ ਵਿੱਚ ਕਿ ਦੋਵੇਂ ਹੀ ਜਿਹੜੇ ਨੇ ਠੀਕ ਚੱਲਣ ਰਹੇ ਨੇ, ਲੇਕਿਨ ਅਸਲ ਵਿੱਚ ਜਿਹੜੇ ਖੁਦਾ ਦੇ ਲੋਕ ਨੇ ਉਹ ਬਲਕਿ ਜ਼ਿਆਦਾ ਔਖੇ ਹੁੰਦੇ ਨੇ, ਕਿਉਂਕਿ ਉਹਨਾਂ ਦੇ ਸਵਾਲ ਵੀ ਜ਼ਿਆਦਾ ਨੇ। ਉਹ ਆਪਣੇ ਜਦੋਂ ਆਲੇ ਦੁਆਲੇ ਵਹਿੰਦੇ ਨਾ ਤੇ ਉਹ ਵਿਚਾਰੇ ਬੜੇ ਪਰੇਸ਼ਾਨ ਹੋ ਜਾਂਦੇ ਨੇ ਕਿ ਆਲੇ ਦੁਆਲੇ ਹੋਣ ਕੀ ਡਿਆ ਵੇ। ਲੇਕਿਨ ਜ਼ਬੂਰ ਜਿਹੜਾ ਵੇ, ਇੱਕ ਚੀਜ਼ ਅਸੀਂ ਨੋਟ ਕਰਨੇ ਆ ਕਿ ਜ਼ਬੂਰ ਮੋਸਟਲੀ ਅਸੀਂ ਸਮਝਿਆ ਕਿ ਦੁਆਵਾਂ ਨੇ, ਮੁਨਾਜਾਤਾਂ ਨੇ, ਨੋਹਾ ਵੇ, ਮਾਤਮ ਹੈ, ਤਰਾਨੇ ਨੇ ਔਰ ਹੋਰ ਬੜਾ ਕੁਛ ਹੈ। ਇਹ ਜਿਹੜਾ ਜ਼ਬੂਰ ਹੈ ਔਰ 1-2 ਜ਼ਬੂਰ ਹੋਰ ਵੀ ਨੇ ਜਿਹਦਾ ਟੌਪਿਕ ਜਿਹੜਾ ਵੇ, ਜਿਹਦਾ ਪਰਪਸ ਥੀਮ ਜਿਹੜਾ ਵੇ ਦੈਟ ਇਜ਼ ਡਾਇਡੈਕਟਿਕ। ਡਾਇਡੈਕਟਿਕ ਦਾ ਮਤਲਬ ਹੈ ਜੀ ਤਾਲੀਮੀ ਤੌਰ ਤੇ ਵਿਜ਼ਡਮ, ਹਿਕਮਤ ਜਿਹਦੇ ਵਿੱਚ ਬਿਆਨ ਕੀਤੀ ਜਾਂਦੀ ਹੈ, ਜਿਹਦੇ ਵਿੱਚ ਵਿਜ਼ਡਮ ਦੱਸੀ ਗਈ ਹੈ। ਜਿਵੇਂ ਅਮਸਾਲ ਦੀ ਕਿਤਾਬ ਉਹ ਸਾਨੂੰ ਦੱਸਦੀ ਹੈ ਇਟਸ ਅ ਵਿਜ਼ਡਮ, ਡਿਵਾਈਨ ਵਿਜ਼ਡਮ ਉਹਦੇ ਵਿੱਚ ਸਾਡੇ ਕੋਲ ਸ਼ਾਮਲ ਹੈ। ਲੇਕਿਨ ਇਹ ਵਿਜ਼ਡਮ ਐਸੇ ਬੰਦੇ ਦੀ ਜਿਹੜਾ ਕਿ ਬੁੱਢਾ ਹੋ ਚੁੱਕਿਆ ਹੈ ਔਰ ਉਹਨੇ ਆਪਣੀ ਸਾਰੀ ਜ਼ਿੰਦਗੀ 'ਚ ਉਹਨੇ ਜੋ ਕੁਛ ਆਲੇ ਦੁਆਲੇ ਵੇਖਿਆ ਨਾ, ਉਹਨੂੰ ਉਹ ਇਸ ਜ਼ਬੂਰ ਦੇ ਵਿੱਚ ਉਹਨੂੰ ਬਿਆਨ ਕਰਨ ਦੀ ਕੋਸ਼ਿਸ਼ ਕਰਨ ਡਿਆ ਵਾ। ਜਿਵੇਂ ਚੂੰਕਿ ਸਾਨੂੰ ਪਤਾ ਵੀ ਹੈ ਕਿ ਦਾਊਦ ਦਾ ਜ਼ਬੂਰ ਹੈ, ਇਸ ਲਈ ਸਕਾਲਰਸ ਇਸ ਗੱਲ ਤੇ ਐਗਰੀ ਨੇ ਕਿ ਇਹ ਦਾਊਦ ਨੇ ਜ਼ਬੂਰ ਇੰਝ ਲੱਗਦਾ ਵੇ ਕਿ ਜਿਵੇਂ ਜਦੋਂ ਉਹ ਵਡੇਰਾ ਹੋ ਗਿਆ ਸੀ ਨਾ, ਉਦੋਂ ਉਹਨੇ ਇਸ ਜ਼ਬੂਰ ਨੂੰ ਲਿਖਿਆ ਵੇ। ਉਹਦਾ ਸਾਡੇ ਕੋਲ ਐਵੀਡੈਂਸ ਕੀ ਹੈ? ਉਹਦੀ ਐਵੀਡੈਂਸ ਜਿਹੜੀ ਹੈ ਇਹਦੀ 25 ਆਇਤ ਹੈ ਔਰ 25 ਆਇਤ ਦੇ ਵਿੱਚ ਲਿਖਿਆ ਹੋਇਆ ਵੇ ਕਿ ਮੈਂ ਜਵਾਨ ਥਾ और अब बूढ़ा हूं, तो भी मैंने सादिक को बेकस और उसकी औलाद को टुकड़े मांगते नहीं देखा। एक चीज़ होर ने लिखी है सादक बंदे दी, राइचस बंदे दी जिहड़ी गल कहंदे वो दिन भर रहम करता है और कर्ज देता है। सो इन्वेस्टमेंट लोकां दे विच खुदा आसमान दे विच ओ करन दिया वे, लेकिन उस इन्वेस्टमेंट दा जिहड़ा रिवॉर्ड है वो लिखण दिया और उसकी औलाद को बरकत मिलती है। सो वेखण ਤੁਸੀਂ ਕਿ ਜਿਹੜੀ ਬਰਕਤ ਹੈ ਜਿਹੜੀ ਖੁਦਾ ਦੇ ਕੰਮ, ਖੁਦਾ ਦੀ ਖਿਦਮਤ, ਖੁਦਾ ਦੇ ਮਿਸ਼ਨ ਔਰ ਖੁਦਾ ਦੀ ਕਲੀਸਿਆ ਦੇ ਨਾਲ ਜਦੋਂ ਅਸੀਂ ਇਨਵੈਸਟਮੈਂਟ ਕਰਨੇ ਆ, ਰੁਪਏ ਪੈਸੇ ਦੀ, ਟਾਈਮ ਦੀ, ਵਟ ਐਵਰ ਇਨਵੈਸਟਮੈਂਟ ਵੀ ਆਰ ਡੂਇੰਗ, ਉਹਦੀ ਰਿਵਾਰਡ ਜਿਹੜਾ ਵੇ ਉਹ ਆਉਣ ਵਾਲੀ ਨਸਲਾਂ ਵਾਸਤੇ ਅਸੀਂ ਕੀ ਕਰਨ ਡਏ ਆ, ਉਹਨੂੰ ਅਸੀਂ ਕ੍ਰੀਏਟ ਕਰਨ ਡਏ ਆ। ਇਹ ਦਾਊਦ ਦਾ ਸਮਝੋ ਕਿ 올ਡ ਏਜ ਦਾ ਇੱਕ ਉਹਨੇ ਜਿਹੜਾ ਨਾ ਸਾਨੂੰ ਇੱਕ ਕੁਲੀਆ ਦੱਸਿਆ ਵੇ ਕਿ ਤੁਸੀਂ ਆਪਣੀ ਔਲਾਦ ਵਾਸਤੇ ਬੰਦਾ ਚੋਰ ਚਕਾਰੀ ਝੂਠ ਸਾਰੀ ਜ਼ਿੰਦਗੀ ਮਿਹਨਤ ਕਰਲ ਮਾਰ ਕੇ ਆਪਣੇ ਔਲਾਦ ਵਾਸਤੇ ਜਨਾਬ ਕੋਈ 40-50 ਸਾਲ ਹੱਡੀਆਂ ਫੜਕਾ ਕੇ ਨਾ, ਹੱਡੀਆਂ ਕਟਵਾ ਕੇ ਆਪਣੀਆਂ, ਤੇ ਮਗਰ ਆਉਣ ਵਾਲੀ ਨਸਲ ਵਾਸਤੇ ਜਿਹੜਾ ਵੇ ਨਾ ਘਰ ਵੀ ਛੱਡ ਜਾਂਦਾ, ਗੱਡੀਆਂ ਵੀ ਛੱਡ ਜਾਂਦਾ, ਬੈਂਕ ਬੈਲੈਂਸ ਵੀ ਛੱਡ ਜਾਂਦਾ, ਬੜਾ ਕੁਝ ਛੱਡ ਜਾਂਦਾ ਵੇ। ਠੀਕ ਹੈ, ਅੱਗੋਂ ਜਿਵੇਂ ਵਾਇਜ਼ ਕਹਿੰਦਾ ਵੇ ਆਪਣੀ ਕਿਤਾਬ ਦੇ ਵਿੱਚ, ਉਹ ਆਂਦਾ ਜੀ ਉਹਨੂੰ ਨਹੀਂ ਪਤਾ ਕਿ ਮਗਰੋਂ ਜਿਹੜੀ ਨਸਲ ਆਏਗੀ ਉਹ ਸਿਆਣੀ ਹੈ ਕਿ ਕਬੁੱਧੀ ਹੈ, ਆਂਦਾ ਪਰ ਉਹ ਮਿਹਨਤ ਕਰਕੇ ਛੱਡ ਗਿਆ। ਤੋ ਇਸ ਲਈ ਜਿਹੜਾ ਨਾ ਉਹ ਕਹਿੰਦਾ ਕਿ ਤੁਸੀਂ ਆਪਣੇ ਆਪ 'ਤੇ ਗੌਰ ਕਰੋ ਕਿ ਤੁਹਾਡੇ ਲਾਈਫ ਸਟਾਈਲ ਕੀ ਹੈ। ਸੋ ਜੀ 37 ਜ਼ਬੂਰ ਜਿਹੜਾ ਵੇ ਇਟਸ ਅ ਡਾਇਡੈਕਟਿਕ ਵਿਜ਼ਡਮ ਸਾਮ ਹੈ, ਵਡੇਰੇ ਬੰਦੇ ਦਾ ਸਾਮ ਲੱਗਦਾ ਵੇ, ਜਿਹਦੇ ਵਿੱਚ ਪਤਾ ਲੱਗਦਾ ਵੇ ਕਿ ਜਨਾਬ ਉਹ ਬਜ਼ੁਰਗ ਹੋ ਚੁੱਕਿਆ ਵੇ। ਜਿਹੜੀ ਇੱਕ ਹੋਰ ਇਸ ਜ਼ਬੂਰ ਦੀ ਬੜੀ ਇੰਪੋਰਟੈਂਟ ਗੱਲ ਜਿਹੜੀ ਹੈ ਉਹ ਬੜੇ ਘੱਟ ਲੋਕ ਜਾਣਦੇ ਨੇ, ਔਰ ਉਹ ਕੀ ਹੈ ਕਿ ਇਹ ਜ਼ਬੂਰ ਦੀ ਜਿਹੜੀ ਆਇਤ ਨੰਬਰ ਹੈ ਨਾ, ਰੱਬ ਥੋੜਾ ਭਲਾ ਕਰੇ, ਕਿਹੜੀ ਆਇਤ ਹੈ? ਜ਼ਬੂਰ 37 ਦੀ ਇੱਕ ਮਿੰਟ ਮੈਂ ਤਾਂ ਪੜ੍ਹ ਦੇਣਾ ਵਾ, ਹਾਂ ਇਹ 11 ਆਇਤ, ਯੈਸ, ਜਿਹੜੀ 11ਵੀਂ ਆਇਤ ਹੈ ਨਾ, ਇਹ ਐਜ਼ ਇਟ ਇਜ਼ ਕੁਰਾਨ ਦੇ ਵਿੱਚ 21 ਚੈਪਟਰ ਕੁਰਾਨ ਜਿਹੜਾ ਵੇ ਉਹਦੇ ਵਿੱਚ ਐਜ਼ ਇਟ ਇਜ਼ ਕਾਪੀ ਪੇਸਟ ਹੋਈ ਹੋਈ ਹੈ। ਸੋ ਮੈਂ ਜਦੋਂ ਮੇਰਾ ਜ਼ਬੂਰਾਂ ਤੋਂ ਮੈਂ ਆਪਣਾ PhD ਦਾ ਮਕਾਲਾ ਲਿਖਣ ਡਿਆ ਹਾਂ, ਮੈਂ ਜਦੋਂ ਰਿਸਰਚ ਕੀਤੀ ਔਰ ਮੈਂ ਇਸਲਾਮਿਕ ਸਕਾਲਰਸ ਨੂੰ ਪੜ੍ਹਿਆ ਔਰ ਇੰਟਰਵਿਊ ਵੀ ਕੀਤੇ ਇਸਲਾਮਿਕ ਸਕਾਲਰ ਦੇ,
ਉਹ ਇਸ ਗੱਲ ਤੇ ਐਗਰੀ ਹੋਏ ਕਿ ਜਨਾਬ ਜ਼ਬੂਰ 37 ਜਿਹੜਾ ਵੇ ਇਟਸ ਰਿਫਲੈਕਟ ਜ਼ਬੂਰ ਜਿਹੜਾ ਵੇ ਨਾ 37 ਉਹ ਉਹਦੇ ਬਹੁਤ ਸਾਰੇ ਥੀਮ ਨੂੰ ਰਿਫਲੈਕਟ ਕਰਦਾ ਵੇ। ਸੋ ਸਾਨੂੰ ਕੁਰਾਨ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਮਿਲਦੀਆਂ ਨੇ ਜਿਹੜੀਆਂ ਜ਼ਬੂਰ ਦੇ ਬਾਰੇ ਕੀਤੀਆਂ ਗਈਆਂ ਨੇ, ਔਰ ਸਾਨੂੰ ਪਤਾ ਵੇ ਕਿ ਦਾਊਦ ਦਾ ਨਾਂ ਕਮ ਸੇ ਕਮ 16 ਵਾਰੀ ਕੁਰਾਨ ਦੇ ਵਿੱਚ ਆਇਆ ਵੇ। ਔਰ ਇਸੇ ਤਰ੍ਹਾਂ ਸਾਡੇ ਜਿਹੜੇ ਮੁਸਲਮਾਨ ਦੋਸਤ ਨੇ ਉਹ ਬਹੁਤ ਜ਼ਿਆਦਾ ਜ਼ਬੂਰਾਂ ਦੀ ਕਿਤਾਬ ਨੂੰ ਇੱਜ਼ਤ ਦਿੰਦੇ ਨੇ, ਕਿਉਂਕਿ ਅਸੀਂ ਉਹ ਮੰਨਦੇ ਨੇ ਕਿ ਪਹਿਲੀਆਂ 3 ਕਿਤਾਬਾਂ ਦੇ ਵਿੱਚ ਮੂਸਾ ਦੀ ਤੌਰਾਤ ਔਰ ਹਜ਼ਰਤ ਦਾਊਦ ਅਲੈਹਿਸਲਾਮ ਦੇ ਜ਼ਬੂਰ ਉਹ ਉਹਨੂੰ ਡਿਵਾਈਨ ਕਿਤਾਬ, ਡਿਵਾਈਨ ਰੈਵਲੇਸ਼ਨ ਮੰਗਦੇ ਨੇ। ਲਹਿਰਾ ਗੱਲ ਹੈ ਜਿਵੇਂ ਅਸੀਂ ਪੜ੍ਹਨੇ ਔਰ ਗੀਤ ਗਾਉਂਦੇ ਅਸੀਂ ਆਪਣੀ ਇਬਾਦਤ ਦੇ ਵਿੱਚ, ਉਹ ਉਹਨੂੰ ਇੰਜ ਇਸਤੇਮਾਲ ਨਹੀਂ ਕਰਦੇ, ਲੇਕਿਨ ਇਹਦੇ ਬਾਵਜੂਦ ਉਹ ਇਹਨੂੰ ਇਲਹਾਮੀ ਕਿਤਾਬ ਮੰਨਦੇ ਨੇ। ਸੋ ਜ਼ਬੂਰ 37 ਦੀ 11ਵੀਂ ਜਿਹੜੀ ਹੈ ਨਾ, ਹਲੀਮ ਮੁਲਕ ਕੇ ਵਾਰਿਸ ਹੋਣਗੇ। ਸੋ ਇਹ ਤੁਸੀਂ ਵੇਖੋਗੇ ਇਹ ਨਾ ਸਿਰਫ ਕੁਰਾਨ ਦੇ ਵਿੱਚ ਬਲਕਿ ਅੰਕਲ ਜੀ ਅਗਰ ਤੁਸੀਂ ਜ਼ਰਾ ਖੋਲੋ ਮੱਤੀ 5ਵਾਂ ਬਾਬ ਤੇ 5 ਆਇਤ, ਸਿਸਟਰ ਜੋਤੀ ਤੁਸੀਂ ਅਗਰ ਖੋਲੋ ਯਸਾਇਆ 60 ਬਾਬ ਤੇ ਉਹਦੀ ਜਿਹੜੀ ਮੈਂ ਆਇਤ ਲਿਖ ਕੇ ਕੱਲੀ ਤੁਹਾਨੂੰ, ਤੁਸੀਂ ਅਗਰ ਉਹਨੂੰ ਵੇਖੋ, ਇੱਕ ਯਸਾਇਆ ਦਾ ਰੈਫਰੈਂਸ ਪੜ੍ਹ ਦਿਓ ਤੇ ਇੱਕ ਮੱਤੀ ਦਾ ਰੈਫਰੈਂਸ ਪੜ੍ਹ ਦਿਓ, ਤੁਸੀਂ ਵੇਖੋਗੇ ਕਿ ਖੁਦਾਵੰਦ ਯਿਸੂ ਮਸੀਹ ਨੇ ਐਸੇ ਆਇਤ ਨੂੰ, ਐਸੇ ਕਨਸੈਪਟ ਨੂੰ ਕਿਵੇਂ ਕਲੈਰੀਫਾਈ ਕੀਤਾ ਵੇ ਔਰ ਯਸਾਇਆ ਨਬੀ ਨੇ ਇਸ ਗੱਲ ਨੂੰ ਕਿਵੇਂ ਬਿਆਨ ਕੀਤਾ। ਹਾਂਜੀ ਮੈਂ ਪੜਾਂਗਾ ਮੱਤੀ ਦੀ ਅੰਜੀਲ ਉਹਦਾ 5 ਬਾਬ ਤੇ 5 ਆਇਤ। ਧੰਨ ਉਹ ਜਿਹੜੇ ਹਲੀਮ ਹਨ, ਕਿਉਂ ਜੋ ਉਹ ਧਰਤੀ ਦੇ ਵਾਰਿਸ ਹੋਣਗੇ। ਠੀਕ ਹੈ ਜੀ, ਮੁਬਾਰਕਬਾਦੀ ਬੀਆਟੀਟਿਊਡ ਖੁਦਾਵੰਦ ਯਿਸੂ ਮਸੀਹ ਨੇ ਡਾਇਰੈਕਟ ਜ਼ਬੂਰ 37 ਦੀ 11 ਆਇਤ ਉੱਥੇ ਕੋਟ ਕੀਤੀ ਹੈ। ਹਾਂਜੀ ਤੇ ਜੋਤੀ ਮੈਂ ਪੜਾਂਗੀ ਯਸ਼ਾਇਆ ਉਹਦੀ 60 ਉਹਦੀ 21 60 ਦੀ 21। ਤੇਰੇ ਲੋਕ ਸਭ ਭਲੇ ਕੰਮ ਕਰਨਗੇ ਅਤੇ ਉਹਨਾਂ ਦਾ ਧਰਤੀ ਉੱਤੇ ਹਮੇਸ਼ਾ ਅਧਿਕਾਰ ਰਹੇਗਾ। ਮੈਂ ਉਹਨਾਂ ਨੂੰ ਪੈਦਾ ਕੀਤਾ ਅਤੇ ਵਧਾਇਆ ਵੀ ਕਿ ਉਹ ਮੇਰੀ ਮਹਿਮਾ ਪ੍ਰਗਟ ਕਰਨ। ਥੈਂਕ ਯੂ ਜੀ। ਧਰਤੀ ਉੱਤੇ ਸਦਾ ਉਹਨਾਂ ਦਾ ਕੀ ਰਹੇਗਾ? ਅਧਿਕਾਰ ਰਹੇਗਾ, ਜ਼ਮੀਨ ਦੇ ਵਾਰਸ, ਵਿਰਾਸਤ ਉਹਨਾਂ ਦੀ ਹੋਏਗੀ। ਠੀਕ ਹੈ ਕਿ ਨਾ? ਸੋ ਤੁਸੀਂ ਵੇਖਦੇ ਹੋ ਜੀ ਕਿ ਜ਼ਮੀਨ ਦਾ ਕਨਸੈਪਟ ਜਿਹੜਾ ਵੇ, ਜ਼ਮੀਨ ਦੇ ਵਿੱਚ, ਦੁਨੀਆ ਦੇ ਵਿੱਚ ਖੁਦਾ ਦਾ ਕਿੰਨਾ ਇੰਟਰਸਟ ਹੈ। ਠੀਕ ਹੈ, ਔਰ ਜ਼ਬੂਰ ਨੂੰ ਵੀ ਸਾਨੂੰ ਬਾਰ-ਬਾਰ ਇਸ ਚੀਜ਼ ਨੂੰ ਰੀਇਨਸ਼ੋਰ ਕਰਦੇ ਨੇ। ਔਰ ਅੱਜ ਅਸੀਂ ਵੇਖਿਆ ਵੇ ਕਿ ਜ਼ਬੂਰ 37 ਦੀ 11 ਆ ਜਿਹੜੀ ਹੈ, ਨਾ ਸਿਰਫ ਜ਼ਬੂਰ ਐਜ਼ ਅ ਪਾਰਟ ਆਫ ਦ ਜੂਸ਼ ਤਨਾਖ, ਉਹਦੇ ਵਿੱਚ ਵੀ ਜ਼ਬੂਰ ਐਜ਼ ਅ ਪਾਰਟ ਆਫ ਅ ਕ੍ਰਿਸਚਨ ਬਾਈਬਲ, ਉਹਦੇ ਵਿੱਚ ਵੀ, ਕੁਰਾਨ ਦੇ ਵਿੱਚ ਵੀ, ਯਾਨੀ ਤਿੰਨੇ ਜਿਹੜੇ ਮੋਨੋਥਿਸਟਿਕ ਰਿਲੀਜਨ ਨੇ, ਵਹਦਾਨੀਅਤ ਨੂੰ ਮੰਨਣ ਵਾਲੇ ਜਿਹੜੇ ਮਜ਼ਾਹਿਬ ਨੇ, ਉਹ ਤਿੰਨ ਦੇ ਤਿੰਨੇ ਇਸ ਆਇਤ ਦੇ ਉੱਤੇ ਐਗਰੀ ਨੇ ਕਿ ਹਲੀਮ ਲੋਕ ਜਿਹੜੇ ਨੇ, ਰਾਸਤਬਾਜ਼ ਲੋਕ ਜਿਹੜੇ ਨੇ, ਜਿਹੜੇ ਹੰਬਲ ਲੋਕ ਨੇ, ਖੁਦਾ ਉਹਨਾਂ ਨੂੰ ਵਾਰਸ ਬਣਾਉਂਦਾ ਵੇ ਜ਼ਮੀਨ ਦਾ, ਉਹਨਾਂ ਦੀ ਮਿਰਾਸ ਖੁਦਾ ਉਹਨਾਂ ਨੂੰ ਬਖਸ਼ਦਾ ਵੇ। ਸੋ ਅਸੀਂ ਵੇਖਣਾ ਜੀ ਕਿ ਜ਼ਬੂਰ ਨਹੀਂ ਐਡਾ ਜ਼ਿਆਦਾ ਪਾਵਰਫੁਲ ਜ਼ਬੂਰ ਹੈ, ਐਡਾ ਕਿਹਾ ਜਾਏ ਕਿ ਇੰਪੋਰਟੈਂਟ ਜ਼ਬੂਰ ਹੈ। ਅੱਛਾ, ਇਹਦੇ ਵਿੱਚ ਜਿਹੜਾ ਸਵਾਲ ਨਾ ਜਿਹੜਾ ਡਿਸਟਰਬ ਕਰਦਾ ਵੇ ਪਿਆ ਜ਼ਬੂਰ ਨਵੀਸ ਨੂੰ ਜਾਂ ਦਾਊਦ ਨੂੰ, ਜਿਹੜਾ ਸਵਾਲ ਡਿਸਟਰਬ ਕਰਦਾ ਵੇ, ਉਹ ਸਵਾਲ ਖੁਦਾ ਦੇ ਲੋਕਾਂ ਨੂੰ ਹਰ ਜਨਰੇਸ਼ਨ ਦੇ ਵਿੱਚ ਡਿਸਟਰਬ ਕਰਦਾ ਵੇ। ਇਟਸ ਅ ਵੈਰੀ ਕਾਮਨ ਕੁਐਸਚਨ ਜਿਹੜੇ ਲੋਕ ਕਰਦੇ ਨੇ। ਔਰ ਉਹ ਲੋਕ ਕੀ ਕਰਦੇ ਨੇ? ਸਵਾਲ ਉਹਨਾਂ ਦੇ ਜ਼ਿਹਨਾਂ 'ਚ ਇਹ ਉੱਭਰਦਾ ਵੇ, ਜਿਵੇਂ ਜ਼ਬੂਰ 73 ਦੇ ਵਿੱਚ ਆਸਫ ਦੇ ਜ਼ਿਹਨ 'ਚ ਵੀ ਆਈ ਸੀ, ਉਹਦੇ ਬਾਅਦ ਜ਼ਬੂਰ 49 ਦੇ ਵਿੱਚ ਬਨੀ ਕੋਰਾ ਦੇ ਜ਼ਿਹਨ 'ਚ ਵੀ ਆਏ ਸਵਾਲ ਸੀ। ਸਵਾਲ ਕੀ ਸੀ? ਕਿ ਖੁਦਾਵੰਦ ਜਿਹੜੇ ਰਾਸਤਬਾਜ਼ ਲੋਕ ਨੇ, ਜਿਹੜੇ ਤੇਰੇ ਤੋਂ ਡਰਦੇ ਨੇ, ਉਹ ਵਿਚਾਰੇ ਮੁਸੀਬਤਾਂ ਪਰੇਸ਼ਾਨੀਆਂ 'ਚ ਹੀ ਪਏ ਰਹਿੰਦੇ ਨੇ, ਤੇ ਜਿਹੜੇ ਸ਼ਰੀਰ ਲੋਕ ਨੇ ਉਹ ਵੇਖੋ ਬਣੇ ਠੰਡੇ ਰਹਿੰਦੇ ਨੇ, ਉਹਨਾਂ ਦੀ ਸਿਹਤ ਵੀ ਬਣੀ ਹੈ, ਉਹਨਾਂ ਦੀ ਗੱਡੀਆਂ ਵੀ ਚੱਲਣ ਡੀਆਂ ਨੇ, ਬਿਜ਼ਨਸ ਵੀ ਚੱਲਣ ਡਏ ਨੇ, ਉਹਨਾਂ ਦੇ ਜਨਾਬ ਸਾਰਾ ਕੁਛ ਹੀ ਜਨਾਬ ਐਡਾ ਫਿੱਟ ਫਾਟ ਦੁਨਿਆਵੀ ਲਿਹਾਜ਼ ਦੇ ਨਾਲ ਉਹ ਕਹਿੰਦੇ ਨੇ ਕਿ ਜੀ ਇਹ ਦੁਨੀਆ ਵਿੱਚ ਕਾਮਯਾਬ ਨੇ, ਦੇ ਆਰ ਫੇਮਸ, ਦੇ ਆਰ ਰਿਚ, ਦੇ ਆਰ ਬਿਊਟੀਫੁਲ, ਦੇ ਹੈਵ ਐਵਰੀਥਿੰਗ। ਔਰ ਜਨਾਬ ਇੰਝ ਲੱਗਦਾ ਵੇ ਕਿ ਉਹਨਾਂ ਨੂੰ ਕੋਈ ਫਿਕਰ ਫਾਕਾ ਹੀ ਕੋਈ ਨਹੀਂ। ਉਹ ਸਾਡਾ ਇੱਕ ਪਾਕਿਸਤਾਨ ਦਾ ਇੱਕ ਸਕੋਲਰ ਕੀ ਵਿਚਾਰਾ ਜਰਨਲਿਸਟ, ਉਹ ਕਹਿੰਦਾ ਐਸ਼ ਨਾ ਫਿਕਰ ਨਾ ਫਾਕਾ ਐਸ਼ ਕਰ ਕਾਕਾ। ਮਤਲਬ ਉਹ ਕਹਿੰਦੇ ਨੇ ਕਿ ਇਹਨਾਂ ਨੂੰ ਕੋਈ ਫਿਕਰ ਫਾਕੇ ਕੋਈ ਨਹੀਂ ਹੈ, ਬਸ ਐਸ਼ ਹੀ ਕਰਦੇ ਨੇ, ਇਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਦੁੱਖ ਨਹੀਂ, ਕੋਈ ਤਕਲੀਫ ਨਹੀਂ। ਤਾਂ ਅਸੀਂ ਵੇਖੋ ਸਾਨੂੰ ਆਉਂਦਾ ਮੁਸੀਬਤਾਂ ਪਈਆਂ ਰਹਿੰਦੀਆਂ ਨੇ। ਸੋ ਦਿਸ ਇਜ਼ ਦ ਮੇਜਰ ਕੁਐਸਚਨ। ਹਰ ਜਨਰੇਸ਼ਨ ਦੇ ਵਿੱਚ ਜਿਹੜੇ ਖੁਦਾ ਤਰਸ ਲੋਕ ਨੇ, ਖੁਦਾ ਖੌਫ ਲੋਕ ਨੇ, ਉਹ ਇਹ ਸਵਾਲ ਕਰਦੇ ਨੇ। ਇਸ ਸਵਾਲ ਦਾ ਜਵਾਬ ਜਿਹੜਾ ਵੇ ਉਹ ਸਾਨੂੰ ਜਿਹੜਾ ਵੇ ਨਾ ਉਹ ਦਾਊਦ ਦੇ ਰਿਹਾ ਵੇ ਇਸ ਜ਼ਬੂਰ ਦੀ ਪਹਿਲੀ ਆਇਤ ਤੇ ਦੂਜੀ ਆਇਤ ਦੇ ਵਿੱਚ। ਔਰ ਫਿਰ ਐਸੇ ਥੀਮ ਨੂੰ ਰਿਪੀਟ ਉਹਨੇ ਕੀਤਾ ਵੇ 7ਵੀਂ ਤੇ 8ਵੀਂ ਆਇਤ ਦੇ ਵਿੱਚ। ਔਰ ਵੇਖੋ ਕੀ ਹੈ ਹੁਣ ਮਸ਼ਵਰਾ ਕੀ ਦੇਣ ਡਿਆ, ਵਿਜ਼ਡਮ ਕੀ ਦੇ ਰਿਹਾ ਵੇ, ਡੂ ਐਂਡ ਡੋਂਟਸ। ਉਹਨੇ ਇਸ ਵਿਜ਼ਡਮ ਨੂੰ 2 ਹਿੱਸਿਆਂ 'ਚ ਤਕਸੀਮ ਕੀਤਾ ਵੇ। ਇਹ ਕੰਮ ਜਿਹੜਾ ਨਹੀਂ ਕਰਨਾ, ਇੱਕ ਕੰਮ ਜਿਹੜਾ ਕੀ ਹੈ ਕਰਨਾ ਵੇ। ਐਂਡ ਜੇ ਤੁਸੀਂ ਵੇਖੋਗੇ ਜਿਹੜੇ 10 ਕੰਮ ਨੇ ਉਹਨਾਂ ਦੇ ਵਿੱਚ ਵੀ ਤੁਹਾਨੂੰ ਡੂ ਐਂਡ ਡੋਂਟਸ ਨਜ਼ਰ ਆਉਣਗੇ। ਡੋਂਟ ਇਹ ਨਹੀਂ ਕਰਨਾ ਤੇ ਇਹ ਕਰਨਾ ਵੇ। ਠੀਕ ਹੈ, ਚੂੰਕਿ ਅਸੀਂ ਇੱਥੇ ਵੇਖਣ ਰਹੇ ਹਾਂ ਇਟਸ ਅ ਤਕਾਬਲੀ ਜਾਇਜ਼ਾ ਵੇ। ਅੱਛਾ, ਮੈਂ ਆਸਾਨ ਕਰਨਾ, ਤਕਾਬਲ ਦੀ ਬਜਾਏ ਆਸਾਨ ਲਫ਼ਜ਼ ਯੂਜ਼ ਕਰਨਾ ਵਾ। ਕੰਟਰਾਸਟ ਦੋਵਾਂ ਦੇ ਵਿੱਚ ਦਰਮਿਆਨ ਦਿੱਤੀ ਗਈ ਹੈ ਕਿ ਜਨਾਬ ਸ਼ਰੀਰ ਇੱਕ ਪਾਸੇ ਵੇ ਤੇ ਰਾਸਤਬਾਜ਼ ਇੱਕ ਪਾਸੇ ਵੇ, ਜਿਹਨੂੰ ਸਾਦਕ ਵੀ ਕਿਹਾ ਗਿਆ ਵੇ, ਰਾਸਤਬਾਜ਼ ਵੀ ਕਿਹਾ ਗਿਆ ਵੇ। ਤੇ ਹੁਣ ਉਹਨਾਂ ਦੋਵਾਂ ਦਾ ਫਰਕ ਦੱਸਣ ਡਿਆ ਨਾ ਦਾਊਦ ਕੀ ਕਹਿ ਰਿਹਾ ਜੀ। ਪਹਿਲੀ ਆਇਤ
कहना जी तू बद किरदारों के सबब से बेजार ना हो। पंजाबी च की है जिथे लफ्ज पहली आयत दे विच? बुरियां दे कारण ना कुड़। कुड़ ना, बेजार ना, तुहाडे कोल की है जी? सेम है। बुरियां दे कारण दुखी ना हो, ना दुखी, ही कुकरमियां बेजार, कुड़ना, अंदरों अंदर अपना खून जलांदिया रहना कि यार है की हो गया, कौन लोग ने, किन्ना च फस गया मैं, और खुदा मैनू कड इथों मेरा। ते जिवें जिवें पतरस लिखदा ना, मैं कहा पतरस के याकूब लिखदा वे कि जी ਜਿਹੜਾ ਰਾਸਤਬਾਜ਼ ਬੰਦਾ ਸੀ ਲੂਤ, ਲਿਖਿਆ ਕਿ ਉਹ ਆਪਣੇ ਦਿਲ ਨੂੰ ਹਰ ਰੋਜ਼ ਸ਼ਿਕੰਜੇ ਦੇ ਵਿੱਚ ਜਕੜਦਾ ਸੀ ਜਦੋਂ ਆਪਣੇ ਆਲੇ ਦੁਆਲੇ ਬਦੀ ਵਹਿੰਦਾ ਸੀ, ਜਦੋਂ ਆਪਣੇ ਆਲੇ ਦੁਆਲੇ ਧੋਖਾ ਵਹਿੰਦਾ ਸੀ, ਫਰੇਬ ਵਹਿੰਦਾ ਸੀ, ਇਨਜਸਟਿਸ ਵਹਿੰਦਾ ਸੀ, ਔਰ ਸਰੀਰ ਰਾਸਤਬਾਜ਼ਾਂ ਨੂੰ ਖਾ ਜਾਂਦੇ ਨੇ, ਕਮਜ਼ੋਰ ਆਦਮੀ ਨੂੰ ਲਤਾੜ ਜਾਂਦੇ ਨੇ, ਔਰ ਜ਼ੋਰਾਵਰ ਜਿਹੜੇ ਨੇ ਉਹ ਜਨਾਬ ਲੋਕਾਂ ਦਾ ਇਨਸਾਫ ਨਹੀਂ ਮਿਲਦਾ, ਔਰ ਦੁਨੀਆ ਦੇ ਵਿੱਚ ਦੁੱਖ ਬੜਾ ਔਰ ਮੁਸੀਬਤ ਬੜੀ। ਤਾਂ ਕੀ ਕਹਿ ਰਿਹਾ ਕਿ ਤੂੰ ਬਦ किरदारों के सबब से बेजार ना हो और बदी करने वालों पर रश्क, उर्दू तर्जमा में रश्क, और इहदा सादा तर्जमा कि तू जेलस ना हो ऐसे लोगों कोलों कि मैं इन्ना वर्गा क्यों नहीं है, साढ़े कोल इंज दी शै क्यों नहीं है, असी इंज क्यों नहीं है, असी जनाब इन्ना इंज कीता असीं भी इंज रीस कर लांगे। ठीक है ना? सो असी रीस बड़ा करने आ कि जनाब उन्हें इंज कीता वे ते सानू भी की करना चाहिए, सानू भी इंज करना चाहिए। ठीक है? वैसे साढ़े पंजाबी कल्चर दे विच कि असी पंजाबी च गल करन डए आ ते दो मिसालां ने। एक कहते हैं जी कि सड़ना नहीं चाहिए तो रीस कर लेनी चाहिए है। क्यों जी अंकल जी? आई है ना? ਬਿਲਕੁਲ ਜੀ, ਟਰੱਕਾਂ ਦੇ ਮਗਰ ਵੀ ਲਿਖਿਆ ਹੁੰਦਾ हाँ, ਅੰਦਰ ਸੜ ਨਾ ਰੀਸ ਕਰ ਲੈ। ਰੀਸ ਕਰ ਲੈ। ਠੀਕ ਹੈ ਨਾ? ਤੇ ਦੂਜਾ ਐਵੇਂ, ਦੂਜਾ ਇਹਦੇ ਨਾਲ ਹੀ ਰਿਲੇਟਡ ਸਾਡਾ ਇੱਕ ਹੋਰ ਕਲਚਰਲ ਕਨਸੈਪਟ ਹੈ, ਉਹ ਐਵੇਂ ਕਿ ਜੇ ਗਵਾਂਢੀ ਦਾ ਮੂੰਹ ਲਾਲ ਹੋਏ ਤੇ ਆਪਣਾ ਚਪੇੜਾ ਮਾਰ ਕੇ ਨਾ ਕਰੋ। ਠੀਕ ਹੈ? ਜੇ ਅਗਰ ਉਹ ਬਦੀ ਨੇ, ਉਹਨਾਂ ਦੇ ਮੂੰਹ ਲਾਲ ਨੇ, ਅਗਰ ਬਦੀ ਨਾਲ, ਗੁਨਾਹ ਦੇ ਨਾਲ, ਤੇ ਤੁਹਾਨੂੰ ਕੋਈ ਲੋੜ ਨਹੀਂ ਉਹਨਾਂ ਦੀ ਕਾਪੀ ਪੇਸਟ ਕਰਨ ਦੀ। यू डोंट नीड टू डू, रश्क ना कर। रीजन ਉਹਦੀ ਕੀ ਹੈ? रीजन है वे क्योंकि वो घास की तरह जल्द काट डाले जाएंगे और सब्जे की तरह मुरझा जाएंगे। अच्छा, तो वेख्या मैनू अज पता लगा वे कि कैलीफोर्निया जिथे असीं हैं इस वेले, सदਰਨ कैलीफोर्निया और इजराइल दे मुल्क दा क्लाइमेट ਇੱਕੋ ਜਿਹਾ ਹੈ। ਸਹੀ ਗੱਲ। ਉਹਨਾਂ ਨੇ ਇੱਕੋ ਜਿਹਾ ਕਲਾਈਮੇਟ ਤੁਹਾਡਾ। ਕਿਉਂਕਿ ਜਦੋਂ ਵਿੰਟਰ ਹੁੰਦਾ ਵਾ ਨਾ, ਜਦੋਂ ਅਸੀਂ ਵੇਖਣਾ ਜਦੋਂ ਬਾਰਿਸ਼ਾਂ ਹੁੰਦੀਆਂ ਵਾਲਾ ਮਹੀਨਾ ਚੱਲਣ ਦਾ ਜਿਹੜਾ ਹੁਣ ਜਿਹਦੇ ਅਸੀਂ ਰਹਿਣ ਡਏ ਆ, ਠੀਕ ਹੈ ਨਾ, ਦਸੰਬਰ ਤੋਂ ਲੈ ਕੇ ਤੇ ਜਨਵਰੀ ਫਰਵਰੀ ਤੱਕ, ਉਹ ਬਾਰਿਸ਼ਾਂ ਹੁੰਦੀਆਂ ਤੇ ਪਹਾੜਾਂ ਤੇ ਇੰਜ ਲੱਗਦਾ ਵੇ ਕਿ ਜਿਵੇਂ ਜਨਾਬ ਬੜਾ ਸਬਜ਼ਾ ਤੇ ਬੜੀ ਹਰਿਆਲੀ ਤੇ ਬੜਾ ਜਨਾਬ ਹਰਾ ਭਰਾ ਆਇਆ ਵੇ, ਲੇਕਿਨ 2 ਜਾਂ 3 ਧੁੱਪਾਂ ਲੱਗਣ ਦੀ ਮਾਰ ਆ ਸਬਜ਼ਾ। ਠੀਕ ਹੈ ਨਾ? ਔਰ ਐਸੇ ਇੰਜ ਸੁੱਕਦੇ ਨੇ ਕਿ ਜ਼ਰਾ ਕੋਈ ਤੇਜ਼ ਧੁੱਪ ਲੱਗ ਜਾਏ ਤੇ ਅੱਗ ਵੀ ਭੜਕ ਪੈਂਦੀ। ਪਤਾ ਪਿਛਲੇ 2-3 ਸਾਲਾਂ 'ਚ ਕਿੰਨੀ ਵਾਰੀ ਅੱਗ ਲੱਗੀ ਕੈਲੀਫੋਰਨੀਆ ਦੇ ਵਿੱਚ? ਠੀਕ ਹੈ ਨਾ? ਬੜੀ ਨਿਊਜ਼ ਬਣਦੀ ਹੈ। ਯਾਨੀ ਉਹ ਲੋਕ ਇੰਜ ਦੇ ਨੇ ਕਿ ਇੰਜ ਲੱਗਦਾ ਵੇ ਕਿ ਜਿਵੇਂ ਦਸੰਬਰ ਤੋਂ ਲੈ ਕੇ ਤੇ ਫਰਵਰੀ ਤੱਕ ਨਾ ਫੁੱਲ ਪਾਰਟੀਆਂ ਤੇ ਗੱਡੀਆਂ ਤੇ ਮਾਰ ਆਪਣਾ ਜਨਾਬ ਡਾਂਸ ਤੇ ਖਾਣਾ ਤੇ ਪੀਣਾ ਤੇ ਦਾਵਤਾਂ ਤੇ ਮਾਰ ਆਪਣਾ ਸ਼ਬਾਬ ਤੇ ਕਬਾਬ ਤੇ ਸ਼ਰਾਬ, ਮਤਲਬ ਸਾਰਾ ਕੁਝ ਚੱਲਣ ਡਿਆ ਵੇ। ਤੇ ਅਸੀਂ ਕਹਿੰਦੇ ਕਿ ਯਾਰ ਹੈ ਮਤਲਬ ਕਿਹੋ ਜਿਹੇ ਲੋਕ ਨੇ, ਇਹਨਾਂ ਦੇ ਕੋਲ ਹਰ ਸ਼ੈ ਮੁਹੱਈਆ, ਹਰ ਚੀਜ਼ ਇਹਨਾਂ ਦੇ ਕੋਲ ਅਫਰਾਦ ਦੇ ਨਾਲ, ਸਾਡੇ ਕੋਲ ਹੈ ਕੋਈ ਨਹੀਂ। ਸਾਨੂੰ ਵਕਤ ਪਿਆ ਹੁੰਦਾ ਹੈ ਕਿ ਜਨਾਬ ਅਗਲਾ ਮਹੀਨਾ ਕਿੱਧਰ ਨੂੰ ਕੱਢਣਾ, ਇੰਜ ਨੂੰ ਕੀ ਕਰਨਾ, ਅੱਗੇ ਕੀ ਕਰਨਾ ਵੇ। ਸੋ ਦਿਸ ਇਜ਼ ਉਹ ਜਿਹੜਾ ਨਾ ਸਿਚੁਏਸ਼ਨ ਦੇ ਵਿੱਚ। ਲੇਕਿਨ ਜ਼ਬੂਰ ਨੂੰ ਇਸ ਕੀ ਕਹਿ ਰਿਹਾ ਕਿ ਉਹ ਘਾਸ ਕੀ ਤਰ੍ਹਾਂ 1-2 ਧੁੱਪਾਂ ਲੱਗਣੀਆਂ ਨਾ ਤੇ ਬਸ ਗਏ, ਖਾ ਜਾਏਂਗੇ, ਕਾਟ ਡਾਲੇ ਜਾਏਂਗੇ। ਠੀਕ ਹੈ ਜੀ? ਇਹ ਤਾਂ ਹੋ ਗਿਆ ਕਿ ਤੂੰ ਨਾ ਕਰ। ਇੱਕ ਕੋਰੜਾ ਕੀ ਕਹਿੰਦਾ ਨਾ ਕਰ, 7ਵੀਂ 8ਵੀਂ ਆਇਤ ਵਿੱਚ ਕੀ ਹੈ? ओके, हाँ, 7वीं आयत, तीसरा पार्ट लिखा है कि उस आदमी के सबब से जो अपनी, खुदा की राह नहीं, अपनी राह में, अपनी सोच में कामयाब होता है और बुरे मंसूबों को अंजाम देता है, बेजार ना हो। अगेन, डू नॉट वरी, डू नॉट हर्ट योरसेल्फ, कोड ना, बेजार ना हो। 8वीं आयत, कहर से बाज आ और गजब को छोड़ दे, बेजार ना हो, इससे बुराई ही निकलती है। क्यों? क्योंकि बद किरदार काट डाले जाएंगे। अगेन तुम वेख्या ਜਿਹੜਾ ਥੀਮ ਪਹਿਲੀ ਆਇਤ ਦੇ ਵਿੱਚ ਸੇਮ ਥੀਮ ਜਿਹੜਾ ਵੇ ਰਿਪੀਟ ਹੋਇਆ ਵੇ 8ਵੀਂ ਆਇਤ ਦੇ ਵਿੱਚ, 7ਵੀਂ 8ਵੀਂ ਆਇਤ ਦੇ ਵਿੱਚ। ਓਕੇ ਜੀ? ਸੋ ਇਹਦੇ ਬਜਾਏ ਕੀ ਕਰ? ਇਹਦੇ ਬਜਾਏ ਕਰ ट्रस्ट एंड रिजॉइस इन गॉड। ठीक है? तीसरी आयत कह रही है खुदावंद पर तवक्कल कर, भरोसा किहदे ते रख? खुदावंद पर, और नेकी कर। तो ਤੁਹਾਨੂੰ ਯਾਦ ਹੈ ਸਾ ਪਿਛਲੇ ਜ਼ਬੂਰ ਵਿੱਚ ਪੜ੍ਹਿਆ ਸੀ, ਜ਼ਬੂਰ 36 ਦੇ ਵਿੱਚ, ਕਿ sin of omission and sin of commission। omission ਦਾ ਮਤਲਬ ਹੈ ਵੇ ਕਿ ਐਸਾ ਗੁਨਾਹ ਕਿ ਜਿਹੜਾ ਸਾਨੂੰ ਨਹੀਂ ਕਰਨਾ ਚਾਹੀਦਾ, ਅਸੀਂ ਹੋ ਜਾਂਦਾ ਸਾਡੇ ਕੋਲੋਂ, ਅਸੀਂ ਕਰ ਲੈਂਦੇ ਹਾਂ। ਇੱਕ ਹੁੰਦਾ ਵੇ ਕਿ ਜਿਹੜਾ ਸਾਨੂੰ ਕਰਨਾ ਚਾਹੀਦਾ ਅਸੀਂ ਨਹੀਂ ਕਰਦੇ, ਉਹ ਵੀ ਗੁਨਾਹ ਹੈ। ਜਿਵੇਂ ਜੋ ਭਲਾਈ ਕਰਨਾ ਜਾਣਦਾ ਹੈ ਔਰ ਨਹੀਂ ਕਰਤਾ, ਉਹਦੇ ਲਈ ਵੀ ਕੀ ਹੋ? ਗੁਨਾਹ ਹੈ। ਸੋ ਦੋਵੇਂ ਚੀਜ਼ਾਂ ਆ ਗਈਆਂ। ਠੀਕ ਹੈ ਕਿ ਨਾ? ਅੱਛਾ, ਇੱਥੇ ਕਹਿ ਰਿਹਾ ਜੀ ਖੁਦਾਵੰਦ ਪਰ ਕੀ ਕਰ? ਤਵੱਕਲ ਕਰ ਔਰ ਨੇਕੀ ਕਰ।
मुल्क में आबाद रहे और उसकी वफादारी से परवर सारे डूज आ रहे हैं डोंट खत्म हो गए साढ़े पास डूज से आ गए हम करना की है ਉਹਦੇ ਬਾਅਦ ਚੌਥੀ ਆਇਤ ਹੈ ਖੁਦਾਵੰਦ में ਮਸਰੂਰ ਰਹਿ ਔਰ ਉਹ ਤੇਰੇ ਦਿਲ ਕੀ ਮੁਰਾदें ਪੂਰੀ ਕਰੇਗਾ ਲਓ ਜੀ ਇਹ ਲਫ਼ਜ਼ ਦੇ ਵਿੱਚ ਜਿੱਥੇ ਨਾ ਇੱਥੇ ਅੰਡਰਲਾਈਨ ਕਰਕੇ ਸੁਣਨ ਡਏ ਨੇ ਜਾਂ ਪੜਨ ਡਏ ਨੇ ਮੁਰਾਦ ਦਿਲ ਤੇਰੇ ਦਿਲ ਕੀ ਮੁਰਾदें ਉੱਥੇ ਤੁਹਾਡੇ ਦਿਲ ਦੀ ਜੋ ਮੁਰਾਦ ਹੈ ਨਾ ਉਹਨੂੰ ਮਾਰਕ ਕਰ ਦਿਓ ਜਾਂ ਉਹਨੂੰ ਲਿਖ ਦਿਓ ਕਿ ਜੀ ਇਹ ਮੇਰੇ ਦਿਲ ਦੀ ਮੁਰਾਦ ਹੈ ਇਹ ਪੂਰੀ ਹੋਣੀ ਚਾਹੀਦੀ ਹੈ ਵੈਦਰ ਇਟਸ ਅ ਫਾਈਨੈਂਸ਼ੀਅਲ ਐਜੂਕੇਸ਼ਨਲ ਰਿਲੇਸ਼ਨਲ ਇਮੀਗ੍ਰੇਸ਼ਨ ਵਾਟਐਵਰ ਜੋ ਦਿਲ ਦੀ ਮੁਰਾਦ ਹੈ ਜ਼ਬੂਰ ਨਵੀਸ ਕਹਿ ਰਿਹਾ ਜੀ ਕਿ ਤਵੱਕਲ ਟਰਸਟ ਰੱਖ ਖੁਦਾ ਦੇ ਉੱਤੇ ਔਰ ਖੁਦਾਵੰਦ ਦੇ ਵਿੱਚ ਕੀ ਰਹਿ ਮਸਰੂਰ ਰਹਿ ਉਫਰਾ ਵਿਨਫਰੀ ਸਾਡੇ ਇੱਥੇ ਅਮਰੀਕਾ ਦੇ ਵਿੱਚ ਬੜੀ ਮਸ਼ਹੂਰ ਹੈ ਅਫਰੀਕਨ ਅਮਰੀਕਨ ਲੇਡੀ ਉਹਦਾ ਬੜਾ ਸ਼ੋਅ ਬੜਾ ਪੁਰਾਣਾ ਚੱਲਦਾ ਵੇ ਕਾਈਂਡ ਆਫ ਅ ਸੈਲੈਬ੍ਰਿਟੀ ਲੇਡੀ ਹੈ ਉਹਨੂੰ ਇੱਕ ਇੰਟਰਵਿਊ ਵਿੱਚ ਪੁੱਛਿਆ ਗਿਆ ਕਿ ਜੀ ਉਫਰਾ ਜਿਹੜਾ ਨਾ ਤੇਰਾ ਬਾਈਬਲ ਦੇ ਵਿੱਚੋਂ ਸਾਰਿਆਂ ਨਾਲ ਫੇਵਰਟ ਵਰਸ ਕਿਹੜੀ ਹੈ ਉਫਰਾ ਵਿਨਫਰੀ ਨੇ ਜ਼ਬੂਰ 37 ਦੀ ਚੌਥੀ ਆਇਤ ਕੋਟ ਕਰ ਦਿੱਤੀ ਆਂਦੇ ਜੀ ਮੇਰੀ ਬਾਈਬਲ ਦੇ ਵਿੱਚ ਸਾਰਿਆਂ ਨਾਲ ਬੜੀ ਨਾ ਫੇਵਰਟ ਆਇਤ ਉਹ ਸਾਮ 37 ਵਰਸ 4 ਹੈ ਅੱਛਾ ਲੇਕਿਨ ਉਹਨੇ ਉਹਨੂੰ ਅੱਧੀ ਆਇਤ ਪੜ੍ਹੀ ਸਿਰਫ ਉਹ ਕਹਿੰਦੇ ਜੀ ਕਿ ਡਿਲਾਈਟ ਜਿਹੜਾ ਖੁਦਾ ਕਹਿੰਦਾ ਕਿ ਡਿਲਾਈਟ ਰਵੋ ਆਈ ਲਵ ਦਿਸ ਵਰਡ ਡਿਲਾਈਟ ਤੇ ਫਿਰ ਜੌਨ ਪਾਈਪਰ ਜਿਹੜੇ ਨੇ ਸਾਡੇ ਇੱਕ ਹੋਰ ਰਿਫਾਰਮ ਮੇਰੇ ਸੈਮਨਰੀ ਤੋਂ ਜਿੱਥੋਂ ਮੈਂ ਪੜ੍ਹਿਆ ਫੁੱਲਰ ਦੇ ਵਿੱਚੋਂ ਇੱਥੋਂ ਹੀ ਗ੍ਰੈਜੂਏਟ ਹੋਏ ਨੇ ਜੌਨ ਪਾਈਪਰ ਬੜਾ ਮਸ਼ਹੂਰ ਅਮਰੀਕਨ ਮੁਬਲਗ ਹੈ ਜੌਨ ਪਾਈਪਰ ਜਿਹੜਾ ਵੇ ਉਹਨੂੰ ਕਿਸੇ ਨੇ ਪੁੱਛਿਆ ਜੀ ਕਿ ਜੇ ਉਫਰਾ ਵਿਨਫਰੀ ਜਿਹੜੀ ਹੈ ਉਹਨੇ ਆਇਤ ਕੋਡ ਕੀਤੀ ਹੈ ਲੇਕਿਨ ਤੁਸੀਂ ਇਹਨੂੰ ਆਇਤ ਨੂੰ ਕਿਵੇਂ ਬਿਆਨ ਕਰਦੇ ਕਿਉਂਕਿ ਉਫਰਾ ਵਿਨਫਰੀ ਜਿਹੜੀ ਹੈ ਉਹਨੇ ਇਹਨੂੰ ਕਿਸੇ ਹੋਰ ਤਰੀਕੇ ਨਾਲ ਕੋਡ ਕੀਤਾ ਵੇ ਉਹ ਕਹਿੰਦਾ ਜੀ ਕਿ ਪਹਿਲੀ ਗੱਲ ਤਾਂ ਹੈ ਕਿ ਮੈਂ ਉਸ ਔਰਤ ਦੀ ਜਿਹੜੀ ਇੰਟੈਲੀਜੈਂਸੀ ਹੈ ਔਰ ਔਰਤ ਜਿਵੇਂ ਡੀਲ ਕਰਦੀ ਹੈ ਆਪਣੇ ਪ੍ਰੋਗਰਾਮ ਨੂੰ ਆਈ ਰੀਅਲੀ ਐਪਰੀਸ਼ੀਏਟ ਦੈਟ ਔਰ ਉਹਨੇ ਜਨਾਬ ਬਾਈਬਲ ਦੀ ਆਇਤ ਨੂੰ ਐਡੀ ਦੁਨੀਆ ਵਹਿੰਦੀ ਹੈ ਕਿ ਮਿਲੀਅਨ ਲੋਕ ਉਹਨੇ ਬਾਈਬਲ ਨੂੰ ਕੋਡ ਕੀਤਾ ਵੇ ਲੇਕਿਨ ਪ੍ਰੋਬਲਮ ਕੀ ਹੈ ਪ੍ਰੋਬਲਮ ਇਹ ਵੇ ਕਿ ਉਹਨੇ ਆਇਤ ਨੂੰ ਗਲਤ ਪਰਸਪੈਕਟਿਵ ਵਿੱਚ ਕੋਡ ਕੀਤਾ ਵੇ ਉਹਨੇ ਇਹ ਨਹੀਂ ਕਿਹਾ ਕਿ ਮਸਰੂਰ ਤੇ ਰਹਿ ਲੇਕਿਨ ਕਿਹਦੇ ਵਿੱਚ ਰਹਿ ਉਹਨੇ ਉਹਨੂੰ ਜੋੜਤਾ ਕਿ ਜੀ ਦੁਨੀਆ ਦੇ ਸਾਰੇ ਮਜ਼ਾਹਿਬ ਸਾਰੇ ਰਿਲੇਟਿਵਿਜ਼ਮ ਹੈ ਉਹ ਵੀ ਕਹਿੰਦਾ ਇੰਜ ਉਹ ਵੀ ਕਹਿੰਦਾ ਇੰਜ ਤੇ ਬਾਈਬਲ ਵੀ ਇੰਜ ਕਹਿੰਦੀ ਹੈ ਇਸ ਲਈ ਇੰਜ ਸਾਰੇ ਇੱਕੋ ਜਿਹੇ ਇਹਨਾਂ ਨੇ ਕਿਹਾ ਨੋ ਇੱਥੇ ਕਿਹਾ ਗਿਆ ਖੁਦਾਵੰਦ ਔਰ ਖੁਦਾਵੰਦ ਜਿਹੜਾ ਲਫ਼ਜ਼ ਆਇਆ ਵੇ ਦੈਟ ਇਜ਼ ਲਾਰਡ ਇਹਦਾ ਮਤਲਬ ਹੈ ਯਹੋਵਾ ਮੇ ਮਸਰੂਰ ਰਹਿ ਨਾਟ ਇਨ ਐਨੀਥਿੰਗ ਐਲਸ ਸਾਡਾ ਪ੍ਰੋਬਲਮ ਹੈ ਵੇ ਕਿ ਅਸੀਂ ਜਿਹੜੇ ਆ ਅਸੀਂ ਹੇਅਰ ਐਂਡ ਦੇਅਰ ਐਂਡ ਅਸੀਂ ਜਿਹੜੇ ਨਾ ਅਸੀਂ ਪਾਰਟੀਆਂ ਦੇ ਵਿੱਚ ਔਰ ਫੈਲੋਸ਼ਿਪ ਦੇ ਵਿੱਚ ਔਰ ਬਾਕੀ ਲੋਕਾਂ ਜਿਹੜੀਆਂ ਐਕਸਟਰਨਲ ਚੀਜ਼ਾਂ ਨੇ ਅਸੀਂ ਉਹਨਾਂ ਦੇ ਵਿੱਚ ਮਸਰੂਰ ਰਹਿਣ ਦੀ ਕੀ ਕਰਨੇ ਆ ਕੋਸ਼ਿਸ਼ ਕਰਨੇ ਆ ਇਸ ਲਈ ਉਹ ਸ਼ੈਲੋ ਹੁੰਦੀਆਂ ਨੇ ਉਹਨਾਂ ਦੇ ਅੰਦਰ ਲਾਈਫ ਨਹੀਂ ਹੁੰਦੀ ਦੇ ਆਰ ਲਾਈਫਲੈਸ ਕਿਉਂਕਿ ਇੱਕ ਤੋਂ ਬਾਅਦ ਦੂਜੀ ਤੋਂ ਬਾਅਦ ਤੀਜੀ ਤੋਂ ਬਾਅਦ ਚੌਥੀ ਯਾਨੀ ਅਸੀਂ ਉਹ ਚੂਕੇ ਸੈਟਿਸਫਾਈ ਨਹੀਂ ਕਰਦੀਆਂ ਇਸ ਲਈ ਐਵਰੀ ਵੀਕ ਪਾਰਟੀਆਂ ਨੂੰ ਪਾਰਟੀ ਚਾਹੀਦੀ ਹੈ ਜਿਵੇਂ ਸ਼ਰਾਬੀ ਨੂੰ ਹਰ ਰੋਜ਼ ਸ਼ਰਾਬ ਚਾਹੀਦੀ ਹੈ ਇਸੇ ਤਰ੍ਹਾਂ ਕੁਝ ਲੋਕ ਨੇ ਜਿਹੜੇ ਟੌਕਸਿਕ ਹੁੰਦੇ ਨੇ ਜਿਨ੍ਹਾਂ ਨੂੰ ਕੋਈ ਨਾ ਕੋਈ ਗੈਦਰਿੰਗ ਕੋਈ ਨਾ ਕੋਈ ਉਹਨਾਂ ਨੂੰ ਕੋਈ ਨਾ ਕੋਈ ਠਾਠੀਆ ਚਾਹੀਦਾ ਹੀ ਹੁੰਦਾ ਵੇ ਇਸ ਲਈ ਉਹ ਹਰ ਵਿੱਚ ਕੋਈ ਨਾ ਕੋਈ ਕੰਮ ਲੱਭਦੇ ਰਹਿੰਦੇ ਨੇ ਕਿ ਯਾਰ ਇੱਥੇ ਕਿੱਲੇ ਪਾਰਟੀ ਹੋ ਜਾਏ ਇੱਥੇ ਕਿੱਲੇ ਗੈਦਰਿੰਗ ਹੋ ਜਾਏ ਇੱਥੇ ਕਿੱਲੇ ਕੁਛ ਹੋ ਜਾਏ ਨਾ ਹੋਏ ਤੇ ਆਪ ਹੀ ਬੁਲਾ ਲੈਣਗੇ ਆਜੋ ਕਰ ਲਈਏ ਕੋਈ ਰੀਜ਼ਨ ਨਾ ਹੋਏ ਤੇ ਉਂਝ ਹੀ ਕਹਿਣਗੇ ਆਓ ਚਲੋ ਰਲ ਕੇ ਬਹਿ ਜਾਈਏ मतलब देयर शुड बी अ रीजन मसरूर किदे विच रहे खुदावंद में क्या रहे मसरूर रहे और वो तेरे दिल की क्या करेगा मुरादें पूरी करेगा उसी पर तवक्कल कर टोटल डिपेंडेंस जी है ना वो किदे ते होनी चाहिए खुदा ते होनी चाहिए मैं अगे चौहान साहब नूं दसन दिया कि मेरे एक दोस्त ने पादरी साहब ਅਮਰੀਕਨ ਪਾਦਰੀ ਆ ਤੁਹਾਨੂੰ ਪਤਾ ਅਮਰੀਕਨ ਪਾਦਰੀਆਂ ਤੋਂ ਮੁਰਾਦ ਹੈ ਵੇ ਕਿ ਤੁਹਾਡੇ ਕੋਲ ਘਰ ਵੀ ਹੈ ਵੇ ਤੁਹਾਡੇ ਕੋਲ ਜਨਾਬ ਮੰਥਲੀ ਚੈੱਕ ਵੀ ਆ ਰਿਹਾ ਵੇ ਤੁਹਾਡੇ ਜਨਾਬ ਤੁਹਾਡੀ ਗ੍ਰੈਜੂਏਟੀ ਵੀ ਬਣਨ ਰਹੀ ਹੈ ਤੁਹਾਡੀ ਪੈਨਸ਼ਨ ਵੀ ਬਣਨ ਰਹੀ ਹੈ ਮਤਲਬ ਯੂਅਰ ਲਾਈਫ ਇਜ਼ ਸਿਕਿਉਰ ਤੂੰ ਆ 60 ਸਾਲ 65 ਦੀ ਉਮਰ 'ਚ ਰਿਟਾਇਰ ਹੋਣਾ ਵੇ ਤੇ ਜਨਾਬ ਤੁਹਾਡੀ ਜੋ ਮਰਜ਼ੀ ਕਰੋ ਤੁਹਾਡੇ ਪੈਸਾ ਵੀ ਆ ਰਿਹਾ ਹਰ ਚੀਜ਼ ਆ ਰਹੀ ਮਤਲਬ ਇਹ ਪ੍ਰੋਬਲਮ ਕੋਈ ਨਹੀਂ ਹੈ ਮੈਨੂੰ ਕਹਿੰਦਾ ਵੇ ਕੈਨ ਆਈ ਆਸਕ ਯੂ ਸਮਥਿੰਗ ਮੈਂ ਕਿਹਾ ਯੈਸ ਸ਼ੋਰ ਗੋ ਅਹੈਡ ਆਂਦਾ ਜੀ ਵਾਟ ਇਜ਼ ਯੂਰ ਸੈਕੰਡ ਜੌਬ ਸਾਡੇ ਆਪਣੇ ਚਰਚ ਦਾ ਇੱਕ ਮੈਂਬਰ ਮੈਨੂੰ ਕਹਿੰਦਾ ਪਾਰੀ ਸਾਹਿਬ ਤੁਸੀਂ ਸਿਰਫ ਪਾਦਰੀ ਹੋਈ ਹੋ ਨਾ ਹੋਰ ਤਾਂ ਨਹੀਂ ਕੁਝ ਕਰਦੇ ਮੈਂ ਕਿਹਾ ਨਹੀਂ ਯਾਰ ਮੈਂ ਸਿਰਫ ਪਾਦਰੀ ਹੋਈ ਹਾਂ ਮੈਂ 15-20 ਸਾਲਾਂ ਤੋਂ ਹੋਰ ਮੈਨੂੰ ਕੁਝ ਨਹੀਂ ਆਉਂਦਾ ਨਾ ਮੈਂ ਕੁਝ ਕੀਤਾ ਤੇ ਮੈਂ ਉਹਨੂੰ ਕਿਹਾ ਬੜਾ ਪਾਦਰੀ ਅਮਰੀਕਨ ਪਾਦਰੀ ਸੀ ਮੈਨੂੰ ਕਿਹਾ ਯਾਰ ਗੱਲ ਸਿਰਫ ਇੰਨੀ ਕੁ ਹੈ ਕਿ ਅਗਰ ਤੂੰ ਮੈਨੂੰ ਪੁੱਛਣ ਡਿਆ ਨਾ ਕਿ ਮੇਰੀ ਸੈਕੰਡ ਜੌਬ ਕੀ ਹੈ ਮਤਲਬ ਅਗਰ ਤੂੰ ਇਹ ਪੁੱਛਣਾ ਚਾਹ ਰਿਹਾ ਮੈਂ ਕਿ ਮੈਨੂੰ ਮਹੀਨੇ ਦੇ ਮਹੀਨੇ ਕੋਈ ਪੇ ਚੈੱਕ ਮਿਲਦਾ ਤੇ ਮੈਂ ਕਿਹਾ ਯਾਰ ਪੇ ਚੈੱਕ ਕੀ ਹੁੰਦਾ ਮੈਨੂੰ ਤਾਂ ਨਹੀਂ ਪਤਾ ਮੈਨੂੰ ਇੰਨਾ ਪਤਾ ਵੇ ਕਿ ਪਿਛਲੇ 10-15 ਸਾਲਾਂ ਤੋਂ ਮੈਂ ਟੋਟਲ ਡਿਪੈਂਡੈਂਸੀ ਦੇ ਨਾਲ ਖੁਦਾ 'ਤੇ ਭਰੋਸਾ ਰੱਖ ਕੇ ਮੈਂ ਲਾਈਫ ਗੁਜ਼ਾਰਨ ਡਿਆ ਵਾਂ ਖਿਦਮਤ ਕਰਨ ਡਿਆ ਵਾਂ
ਔਰ ਖੁਦਾ ਕਿੱਥੋਂ ਕਿਸ ਤਰੀਕੇ ਨਾਲ ਲੋਕੀ ਕਨੈਕਟ ਕਰਦਾ, ਕਿਹਦੇ ਦਿਲ 'ਚ ਖੁਦਾ ਪਾਉਂਦਾ, ਕਿਹਦੇ ਦਿਲ 'ਚ ਨਹੀਂ ਪਾਉਂਦਾ। ਮੈਂ ਆਖਿਆ ਮੈਨੂੰ ਮਹੀਨੇ ਦੇ ਮਹੀਨੇ ਤਾਂ ਨਹੀਂ, ਪਰ ਮੈਨੂੰ ਹਫਤੇ ਦੇ ਹਫਤੇ, ਕਈ ਵਾਰੀ ਹਫਤੇ 'ਚ 2 ਵਾਰੀ, ਕਈ ਵਾਰੀ 3 ਵਾਰੀ, ਕਦੀ ਪੂਰਾ ਮਹੀਨਾ ਹੀ ਕਾਊਂਟ ਕਰ ਲਈਏ। ਤੇ ਮੈਂ ਕਿਹਾ ਇਸ ਲਈ ਮੈਂ ਇਹਦੀ ਕਦੀ ਪਰਵਾਹ ਨਹੀਂ ਕਰਦਾ ਕਿ ਮੇਰਾ ਪੇ ਚੈੱਕ ਕਿੱਥੋਂ ਆ ਰਿਹਾ ਕਿੱਥੋਂ ਨਹੀਂ ਆ ਰਿਹਾ। ਕਿਉਂ? ਕਿਉਂਕਿ ਮੇਰੀ ਹਰ ਜ਼ਰੂਰਤ ਨੂੰ ਅਮਰੀਕਾ 'ਚ ਰਹਿੰਦਿਆਂ ਹੋਇਆਂ ਔਰ ਪਾਕਿਸਤਾਨ ਦੇ ਵਿੱਚ ਵੀ ਖੁਦਾ ਨੇ ਅਬੰਡੈਂਟਲੀ ਔਰ ਪਤਾ ਨਹੀਂ ਕਿਹੜੇ ਕਿਹੜੇ ਰਿਸੋਰਸਿਸ ਤੋਂ ਪੂਰਾ ਕੀਤਾ ਵੇ। और मेरा टोटल भरोसा खुदा पे एंड आई एम अ लिविंग एग्जाम्पल ऑफ दिस फेथफुलनेस। खुदाउन पर तवक्कल कर और उसमें क्या रहा है, मसरूर रहे, अपनी राह खुदाउन पर छोड़ दे, उस पर तवक्कल कर, वही सब कुछ करेगा। ते so that's how God work। Actually you have to be total dependent upon him। लेकिन वो किदों होएगा? when you are called। if you are not called फिर बंदा इधर उधर खांचे मारदा, इधर उधर ये करदा, उधर ये करदा। एनीवे जी चौहान साहब, मैं ਤੁਹਾਡੀ ਗੱਲ ਤੋਂ ਮੈਨੂੰ ਜ਼ਿਹਨ ਚ ਆਇਆ ਜਿਹੜਾ ਤੀਸਰਾ ਹਿੱਸਾ ਹੈ ਇਹਦੇ ਚ ਇਸ ਚੀਜ਼ ਨੂੰ ਕਿਹਾ ਗਿਆ ਜਿਹੜੀ ਤੁਸੀਂ ਹੁਣੇ ਐਕਸਪਲੇਨ ਕੀਤੀ ਹੈ। ਹਾਂਜੀ ਗਾ ਕੇ ਸੁਣਾਓ। ਇਹ ਸਾਰਿਆਂ ਲੋਕਾਂ ਤੇ ਜਿਹੜੇ ਖੁਦਾ ਦੇ ਲੋਕ ਨੇ ਉਹਨਾਂ ਵਾਸਤੇ ਇੱਕ ਪ੍ਰੋਮਿਸ ਹੈ ਤੇ ਤੁਸੀਂ ਇਹਦੇ ਧੁਨ ਮੈਂ ਸੁਣਾਣਾ। एक मिनट देना मैनू। सो जी धुन इस तरह। दीनदारां दे दिन जानदा है खुदावन पा खुदा, दीनदारां दे दिन जानदा है खुदावन पा खुदा, जो है दीनदारां दी मिरास हो रहेगी सदा, जो है दीनदारां दी मिरास हो रहेगी सदा, दीनदारां दे दिन जानदा है खुदावन पा खुदा। मुसीबत दुख दे वेले ओ न शर्म उठावणगे, मुसीबत दुख दे वेले ओ न शर्म उठावणगे, ओ काल ते और दे समय विच रजाए जावणगे, ओ काल ते और दे समय विच रजाए जावणगे, दीनदारां दे दिन जानदा है खुदावन पा खुदा। ਇਹ ਜਿਹੜੀ ਗੱਲ ਅਸਲ 'ਚ ਮੈਨੂੰ ਸਟ੍ਰਾਈਕ ਕੀਤੀ ਉਹ ਇਹ ਹੈ ਕਿ ਉਹ ਕਾਲ ਤੇ ਔਰ ਦੇ ਸਮੇਂ ਵਿੱਚ ਰਜਾਏ ਜਾਵਣਗੇ, ਜਿਹੜੇ ਜਿੱਥੇ ਬਾਕੀ ਸਾਰੇ ਜਿਹੜੇ ਨੇ ਉਹ ਮੁਸ਼ਕਿਲ 'ਚ ਹੋਣ, ਖੁਦਾ ਆਪਣੇ ਲੋਕਾਂ ਨੂੰ ਉਸ ਕਾਲ ਦੇ ਟਾਈਮ ਤੇ ਮੁਸ਼ਕਿਲ ਦੇ ਵਕਤ ਵੀ ਦਿੰਦਾ। ਔਰ ਇਹਦੀਆਂ ਕਿੰਨੀਆਂ ਮਿਸਾਲਾਂ ਨੇ, ਜਿਸ ਤਰ੍ਹਾਂ ਏਲੀਆ ਨਬੀ ਨੂੰ ਘੱਲਿਆ ਗਿਆ ਇੱਕ ਬੇਵਾ ਦੇ ਘਰ ਤਾਂ ਕਿ ਉਹ ਉੱਥੇ ਉਹਦੇ ਵਾਸਤੇ ਔਰ ਉਹਦੇ ਬੱਚੇ ਵਾਸਤੇ ਦੁਆ ਕਰੇ, ਔਰ ਉਹਦੇ ਘਰੋਂ ਕਿਹਾ ਕਿ ਨਾ ਤੇਰੇ ਘਰੋਂ ਆਟਾ ਖਤਮ ਹੋਏਗਾ ਮਟਕੇ ਚੋਂ ਤੇ ਨਾ ਹੀ ਤੇਲ ਕੁੱਪੀ ਚੋਂ ਖਤਮ ਹੋਏਗਾ। ਬਿਲਕੁਲ ਬਿਲਕੁਲ। ਸੋ ਜੀ ਹਾਂਜੀ ਚੌਹਾਨ ਸਾਹਿਬ ਗੋ ਹੈਡ। ਦੂਸਰਾ ਇਸੇ ਤਰ੍ਹਾਂ ਇਸੇ ਗੱਲ ਦੇ ਉੱਤੇ ਜਿਹੜਾ ਦੂਸਰਾ ਜ਼ਬੂਰ ਹੈ ਇਹਦਾ ਚੌਥਾ ਹਿੱਸਾ ਉਹ ਇਸ ਤਰ੍ਹਾਂ ਹੈ ਕਿ ਜ਼ਮੀਨ ਦੇ ਵਾਰਿਸ ਹੋਵਣਗੇ ਮੁਬਾਰਕ ਅੱਲਾ ਦੇ। ਇਹ ਵੀ ਪ੍ਰੋਮਿਸ, ਇਹੀ ਵਾਦਾ ਵਚਨ ਉਹਨਾਂ ਵਾਸਤੇ ਹੀ ਹੈ ਜਿਹੜੇ ਖੁਦਾ ਦੇ ਨੇ। ਇਹਦੀ ਵੀ ਧੁਨ ਜਿਹੜੀ ਹੈ ਇਹ ਮੈਂ ਸੁਣਾਣਾ, ਲੇਕਿਨ ਸ਼ੁਕਰ ਹੈ ਕਿ ਇਹ ਅਸੀਂ ਉਹੀ ਗਾਉਂਦੇ ਆ ਰਹੇ ਹਾਂ ਅੱਜ ਤੱਕ ਜਿਹੜੀ ਕਿ ਕਿਤਾਬ 'ਚ ਛਪੀ। ਤੇ ਜ਼ਮੀਨ ਦੇ ਵਾਰਿਸ ਹੋਵਣਗੇ ਮੁਬਾਰਕ ਅੱਲਾ ਦੇ, ਪਰ ਜਿਨ੍ਹਾਂ ਉੱਤੇ ਲਾਨਤ ਹੈ ਉਹ ਕੱਟੇ ਜਾਵਣਗੇ। ਯਹੋਵਾ ਕਾਇਮ ਰੱਖਦਾ ਹੈ, ਯਹੋਵਾ ਕਾਇਮ ਰੱਖਦਾ ਹੈ ਨੇਕ ਮਰਦ ਦੇ ਕਦਮਾਂ ਨੂੰ, ਨੇਕ ਮਰਦ ਦੇ ਕਦਮਾਂ ਨੂੰ। ਯਹੋਵਾ ਕਰਦਾ ਹੈ ਪਸੰਦ ਨੇਕ ਮਰਦ ਦੇ ਰਾਹਾਂ ਨੂੰ। ਜ਼ਮੀਨ ਦੇ ਵਾਰਿਸ ਹੋਵਣਗੇ ਮੁਬਾਰਕ ਅੱਲਾ ਦੇ। ਵੈਰੀ ਗੁੱਡ, ਥੈਂਕ ਯੂ। ਵੇਖਿਆ ਇੱਕ ਚੀਜ਼ ਨੋਟ ਕੀਤੀ ਹੈ, ਤਰਜਮਾ ਕਰਨ ਵਾਲਿਆਂ ਨੇ ਇੱਥੇ ਲਫ਼ਜ਼ ਅੱਲਾ ਯੂਜ਼ ਕੀਤਾ ਵੀ, ਜ਼ਮੀਨ ਦੇ ਵਾਰਿਸ ਹੋਣਗੇ ਮੁਬਾਰਕ ਅੱਲਾ। ਇਹਨੂੰ ਕੰਟੈਕਸਚੁਅਲਾਈਜੇਸ਼ਨ ਕਹਿੰਦੇ ਨੇ। ਜਿਵੇਂ ਇੰਡੀਆ ਦੇ ਵਿੱਚ ਪ੍ਰਭੂ ਤਰਜਮਾ ਕੀਤਾ ਗਿਆ ਵੇ, ਐਨਜੀ ਜਿਹੜਾ ਵੇ ਅਸੀਂ ਵੇਖਦੇ ਹਾਂ ਕਿ
ਆਪਣਾ ਗ੍ਰੀਕ ਦੇ ਵਿੱਚ ਜਿਹੜਾ ਵੇ ਉਹਨਾਂ ਨੇ ਜਦੋਂ ਬਾਈਬਲ ਟਰਾਂਸਲੇਟ ਕੀਤੀ ਹੈ ਉਹਨਾਂ ਨੇ ਗ੍ਰੀਕ ਜਿਹੜਾ ਟਰਮ ਸੀ ਉਹਨਾਂ ਨੇ ਮਜ਼ਾਇਆ ਟਰਮ ਯੂਜ਼ ਨਹੀਂ ਕੀਤਾ, ਉਹਨਾਂ ਕਿਰੀਓਸ ਲਫ਼ਜ਼ ਜਿਹੜਾ ਵੇ ਉਹ ਨਾ ਯੂਜ਼ ਕੀਤਾ ਤਾਂ ਕਿ ਜਿਹੜੇ ਉਹ ਸਮਝ ਸਕਣ ਕਿ ਸਾਡੇ ਖੁਦਾ ਦੇ ਬਾਰੇ ਗੱਲ ਹੋਣ ਲਈ। ਸੋ ਦੈਟਸ ਹਾਊ ਵੈਨ ਯੂ ਕੰਟੈਕਸਚੁਅਲਾਈਜ਼ ਲਫ਼ਜ਼ ਯੂਜ਼। ਜਿਵੇਂ ਮੈਂ ਬੜਾ ਅੱਛਾ ਲੱਗਦਾ ਮੈਨੂੰ ਜਦੋਂ ਸਾਡੇ ਜਿਹੜੇ ਇੰਡੀਅਨ ਦੋਸਤ ਭੈਣ ਭਰਾ ਨੇ ਉਹ ਜਿੱਥੇ ਲਫ਼ਜ਼ ਹੈਕਲ ਆਏਗੀ ਜਾਂ ਇਬਾਦਤਖਾਨਾ ਆਏਗਾ ਉੱਥੇ ਲਫ਼ਜ਼ ਮੰਦਰ ਯੂਜ਼ ਕਰਦੇ ਨੇ, ਠੀਕ ਹੈ ਨਾ। ਗੀਤ ਵੀ ਗਾਇਆ ਇੱਕ ਸਾਡੇ ਜਿਹੜੇ ਇੰਡੀਆ ਦੇ ਸਿੰਗਰ ਨੇ ਕਿ ਮੈਂ ਮੰਦਿਰ ਹੂੰ ਤੇਰਾ। ਤੇ ਮੈਂ ਅਕਸਰ ਲੋਕਾਂ ਨੂੰ ਪੁੱਛਣਾ ਵਾ ਕਿ ਜੀ ਅਗਰ ਇਹਨੂੰ ਪਾਕਿਸਤਾਨ ਦੇ ਵਿੱਚ ਤਰਜਮਾ ਕਰੋ ਤੇ ਕੀ ਲੈ ਕੇ ਆਓਗੇ? ਕੀ ਅਸੀਂ ਗਾਵਾਂਗੇ ਕਿ ਮੈਂ ਮਸਜਿਦ ਹੂੰ ਤੇਰੀ? ਨੋਬਡੀ ਕੈਨ ਡੂ ਦੈਟ, ਠੀਕ ਹੈ। ਸੋ that's a challenge of contextualization। ਸੋ ਇੱਕ ਅਲੱਗ ਬਹਿਸ ਹੈ, ਲੇਕਿਨ ਅਸੀਂ ਗੱਲ ਕਰਨ ਰਹੇ ਹਾਂ ਕਿ ਤਰਜਮੇ ਦੇ ਚੁੱਕੇ ਗੱਲ ਹੁੰਦੀ ਸੀ ਪੰਜਾਬੀ ਕੰਟੈਕਸਟ ਵਿੱਚ ਗੱਲ ਕਰਨ ਰਹੇ ਹਾਂ। ਇੰਡੀਅਨ ਕੰਟੈਕਸਟ ਹੋਏ ਭਾਵੇਂ ਪਾਕਿਸਤਾਨੀ ਕੰਟੈਕਸਟ ਹੋਏ, ਜਿਹੜਾ ਮੈਜੋਰਿਟੀ ਹਿੰਦੂ ਮੈਜੋਰਿਟੀ ਮੁਸਲਿਮ ਔਰ ਕ੍ਰਿਸਚਨ ਉਹਦੇ ਵਿੱਚ ਜਿਹੜਾ ਮਾਈਨੋਰਿਟੀ ਰਹਿੰਦੇ ਨੇ, ਇਟਸ ਅ ਬਿਗ ਚੈਲੰਜ ਕਿ ਅਸੀਂ ਕੰਟੈਕਸਚੁਅਲਾਈਜ਼ ਆਪਣੇ ਲੋਕਲਾਈਜ਼ ਉਹਨੂੰ ਕਿਵੇਂ ਕਰੀਏ, ਖੁਦਾ ਦੇ ਕਲਾਮ ਨੂੰ ਉਹਨੂੰ ਟਰਾਂਸਲੇਟ ਕਿਵੇਂ ਕਰੀਏ। ਐਨੀਵੇ ਦੈਟਸ ਅ ਸਾਈਡ ਬਾਰ। ਲੇਕਿਨ ਸੋ ਅਸੀਂ ਆ ਗਏ ਹਾਂ ਜੀ ਜਿਹੜੇ ਨੋਟ ਤੇ ਉਹਨਾਂ ਖਤਮ ਕੀਤਾ ਵੇ ਨਾ ਵਿਰਾਸਤ ਦੇ ਉੱਤੇ ਔਰ ਜ਼ਮੀਨ ਦੀ ਮਲਕੀਅਤ ਦੇ ਉੱਤੇ। That is a powerful as ਜ਼ਬੂਰ ਦੇ ਵਿੱਚ ਜਿਹੜਾ ਦੂਜਾ ਵੱਡਾ ਥੀਮ ਹੈ ਆਫਟਰ ਟਰਸਟਿੰਗ ਗॉड ਐਂਡ ਰਿਲਾਈਂਗ ਟੋਟਲ ਡਿਪੈਂਡੈਂਟ ਅਪਨ ਗॉड, ਉਹ ਵੀ ਵਿਰਾਸਤ ਦਾ। ਔਰ ਵਿਰਾਸਤ ਦੇ ਵਿੱਚ ਤੁਸੀਂ ਵੇਖੋਗੇ ਕਮ ਅਜ਼ ਕਮ 5 ਆਇਤਾਂ ਨੇ ਜਿਹੜੀਆਂ ਇਸ ਵਿਰਾਸਤ ਨੂੰ ਪੇਸ਼ ਕਰਦੀਆਂ ਨੇ। ਜ਼ਬੂਰ ਨੰਬਰ ਦੀ 37 ਦੀ ਆਇਤ ਨੰਬਰ 3 ਅਸੀਂ ਪੜ੍ਹੀਏ, ਮੁਲਕ ਮੇਂ ਆਬਾਦ ਰਹਿ खुदावंद पर तवक्कुल कर और मुल्क में आबाद रहे। विरासत स्टेटस है, इनहेरिटेंस दसी गई है। आयत नंबर 9 जिनको खुदावंद की आस है मुल्क के वारिस होंगे। आयत नंबर 11 लेकिन हलीम मुल्क के वारिस होंगे। आयत नंबर 22 क्योंकि जिनको वो बरकत देता है वो ज़मीन के वारिस होंगे। आयत नंबर 34 जड़ी ये 34 खुदावंद पर आस रख उसी की राह पर चलता रहे, वो तुझे सरफराज करके ज़मीन का वारिस बनाएगा। अच्छा ਇੱਥੋਂ ਜੀ ਮੈਂ ਇੱਕ ਚੀਜ਼ ਸਾਡੇ ਜਿਹੜੇ ਕੰਟੈਕਸਟ ਦੇ ਵਿੱਚ ਨਾ 3 ਜ਼ੇ ਮੈਂ ਹਰੂਫ ਤਹਜੀਦ ਦੀ ਗੱਲ ਅਲਿਫ ਬੇ ਪੇ ਦੀ ਗੱਲ ਕਰਨ ਡਿਆ ਹਾਂ। ਸਾਡੇ ਮੁਹਾਵਰਾ ਵੇ 3 ਚੀਜ਼ਾਂ ਤੋਂ ਦੁਨੀਆ 'ਚ ਫੜੇ ਹੁੰਦੇ ਨੇ, ਉਹ 3 ਜ਼ੇ ਉਹਨੂੰ ਕਿਹਾ ਗਿਆ ਵੇ। ਅਲਿਫ ਬੇ ਪੇ ਨੇ ਦਾਲ ਡਾਲ ਜ਼ੇ, ਉਹਨੂੰ ਕਹਿੰਦੇ ਨੇ ਜੀ ਜ਼ਰ ਜ਼ਮੀਨ ਤੇ ਸਨ। ਯਾਨੀ ਕਹਿੰਦੇ ਨੇ ਜਾਂ ਜ਼ਮੀਨ ਤੇ ਲੋਕੀ ਮਾਰੇ ਜਾਂਦੇ ਨੇ ਫੱਡੇ ਹੁੰਦੇ ਨੇ, ਜਾਂ ਦੌਲਤ ਦੇ ਪਿੱਛੇ ਫੱਡੇ ਹੁੰਦੇ ਨੇ, ਤੇ ਜਾਂ ਕਿਸੇ ਨਾ ਕਿਸੇ ਔਰਤ ਦੇ ਪਿੱਛੇ ਲੜਾਈਆਂ ਹੁੰਦੀਆਂ ਦੁਨੀਆ ਦੇ ਵਿੱਚ। ਸੋ ਦੀਜ਼ ਆਰ 3 ਜ਼ੇ ਜਿਹਨੂੰ ਕਿਹਾ ਗਿਆ ਵੇ। ਔਰ ਮੈਂ ਚੁੱਕਿ ਜ਼ਮੀਨ ਦੀ ਗੱਲ ਅਸੀਂ ਕਰਨ ਰਹੇ ਹਾਂ, ਵਿਰਾਸਤ ਦੀ ਗੱਲ ਕਰਨ ਰਹੇ ਹਾਂ। ਕਈ ਵਾਰੀ ਅਸੀਂ ਚੂੰਕਿ ਪੰਜਾਬੀ ਕਲਚਰ ਦੇ ਵਿੱਚ ਐਗਰੀਕਲਚਰ ਹੈ ਉਹ ਵਾਲਾ ਮਤਲਬ ਜਿੱਥੇ ਜ਼ਮੀਨ ਬੜੀ ਇੰਪੋਰਟੈਂਟ ਚੀਜ਼ ਹੈ, ਜਿਹਨੂੰ ਜ਼ਮੀਨ ਵਾਹਣਾ ਵਾਈ ਬੀਜੀ ਕਰਨਾ, ਧਰਤੀ ਨੂੰ ਮਾਂ ਕਿਹਾ ਗਿਆ ਵੇ, ਸਾਰਾ ਮਤਲਬ ਸਾਡਾ ਕਲਚਰ ਜਿਹੜਾ ਵੇ ਨਾ ਉਹਦੇ ਵਿੱਚ। ਔਰ ਮੈਂ ਵੇਖਿਆ ਵੇ ਕਿ ਕਈ ਵਾਰੀ ਭਰਾਵਾਂ ਦੇ ਵਿੱਚ, ਖਾਨਦਾਨਾਂ ਦੇ ਵਿੱਚ, ਭਾਵੇਂ ਛੋਟਾ ਜਿਹਾ ਘਰ ਹੋਏ ਭਾਵੇਂ ਵੱਡਾ ਘਰ ਹੋਏ, ਭਾਵੇਂ ਜ਼ਮੀਨਾਂ ਹੋਣ, ਇਹਦੀ ਵਜ੍ਹਾ ਤੋਂ ਬੜੀਆਂ ਬੜੀਆਂ ਲੜਾਈਆਂ ਪੈ ਜਾਂਦੀਆਂ ਨੇ। ਬੜੇ ਬੜੇ ਖਾਨਦਾਨ ਲੜ ਪੈਂਦੇ ਨੇ, ਤਬਾਹ ਬਰਬਾਦ, ਕਤਲੋ ਗਾਰਤਗਰੀ ਹੋ ਜਾਂਦੀ ਹੈ, ਲੋਕ ਮਾਰੇ ਜਾਂਦੇ ਨੇ ਜਨਾਬ, ਇਹ ਹੁੰਦਾ ਵੇ। ਲੇਕਿਨ ਮੈਂ ਇੱਕ ਚੀਜ਼ ਜਿਹੜੀ ਮੈਂ ਇਸ ਜ਼ਬੂਰ ਨੂੰ ਪੜ੍ਹਦਾ ਮੇਰੇ ਜ਼ਿਹਨ 'ਚ ਆਉਣ ਡਈ ਸੀ ਕਿ ਤੁਸੀਂ ਵੇਖੋਗੇ ਕਿ ਜਿਹੜੇ ਲੋਕ ਖੁਦਾਵੰਦ ਦੀ ਕੌਲ ਔਰ ਖੁਦਾ ਦੇ ਵਿੱਚ ਮਜ਼ਬੂਤ ਬਣੇ ਹੁੰਦੇ ਨੇ ਨਾ, ਉਹਨਾਂ ਨੂੰ ਜਦੋਂ ਦੁਨਿਆਵੀ ਲਿਹਾਜ਼ ਨਾਲ ਭਾਵੇਂ ਜ਼ਮੀਨ ਹੋਏ, ਭਾਵੇਂ ਜ਼ਰ ਹੋਏ ਤੇ ਭਾਵੇਂ ਜ਼ਨ ਹੋਏ, ਉਹਦੇ ਲਿਹਾਜ਼ ਨਾਲ ਅਗਰ ਉਹ ਚੀਜ਼ ਨੂੰ ਛੱਡ ਕੇ ਡਰੋਪ ਕਰਕੇ ਅਗਰ ਖੁਦਾ ਤੇ ਭਰੋਸਾ ਕਰਕੇ ਖੁਦਾ ਦੇ ਨਾਲ ਚੱਲਣਾ ਸ਼ੁਰੂ ਕਰ ਦੇਣਾ, ਖੁਦਾ ਉਹਨਾਂ ਨਾਲੋਂ ਬਿਹਤਰੀਨ ਚੀਜ਼ਾਂ ਉਹਨਾਂ ਨੂੰ ਜ਼ਿੰਦਗੀ ਦਿੰਦਾ ਵੇ। ਮਤਲਬ that I have seen। ਤੁਸੀਂ ਵੇਖੋਗੇ ਕਿ ਅਗਰ ਉਹ ਇਸ ਪੁਆਇੰਟ ਆਫ ਵਿਊ ਦੇ ਨਾਲ ਕਿ ਅਸਾਂ ਖੁਦਾ ਨੂੰ ਫਾਲੋ ਕਰਨਾ ਵੇ, ਅਸੀਂ ਖੁਦਾ ਦੇ ਲੋਕ ਹਾਂ, ਸਾਡੀ ਗਵਾਹੀ, ਸਾਡੀ ਲਾਈਟ ਠੀਕ ਰਹਿਣੀ ਚਾਹੀਦੀ ਹੈ, ਇਸ ਲਈ ਅਸੀਂ ਆਪਣਾ ਨੁਕਸਾਨ ਕਰਕੇ ਥੋੜ੍ਹੀ ਦੇਰ ਦਾ ਛੋਟੀ ਸ਼ੈ ਵਾਸਤੇ ਅਸੀਂ ਆਪਣੇ ਆਪ ਨੂੰ ਲਹਿਦਾ ਕਰ ਲੈਂਦੇ ਹਾਂ ਇਹਦੇ ਨਾਲੋਂ। ਉਹਦਾ ਰਿਜ਼ਲਟ ਮੈਂ ਵੇਖਿਆ ਵੇ, ਬੜੇ ਬੜੇ ਐਸੇ ਲੋਕ ਵੇਖੇ ਨੇ ਕਿ ਖੁਦਾ ਨੇ ਉਹਨਾਂ ਨੂੰ ਐਸਾ ਸਰਫਰਾਜ਼ ਕੀਤਾ ਵੇ ਕਿ ਜਨਾਬ ਜਿਨ੍ਹਾਂ ਨੂੰ ਤੁਸੀਂ ਉਹ ਆਪਣਾ ਨਿੱਕੀਆਂ ਨਿੱਕੀਆਂ ਪੀਨਟਸ ਦੇ ਆਏ ਹੁੰਦੇ ਹੋ ਨਾ, ਉਹ ਮਗਰੋਂ ਫਿਰ ਗਰਦਨ ਚੁੱਕ ਕੇ ਵੇਂਦੇ ਨੇ ਕਿ ਯਾਰ ਇਹ ਬੰਦਾ ਕਿੱਥੇ ਪਹੁੰਚ ਗਿਆ। यानी खुदा जी आयत ना पढ़िए वो तुझे सरफराज करके सिर्फ जमीन का वारस नहीं बल्कि की करके तेनू इज्जत ऑनर दे के तेनू जनाब कामयाबियां दे के आंदा वे कि खुदा तेनू की करेगा, सरफराज कर देगा। सो दीज आर 5 वर्सेस कि जिहदे विच इनहेरिटेंस जिहड़ी है, मलकीयत जिहड़ी है ओदा जिक्र किया गया है। एक होर पॉइंट मैं ਹੁਣ पढ़दे ਜਦੋਂ ਪੜ੍ਹਨ ਨਾ ਤੁਸੀਂ ਮੇਰੇ ਜ਼ਿਹਨ 'ਚ ਆਈ ਸੀ ਇਹ ਗੱਲ। ਅਸੀਂ ਨਾ ਬਾਅਦ ਲੋਕਾਂ ਜਦੋਂ ਅਸੀਂ ਬੈਠੇ ਨਾ ਮਸੀਹ ਲੋਕ ਅਸੀਂ ਜਦੋਂ, ਤੇ ਤੁਹਾਨੂੰ ਪਤਾ ਅਸੀਂ ਹੱਸਨੇ ਬੜਾ ਵਾ ਪੰਜਾਬੀ ਲੋਕ ਦੀ ਜੁਗਤ, ਉਹਦੇ ਬਾਅਦ ਹਾਸਾ ਤੇ ਮਾਰ ਖੁੱਲਾ ਡੁੱਲਾ ਮਜ਼ਾਕ ਉਡਾਉਣਾ, ਮਤਲਬ ਦੈਟਸ ਨੋਨ ਅਰਾਊਂਡ ਦ ਵਰਲਡ। ਠੀਕ ਹੈ, ਪੰਜਾਬੀ ਡਰਾਮੇ ਐਵੇਂ ਨਹੀਂ ਦੁਨੀਆ ਦੇ ਵਿੱਚ ਮਸ਼ਹੂਰ ਆ। ਸੋ ਕਿਉਂਕਿ ਜੁਗਤ ਉਹਨਾਂ ਦੀ ਬੜੀ ਠੀਕ ਲੱਗਦੀ ਹੈ, ਬੰਦਾ ਜਨਾਬ ਪਰ ਹੈਰਾਨ ਹੋ ਜਾਂਦਾ ਕਿ ਯਾਰ ਬੰਦਾ ਗੱਲ ਕਿੱਥੋਂ ਕੱਢ ਕੇ ਲਿਆਇਆ। ਐਨੀਵੇ ਤੁਸੀਂ ਇਹ ਵੇਖੋਗੇ ਕਿ ਬਾਈਬਲ ਦੇ ਵਿੱਚ ਜਦੋਂ ਅਸੀਂ ਖੁਦਾ ਦਾ ਇਮੇਜ ਬਣਾਉਂਦੇ ਹਾਂ ਨਾ,
इमेजिनेशन करने का, हालांकि गॉड बाइबल कहती है कि खुदा रूह है, यसू मसीह ने किहा सी खुदा रूह है, गॉड इज अ स्पिरिट, वी कैन नॉट सी गॉड। लेकिन ਜਿਹੜਾ ਖੁਦਾ ਦਾ ਇਮੇਜ ਹੈ ਨਾ ਸਾਡੇ ਜ਼ਿਹਨਾਂ ਦੇ ਵਿੱਚ ਕਈ ਵਾਰੀ ਖੁਦਾ ਦੀ ਮਤਲਬ ਜਿਹੜਾ ਉਹਦਾ ਖੁਦਾ ਦਾ ਜਿਹੜਾ ਹੈਬਤ ਹੈ, ਖੁਦਾ ਦੀ ਖੁਦਾ ਦੀ ਪਾਕੀਜ਼ਗੀ ਹੈ ਔਰ ਖੁਦਾ ਦਾ ਕਰੈਕਟਰ ਸਾਡੇ ਸਾਹਮਣੇ ਇੱਕ ਬੜਾ ਅਜੀਬੋ ਔਰ ਬੜਾ ਹੈਬਤ ਔਰ ਬੜਾ ਮੁਹੀਬ ਕਿਸਮ ਦਾ ਵੇ ਨਾ, ਔਸਮ ਕਿਸਮ ਦਾ, ਜਿਹਨੂੰ ਅਸੀਂ ਇਮੇਜਿਨ ਨਹੀਂ ਕਰ ਸਕਦੇ, ਤਕੱਦਸ ਖੁਦਾ ਦਾ, ਪਾਕੀਜ਼ਗੀ। ਲੇਕਿਨ ਜ਼ਬੂਰ ਵੀ ਸਾਨੂੰ ਸਾਡੀ ਲੈਂਗੁਏਜ ਦੇ ਵਿੱਚ ਇਸਤੇਮਾਲ ਕਰਦੇ ਆ ਖੁਦਾ ਦਾ ਇੱਕ ਇਮੇਜ ਦੇ ਰਿਹਾ ਵੇ, ਔਰ ਕੀ ਹੈ ਉਹ ਵੇ बड़े दिलचस्प गल है। 12वीं आयत लिखा, शरीर रास्तबाज के खिलाफ बंदिशें बांधता है और उस पर दांत पीसता है, खुदावंद उस पर हंसेगा। हियर यू गो, यानी खुदा नूं हसदियां इमेजिन करना, ठीक है ना, मतलब खुदा कहार जनाब, खुदा भस्म करने वाली अग ते खुदा जनाब ये ते खुदा वो, दिस इज फाइन ऑल, लेकिन गॉड एज अ लाफिंग पर्सनैलिटी इमेजिन करना थोड़ा सानू अजीब लगता है कि यार खुदा हसदा है, किवें हसदा होएगा, ठीक है ना, मतलब हाउ गॉड लाफ। अच्छा, ऐसे गल नूं तुसीं वेखोगे कि जबूर नंबर 2 ਦੇ ਵਿੱਚ ਵੀ ਦੁਬਾਰਾ ਯਾਦ ਕੀਤਾ ਗਿਆ। ਵੇਖੋ ਮੈਨੂੰ ਯਾਦ ਆ ਗਿਆ ਸੀ ਰੈਫਰੈਂਸ, ਤੇ ਮੈਂ ਆਖਿਆ ਇਹ ਅਸੀਂ ਬੜਾ ਘੱਟ ਐਸਪੈਕਟ ਜਿਹੜਾ ਵੇ ਨਾ ਇਹਨੂੰ ਅਸੀਂ ਵੇਖਦੇ ਆ ਕਿ ਇੱਕ ਬੰਦੇ ਨੇ ਇੱਕ ਆਰਟੀਕਲ ਲਿਖਿਆ ਸੀ, ਆਂਦਾ ਡਿਡ ਜੀਸਸ ਲਾਫ, ਕਿ ਕਦੀ ਯਿਸੂ ਮਸੀਹ ਹੱਸਿਆ ਵੀ ਹੋਏਗਾ? that's a question, theological question, ठीक है ना। सो ਜ਼ਬੂਰ ਨੰਬਰ 2 ਦੀ ਅਗਰ ਤੁਸੀਂ ਪੜੋਗੇ ਤੇ ਚੌਥੀ ਆਇਤ 'ਚ ਲਿਖਿਆ ਵੇ, ਜ਼ਬੂਰ 2 ਦੀ ਚੌਥੀ आयत ਦੇ ਵਿੱਚ कि वो जो आसमान पर तख्त नशीन है हंसेगा, ना सिर्फ हंसेगा, खुदावंद उनका मज़ह का उड़ाएगा। जरा पंजाबी च पढ़ो हाँ जी, की तर्जमा किया गया ਇਹਦਾ? ਕਹਿੰਦੇ ਜਿਹੜਾ ਸਵਰਗ ਵਿੱਚ ਬੈਠਾ ਹੈ ਉਹ ਹੱਸੇਗਾ, ਪ੍ਰਭੂ ਉਹਨਾਂ ਨੂੰ ਮਖੌਲਾਂ ਵਿੱਚ ਉਡਾਵੇਗਾ। Here you go। हाँ जी, ਤੁਹਾਡੇ ਕੋਲ ਕੀ ਹੈ? ਪਰ ਜੋ ਸਵਰਗ ਵਿੱਚ ਵਿਰਾਜਮਾਨ ਹੈ ਉਹ ਉਹਨਾਂ ਉੱਤੇ ਹੱਸਦਾ ਹੈ, ਉਹ ਉਹਨਾਂ ਦਾ ਮਖੌਲ ਉਡਾਉਂਦਾ ਹੈ। ਮਖੌਲ ਉਡਾਏਗਾ। ਹੇਅਰ ਯੂ ਗੋ, ਯਾਨੀ ਦੁਸ਼ਮਣਾਂ ਦਾ ਜਿਹੜੇ ਲੋਕ ਖੁਦਾ ਦੇ ਔਰ ਖੁਦਾ ਦੇ ਲੋਕਾਂ ਦੇ ਖਿਲਾਫ ਮਨਸੂਬੇ ਬਣਦੇ ਨਾ, ਚਲੋ ਅਹੀ ਤੇ ਹੱਸਣਾ ਹੀ ਹੱਸਨੇ ਉਹਨਾਂ ਤੇ, ਉਹ ਅਸਲ ਵਿੱਚ ਜਿਹੜੀ ਜੋਏ ਵੇ, ਜਿਹੜਾ ਰਿਜੋਇਸਨੈਸ ਤੇ ਜਿਹੜਾ ਹੱਸਣਾ ਵੇ ਨਾ, ਉਹ ਐਕਚੁਅਲੀ ਰਿਫਲੈਕਟਿੰਗ ਗॉड ਇਜ਼ ਲਾਫਿੰਗ ਔਨ them, ठीक है ना। सो खुदा हसदा वे। सो खुदा दे लोको, तुसीं अगर रूहानी हो तो अपने मूँह ते 12 वजा के ना पाओ, ये 3 ते 9 भी बजाया करो, ठीक है, ताकि तुसीं हसदे खेडदे रहा करो, खुश रहा। पौलुस कहता है फिर कहता हूँ खुदावंद में क्या रहो, खुश रहो। वेखो उत्थे लिखा कि खुदावंद खुद उन पर हंसेगा खुदार दुश्मनां दे उत्ते। सो दैट्स मेरे ज़हन च नहीं सी, लेकिन मैंने आयत पढ़दे मेरे ज़हन च आ गया कि यार खुदा हसदा भी है। सो खुदा दे लोकां नूं भी हसना खेडना चाहिए। ओके जी। एक और ਜਿਹੜਾ ਇਹਦੇ ਵਿੱਚ ਕਨਸੈਪਟ ਹੈ, ਤੀਸਰਾ ਕਨਸੈਪਟ ਜਿਹੜਾ ਮੈਂ ਦੱਸਣਾ ਚਾਹੁੰਦਾ, ਲਾਸਟ ਕਨਸੈਪਟ ਜਿਹੜਾ ਵੇ ਉਹ ਵੇ ਵੇਖਣ ਦਾ। ਗॉड ਸੀਜ਼, ਅਸੀਂ ਵੇਖਣਾ ਕਿ ਖੁਦਾ ਵੇਂਦਾ ਵੇ, ਠੀਕ ਹੈ, ਲੇਕਿਨ ਇਹਦੇ ਵਿੱਚ ਬੋਡੀ ਦੇ ਪਾਰਟ ਜਿਹੜੇ ਦੱਸੇ ਗਏ ਨੇ, ਖੁਦਾ ਵੇਂਦਾ ਵੇ, ਹੱਸਦਾ ਵੇ, ਖੁਦਾ ਦਾ ਹੱਥ ਬਿਆਨ ਕੀਤਾ ਗਿਆ, ਖੁਦਾ ਦੇ ਜ਼ੁਬਾਨ ਬਿਆਨ ਕੀਤੀ, ਖੁਦਾ ਦਾ ਚਿਹਰੇ ਦਾ ਨੂਰ ਬਿਆਨ ਕੀਤਾ ਗਿਆ। ਤੁਸੀਂ ਅਗਰ ਆਇਤ ਨੰਬਰ ਅਸੀਂ 25, 35 ਤੇ 37 ਇਹ 3 ਆਇਤਾਂ ਦੇ ਵਿੱਚ ਤੁਸੀਂ ਵੇਖੋਗੇ ਕਿ ਆਈ ਸਾਈਟ ਦਾ ਵੇਖਣ ਦਾ ਕਨਸੈਪਟ ਹੈ ਔਰ ਕੀ ਹੈ। 25 ਆਇਤ ਦੇ ਵਿੱਚ ਅਗਰ ਅਸੀਂ ਪੜਾਂਗੇ, ਉੱਥੇ ਲਿਖਿਆ ਜੀ ਕਿ 25 ਆਂਦਾ, मैं जवान था अब बूढ़ा हूँ तो भी मैंने सादिक को बेकस और उसकी औलाद को टुकड़े मांगते नहीं देखा। नहीं वेख्या जी, आंदा मैं वेखे नहीं है कदी जिंदगी ਦੇ ਵਿੱਚ, ठीक है। आयत नंबर 35 ਕੀ ਹੈ ਜੀ, ਤੇ 37 ਇੱਕ ਜਣਾ ਪੜ੍ਹ ਲਓ ਜੀ। ਮੈਂ ਦੁਸ਼ਟਾਂ ਨੂੰ ਵੱਡੀ ਆਕੜ ਵਿੱਚ ਅਤੇ ਆਪਣੀ ਨਿਜ ਭੂਮੀ ਵਿੱਚ ਹਰੇ ਭਰੇ ਬੂਟੇ ਵਾਂਗੂ ਖਿਲਰਦਿਆਂ ਡਿੱਠਾ। ਠੀਕ ਹੈ ਜੀ। ਕੀ ਵੇਖਿਆ ਉਹਨੇ? ਖਿਲਰਦਿਆਂ ਵੇਖਿਆ ਦੁਸ਼ਟਾਂ ਨੂੰ। ਸਾਦਕ ਨੂੰ ਉਹਨੇ ਕਿਹਾ ਜੀ ਮੈਂ ਕਦੀ ਭੁੱਖਾ ਤੇ ਰੋਟੀ ਮੰਗਦਿਆਂ ਨਹੀਂ ਵੇਖਿਆ, ਤੇ ਦੁਸ਼ਟਾਂ ਨੂੰ ਕਹਿੰਦਾ ਮੈਂ ਖਿਲਰਦਿਆਂ ਵੇਖਿਆ ਵੇ, ਠੀਕ ਹੈ। 37 ਆਇਤ ਵਿੱਚ ਕੀ ਕਹਿ ਰਿਹਾ ਜੀ? ਸੰਪੂਰਨ ਮਨੁੱਖ ਵੱਲ ਤੱਕ ਅਤੇ ਸਿੱਧੇ ਪੁਰਖ ਵੱਲ ਵੇਖ ਕਿ ਸਲਾਮਤੀ ਦੇ ਮਨੁੱਖ ਦੀ ਅੰਸ਼ ਰਹਿੰਦੀ ਹੈ। ਓਕੇ ਜੀ। ਹੁਣ ਕਹਿਣਾ ਜੀ ਰਿਵਾਰਡ ਕੀ ਹੈ ਸਾਦਕ ਦਾ, ਕੀ ਹੈ? ਅੰਦਰ ਨਿਗਾਹ ਕਰ ਤੇ रास्तबाज को देख। तू रोल मॉडल अगर बनाना है, तू किसी को इम्प्रेस होना में, तू अगर वे ना पहले आदेश की लिखा है कि तू बर्द किरदारी के सबब से बेजार ना हो और बदी करने वालों पर रश्क ना कर। उधर ना वेख तू कि ओ की हो जाए ने, उन्होंने कोल की है की नहीं है। इधर वेख जिधर वेखने वाली चीज़ है, ठीक है ना, कि एक बार देखो तो बार बार वेखो, ठीक है। गाना भी ना एक इंडिया रहा, एक बार देखो बार बार देखो, ठीक है ना। और हातम ताई की भी एक स्टोरी थी जी कि एक बार देखा है फिर देखने की आरजू है, ठीक है ना। सो कहते जी कि कामिल आदमी पर निगाह कर और रास्तबाज को देख। वेखना ही तो इन्होंने वेख, रिवार्ड उन्होंने वेख, लाइफ वेख उन्होंने दी, वो की करते हैं,
ਠੀਕ ਹੈ। ਔਰ ਉਹ ਕੀ ਕਰਦੇ ਨੇ, ਉਹਦੇ 'ਚ ਵੇਖਿਆ ਵੇ ਕਿ ਜੀ ਜਿਹੜਾ ਰਾਸਤਬਾਜ਼ ਆਦਮੀ ਹੈ ਉਹ ਲੋਕਾਂ ਨੂੰ ਪੈਸੇ ਦਿੰਦਾ ਵੇ, ਉਹ ਖੁਦਾ ਦੇ ਵਿੱਚ ਇਨਵੈਸਟਮੈਂਟ ਕਰਦਾ ਵੇ, ਉਹ ਰਹਿਮ ਕਰਦਾ ਹੈ ਔਰ ਕਰਜ਼ ਦਿੰਦਾ ਵੇ, ਉਹ ਗਰੀਬਾਂ ਦੀ ਮਦਦ ਕਰਦਾ ਵੇ, ਔਰ ਖੁਦਾ ਨਾ ਸਿਰਫ ਉਹਨੂੰ ਬਲਕਿ ਉਹਦੀ ਆਉਣ ਵਾਲੇ ਨਸਲਾਂ ਨੂੰ ਖੁਦਾ ਕੀ ਕਰਦਾ ਵੇ, ਰਿਵਾਰਡ ਦਿੰਦਾ ਵੇ। ਸੋ ਦੈਟਸ ਇੰਟਰਸਟਿੰਗ ਜਿਹੜਾ ਵੇ ਕਨਸੈਪਟ ਇਹਦੇ ਵਿੱਚ। ਉਹਦੇ ਬਾਅਦ ਆਖਰੀ ਪੁਆਇੰਟ ਜਿਹੜਾ ਵੇ, ਤੁਹਾਨੂੰ ਮੈਂ ਬਾਰ-ਬਾਰ ਦੱਸਿਆ ਕਿ ਜਿਹੜੀ ਇਬਰਾਨੀ ਪੋਇਟਰੀ ਹੈ ਨਾ, ਉਹਦੇ 2-3 ਸਟਾਈਲ ਨੇ। ਜਿਹੜਾ ਇਹ ਜ਼ਬੂਰ ਹੈ ਇਹਨੂੰ ਅਸੀਂ ਕਹਿੰਦੇ ਹਾਂ ਐਕਰੋਸਟਿਕ ਪੋਇਟਰੀ। ਤੁਹਾਨੂੰ ਵੇਖਿਆ ਸਾਡੇ ਇੰਡੀਆ ਪਾਕਿਸਤਾਨ ਦੇ ਵਿੱਚ ਅਸੀਂ ਉਹ ਖੇਡਨੇ ਆ ਗਾਣੇ ਗਾ ਗਾ ਕੇ, ਕੀ ਇਹ ਅੰਤਾਕਸ਼ਰੀ, ਹੇਅਰ ਯੂ ਗੋ, ਅੰਤਾਕਸ਼ਰੀ। ਖਾਨਦਾਨਾਂ ਵਿੱਚ ਲੋਕੀ ਬੈਠੇ ਹੋਣ, ਫੈਮਲੀਆਂ ਬੈਠੀਆਂ ਹੋਣ, ਘਰ ਦੀਆਂ ਕੁੜੀਆਂ, ਮਾਈਆਂ, ਬੀਬੀਆਂ ਬੈਠੀਆਂ ਹੋਣ, ਭੈਣਾਂ ਸਾਰੀਆਂ, ਮਤਲਬ ਦੇ ਟਰਾਈ ਟੂ ਪਲੇ ਸਮਥਿੰਗ, ਤੋ ਕਹਿੰਦੇ ਛੱਡੀ ਚਲੋ ਜੀ ਅੰਤਾਕਸ਼ਰੀ ਖੇਡਨੇ ਆ। ਮਤਲਬ ਜਿਹੜੇ ਲਫ਼ਜ਼ ਤੋਂ ਖਤਮ ਹੋਇਆ ਉਸ ਲਫ਼ਜ਼ ਤੋਂ ਕੀ ਕਰਨਾ ਅੱਗੇ ਤੁਹਾਂ ਗੀਤ ਗਾਣਾ ਜਾਂ ਕੋਈ ਨਾ ਕੋਈ ਗਾਣਾ ਤੁਹਾਂ ਪਿਕ ਕਰ ਲੈਣਾ ਵੇ। ਐਕਰੋਸਟਿਕ ਪੋਇਟਰੀ ਜਿਹੜੀ ਉਹ ਹੈ ਹੀ ਹੈ। ਇਹ ਜ਼ਬੂਰ 37 ਜਿਹੜਾ ਵੇ ਇਟਸ ਐਕਰੋਸਟਿਕ ਪੋਇਟਰੀ, ਕਿਉਂਕਿ ਇਹਦੇ ਵਿੱਚ ਇਬਰਾਨੀ ਦੇ ਵਿੱਚ ਅਲਿਫ ਤੋਂ ਸ਼ੁਰੂ ਹੋਇਆ, ਜਿਵੇਂ ਅਲਿਫ ਬੇਤ ਗੀਮਲ ਦਾਲਤ ਵਾਓ ਹੈ, ਪੂਰੀ ਇਬਰਾਨੀ ਹਰੂਫ ਤੁਹਾਡੀ ਜਿਹੜੀ ਹੈ, ਇੱਕ ਅਲਿਫ ਤੋਂ ਬਾਅਦ ਫਿਰ ਬੇ ਤੋਂ ਦੂਜਾ, ਫਿਰ ਪੇ ਤੋਂ ਤੀਸਰਾ, ਫਿਰ ਦਾਲਤ ਤੋਂ, ਮਤਲਬ ਇੰਜ ਪੂਰੇ ਹਰੂਫ ਤਹਜੀ ਜਿਹੜੀ ਹੈ ਉਹਦੇ ਐਲਫਾਬੈਟਸ ਨੇ, ਉਹ ਹਰ ਜਿਹੜਾ ਉਹਦਾ ਮਿਸਰਾ ਵੇ ਜਿਹੜਾ ਅਸਲੀ ਇਬਰਾਨੀ ਦੇ ਵਿੱਚ ਉਹ ਨੈਕਸਟ ਅਲਫਾਬੈਟ ਤੋਂ ਸ਼ੁਰੂ ਹੋਇਆ ਵੇ। ਸੋ ਦੈਟਸ ਹਾਊ ਐਕਰੋਸਟਿਕ ਪੋਇਟਰੀ ਜਿਹੜੀ ਹੈ। ਸੋ ਜਿਹੜਾ ਅਸੀਂ ਪੈਟਰਨ ਵੇਨੇ ਇਹਦੇ ਵਿੱਚ, ਉਹ ਪੈਟਰਨ ਜਿਹੜਾ ਵੇ ਇਟਸ ਅ ਰੈਪੀਟੇਟਿਵ ਪੈਟਰਨ। ਜਿਹੜੀ ਚੀਜ਼ ਹੈ ਕਮ ਸੇ ਕਮ 3 ਵਾਰੀ ਜਾਂ 4 ਵਾਰੀ ਉਹਨੂੰ ਰਿਪੀਟ ਕੀਤਾ ਗਿਆ ਹੈ। ਖਾਸ ਤੌਰ 'ਤੇ ਜਿਹੜੀ ਕੰਟਰਾਸਟ ਹੈ ਨਾ, ਜਿਹੜਾ ਜ਼ਬੂਰ ਦਾ ਟਾਈਟਲ ਜਿਹੜਾ ਸੀ ਦੁਸ਼ਤ ਤੇ ਰਾਸਤਬਾਜ਼ ਸੱਚੇ ਆਦਮੀ ਦੇ ਦਰਮਿਆਨ ਰਿਵਾਰਡ ਉਹਨਾਂ ਦਾ ਕੀ ਹੈ, ਅਜਰ ਕੀ ਉਹਨਾਂ ਦਾ, ਉਹਨੂੰ ਕਮ ਸ ਕਮ ਜਿਹੜਾ ਵੇ ਨਾ 7 ਵਾਰੀ ਉਹਨੂੰ ਬਿਆਨ ਕੀਤਾ ਗਿਆ ਵੇ ਇਸ ਗੀਤ ਦੇ ਵਿੱਚ। ਜਿਵੇਂ ਜਿਹੜਾ ਕਨਸੈਪਟ ਤੁਹਾਨੂੰ ਮੈਂ ਕਹਾਣ ਲੱਗਾ ਵਾਂ, ਉਹ ਕੀ ਹੈ ਜੀ, ਜ਼ਬੂਰ ਨੰਬਰ ਪੈਟਰਨ ਰਿਪੀਟ ਕੀਤਾ ਵੇ 7 ਵਾਰੀ। ਨੰਬਰ 1 ਆਇਤ ਨੰਬਰ 9 ਹੋਪ ਇਨ ਐਡੋਨਾਏ, ਜਿਹੜਾ ਇੱਥੇ ਜ਼ਬੂਰ 9 ਦੇ ਵਿੱਚ ਹੈ ਨਾ, ਜਿਹੜਾ ਲਫ਼ਜ਼ ਜਿਨ ਕੋ ਖੁਦਾਵੰਦ ਕੀ ਆਸ ਹੈ, ਉਹ ਉੱਥੇ ਲਫ਼ਜ਼ ਆਇਆ ਵੇ ਐਡੋਨਾਏ, ਜਿਹੜਾ ਖੁਦਾ ਵਾਸਤੇ ਲਫ਼ਜ਼ ਇਸਤੇਮਾਲ ਕੀਤਾ ਜਾਂਦਾ ਸੀ। ਉਹਦੇ ਬਾਅਦ ਆਇਤ ਨੰਬਰ 11 ਹੰਬਲ, ਜਿਹੜਾ ਵੇ ਨਾ ਆਇਤ ਨੰਬਰ 11 ਕੀ ਹੈ, ਹਲੀਮ, ਜਿਹੜੇ ਹੰਬਲ ਲੋਕ ਨੇ। ਉਹਦੇ ਬਾਅਦ ਕੀ ਹੈ 37 ਆਇਤ ਦੇ ਵਿੱਚ ਦਾ ਮੈਨ ਆਫ ਹੋਲਨੈਸ, 37 ਆਇਤ ਦੇ ਵਿੱਚ ਕੀ ਅਸੀਂ ਪੜ੍ਹਨਾ ਇੱਥੇ, ਕਾਮਿਲ ਆਦਮੀ ਜਿਹਦੀ ਹੁਣ ਅਸੀਂ ਗੱਲ ਕੀਤੀ ਹੈ। ਉਹਦੇ ਬਾਅਦ 18ਵੀਂ ਆਇਤ ਅਗਰ ਅਸੀਂ ਵੇਖਦੇ ਹਾਂ, ਉਹਦੇ ਵਿੱਚ ਸਾਨੂੰ ਨਜ਼ਰ ਆਉਂਦਾ ਵੇ ਕਾਮਿਲ ਲੋਕ ਕਿ ਅਯਾਮ ਕੋ, ਜਿਹੜੀ ਅੱਗੇ ਗੀਤ ਗਾਇਆ ਗਿਆ ਜ਼ਬੂਰ, ਕਿ ਜਿਹੜੇ ਤੁਹਾਡੇ ਦਿਨ ਨੇ ਨਾ ਉਹ ਖੁਦਾ ਜਾਣਦਾ ਵੇ। ਜਿਹੜਾ ਬੰਦਾ ਖੁਦਾ ਤਰਸਤੇ, ਉਹਦੇ ਦਿਨ ਖੁਦਾ ਨੇ ਗਿਣੇ ਹੋਏ ਨੇ, ਉਹਦੀ ਹਰ ਚੀਜ਼ ਪ੍ਰੀ ਡੈਸਟਿਨ ਹੈ, ਖੁਦਾ ਨੇ ਪਹਿਲਾਂ ਤੋਂ ਡਿਜ਼ਾਈਨ ਕਰਕੇ ਰੱਖੀ ਹੋਈ ਹੈ। ਉਹਦੇ ਬਾਅਦ ਜ਼ਬੂਰ ਆਇਤ ਨੰਬਰ 22 ਬਲੈਸਡ ਬਾਈ ਐਡੋਨਾਏ, ਅਗੇਨ ਜ਼ਬੂਰ ਨੰਬਰ ਜਿਹੜੀ 22 ਆਏ ਥੇ, ਉਹ ਉੱਥੇ ਕੀ ਲਿਖਿਆ ਵੇ, ਕਿਧਰ ਗਿਆ, ਹਾਂ, ਜਿनको खुदावंद बरकत देता है वो ज़मीन के वारिस होंगे। 28 ਦੇ ਵਿੱਚ ਡਿਵਾਊਟ ਜਿਹੜੇ ਖੁਦਾ ਤਰਸ ਲੋਕ ਨੇ, 28 ਦੇ ਵਿੱਚ ਲਿਖਿਆ ਵੇ ਥੇ, 28 ਆਇਤ ਕਿਧਰ ਗਈ है, खुदावंद इंसाफ को अपने मुकद्दसों को तर्क नहीं करता, ठीक है कि ना। एंड जी मोस्ट ऑफन द राइचस, ਜਿਹੜੇ ਰਾਸਤਬਾਜ਼ ਨੇ, ਉਹ ਕਮ ਸੇ ਕਮ 16ਵੀਂ ਆਇਤ 17ਵੀਂ 21 25 29 30 32 ਤੇ 39 ਦੇ ਵਿੱਚ, ਯਾਨੀ ਅਸੀਂ ਵੇਖਦੇ ਹਾਂ ਕਿ ਜਿਹੜਾ ਹੋਲ ਸਾਮ ਜਿਹੜਾ ਵੇ ਉਹ ਸਾਨੂੰ ਪ੍ਰੋਮਿਸ ਦੱਸਦਾ ਖੁਦਾ ਦੇ ਬਾਰੇ ਦੇ ਵਿੱਚ, ਖੁਦਾ ਦੇ ਉੱਤੇ ਭਰੋਸਾ ਰੱਖਣ ਲਈ, ਕਿ ਜਿਹੜੇ ਲੋਕ ਭਰੋਸਾ ਰੱਖਦੇ ਨੇ ਖੁਦਾ ਉਹਨਾਂ ਨੂੰ ਉਹਨਾਂ ਦੀ ਰੋਜ਼ੀ, ਉਹਨਾਂ ਦੀ ਰੋਟੀ, ਉਹਨਾਂ ਦੇ ਖਾਨਦਾਨ, ਉਹਨਾਂ ਦੇ ਬੱਚੇ, ਉਹਨਾਂ ਦੀ ਸਿਹਤ, ਉਹਨਾਂ ਦਾ ਰੁਪਿਆ, ਪੈਸਾ, ਕਾਰੋਬਾਰ, ਐਵਰੀਥਿੰਗ ਸਿਕਿਉਰਡ ਬਾਈ ਗॉड। ਇਹਦੇ ਮੁਕਾਬਲੇ ਤੁਸੀਂ ਸ਼ਰੀਰਾਂ ਨੂੰ ਵੇਖੋਗੇ, ਅੱਜ ਹੈ ਨੇ ਤੇ ਕੱਲ ਨਹੀਂ, ਥੋੜੀ ਦੇਰ ਲਈ ਆਪਣੇ ਆਪ ਨੂੰ ਬਣਾ ਲੈਣਗੇ, ਲੇਕਿਨ ਉਹਦੇ ਬਾਅਦ ਕੀ ਹੋ ਜਾਣਗੇ, ਡਾਊਨਫਾਲ ਹੋ ਜਾਏਗਾ ਉਹਨਾਂ ਦਾ। ਸੋ ਕਹਿੰਦੇ ਕਿ ਉਹਨਾਂ ਦੇ ਬਾਰੇ ਪਰੇਸ਼ਾਨ ਨਾ ਹੋ, ਨਾ ਨਾਲ ਵੇਖ ਨਹੀਂ ਤੇ ਖੁਦਾ ਦੇ ਲੋਕਾਂ ਨਾਲ ਵੇਖ, ਰਸ਼ਕ ਕਰਨਾ ਹੀ ਖੁਦਾ ਦੇ ਲੋਕਾਂ ਤੇ ਕਰ, ਔਰ ਮਸਰੂਰ ਹੋਣਾ ਹੀ ਤੇ ਖੁਦਾ ਦੇ ਵਿੱਚ ਮਸਰੂਰ ਰਹਿ, ਤਾਂ ਕਿ ਖੁਦਾ ਤੈਨੂੰ ਬਰਕਤ ਦੇ। ਖੁਦਾਵੰਦ ਸਾਨੂੰ ਸਾਰਿਆਂ ਨੂੰ ਇਸ ਜ਼ਬੂਰ ਦੇ ਵਸੀਲੇ ਬਰਕਤ ਦੇਵੇ। ਆਮੀਨ ਆਮੀਨ ਜੀ। ਚੌਹਾਨ ਸਾਹਿਬ ਆਖਰੀ ਕਿਹੜਾ ਸੀ ਪਾਠ ਜੀ। ਆਖਰੀ ਜਿਹੜਾ ਮੇਰਾ, ਆਖਰੀ ਤਾਂ ਨਹੀਂ ਲੇਕਿਨ 5ਵਾਂ ਹਿੱਸਾ ਜਿਹੜਾ ਮੈਂ ਇਹਦਾ ਤਿਆਰ ਕੀਤਾ, ਉਹ ਇਹ ਹੈ ਕਿ ਸਚਿਆਰਿਆਂ ਦਾ ਮੂੰਹ ਕਰਦਾ ਹੈ ਕਿਆ ਬਾਤ ਦਾਨਾਈ ਦੀ। ਸਚਿਆਰਿਆਂ ਦਾ ਮੂੰਹ ਕਰਦਾ ਹੈ ਕਿਆ ਬਾਤ ਦਾਨਾਈ ਦੀ, ਸਚਿਆਰਿਆਂ ਦਾ ਮੂੰਹ ਕਰਦਾ ਹੈ ਕਿਆ ਬਾਤ ਦਾਨਾਈ ਦੀ। ਉਹ ਆਪਣੀ ਜੀਭੋਂ ਕੱਢਦਾ ਹੈ ਸਭ ਗੱਲ ਸੱਚਾਈ ਦੀ, ਸੱਚਿਆਰਿਆਂ ਦਾ ਮੂੰਹ ਕੱਢਦਾ ਹੈ ਕਿਆ ਬਾਤ ਦਾਨਾਈ ਦੀ। ਆਮੀਨ।
ਆਮੀਨ। ਥੈਂਕ ਯੂ ਪਾਸਟਰ ਜੀ, ਥੈਂਕ ਯੂ ਬ੍ਰਦਰ ਜੀ, ਥੈਂਕ ਯੂ ਪਾਸਟਰ ਜੀ, ਖਾਸ ਕਰਕੇ ਇਸ ਵਧੀਆ ਰਿਫਲੈਕਸ਼ਨ ਦੇ ਲਈ ਜੋ ਅਸੀਂ ਜ਼ਬੂਰ 37 ਦੇ ਵਿੱਚੋਂ ਅੱਜ ਸਿੱਖਿਆ। ਬਹੁਤ ਵਧੀਆ ਜ਼ਬੂਰ ਹੈ, ਲੇਕਿਨ ਜਿੰਨੀ ਦੇਰ ਅਸੀਂ ਇਸ ਨੂੰ ਡਿਟੇਲ ਦੇ ਵਿੱਚ ਨਹੀਂ ਜਾਣਦੇ ਉਨੀ ਦੇਰ ਸਾਨੂੰ ਪੜ੍ਹਨ ਦੇ ਵਿੱਚ ਤਾਂ ਇੰਨੀ ਸਮਝ ਨਹੀਂ ਲੱਗਦੀ। ਲੇਕਿਨ ਜਦੋਂ ਖੁਦਾ ਦੇ ਦਾਸ ਸਾਨੂੰ ਦੱਸਦੇ ਆ ਕਿ ਜਿਨ੍ਹਾਂ ਨੇ ਬਹੁਤ ਸਟੱਡੀ ਕੀਤੀ ਹੁੰਦੀ ਹੈ ਇਸ ਬਾਰੇ, ਔਰ ਜਦੋਂ ਅਸੀਂ ਇਸ ਬਾਰੇ ਡਿਟੇਲ ਦੇ ਵਿੱਚ ਸੁਣਦੇ ਹਾਂ ਤਾਂ ਉਸ ਵਕਤ ਸਾਨੂੰ ਇਸ ਦੇ ਮਾਇਨੇ ਪਤਾ ਚੱਲਦੇ ਆ ਕਿ ਇਹ ਜ਼ਬੂਰ ਕਿਸ ਤਰ੍ਹਾਂ ਸਾਡੇ ਲਈ ਕੀ ਇਸ ਜ਼ਬੂਰ ਦੀ ਵਿੱਚ ਹੈ ਸਿੱਖਣ ਲਈ, ਔਰ ਕਿਸ ਤਰ੍ਹਾਂ ਅਸੀਂ ਇਸ ਨੂੰ ਲੈ ਸਕਦੇ ਹਾਂ। ਥੈਂਕ ਯੂ ਬ੍ਰਦਰ ਜੀ, ਥੈਂਕ ਯੂ ਪਾਸਟਰ ਜੀ। ਹੁਣ ਮੈਂ ਰਿਕੁਐਸਟ ਕਰਾਂਗੀ ਬ੍ਰਦਰ ਜੋਸ਼ੂਆ ਜੀ ਨੂੰ ਕਿ ਅਗਰ ਉਹ ਸਾਡੇ ਲਈ ਕੁਛ ਵੀ ਇਸ ਜ਼ਬੂਰ ਦੇ ਵਿੱਚੋਂ ਸਾਨੂੰ ਸਾਡੇ ਲਈ ਸਾਨੂੰ ਸਿੱਖਣ ਲਈ ਸਾਨੂੰ ਦੇਣ ਤੇ ਅਸੀਂ ਉਹਨਾਂ ਦੇ ਲਫ਼ਜ਼ਾਂ ਤੋਂ ਅਸੀਂ ਕੁਝ ਸਿੱਖ ਸਕੀਏ, ਔਰ ਸਾਡੇ ਜਿੰਨੇ ਵੀ ਆਨਲਾਈਨ ਸਾਡੇ ਨਾਲ ਹਨ ਉਹ ਵੀ ਉਹਨਾਂ ਦੇ ਨਾਲ ਜਾ ਸਕਣ। ਬ੍ਰਦਰ ਜੋਸ਼ੂਆ, ਇਸ ਜ਼ਬੂਰ ਦੇ ਵਿੱਚ ਸਭ ਤੋਂ ਜ਼ਿਆਦਾ ਮੈਨੂੰ ਜਿਹੜੀ ਚੀਜ਼ ਲੱਗੀ ਹੈ, ਖੁਦਾ ਦੇ ਉੱਤੇ ਤੁਹਾਡਾ ਜਿਹੜਾ ਭਰੋਸਾ ਨਾ ਉਹ ਅਟਲ ਹੋਣਾ ਚਾਹੀਦਾ। ਇਹ ਜ਼ਰੂਰੀ ਨਹੀਂ ਹੈ ਕਿ ਜਦੋਂ ਵੀ ਤੁਸੀਂ ਖੁਦਾ ਤੋਂ ਕੁਝ ਮੰਗਦੇ ਹੋ ਅਤੇ ਉਹ ਤੁਹਾਨੂੰ ਉਸੇ ਟਾਈਮ ਹੀ ਮਿਲ ਜਾਏ। ਕਈ ਵਾਰੀ ਖੁਦਾ ਤੁਹਾਡੀ ਅਜ਼ਮਾਇਸ਼ ਵੀ ਕਰਦਾ ਕਿ ਵੀ ਇਹ ਵਾਕਿਆ ਦੇ ਵਿੱਚ ਇਹਨੂੰ ਕਿੰਨਾ ਕੁ ਮੇਰੇ ਉੱਤੇ ਇਤਮਾਦ ਹੈ, ਭਰੋਸਾ ਵਾ। ਮੈਨੂੰ ਆਪਣੀ ਜ਼ਿੰਦਗੀ ਦੇ ਵਿੱਚ ਜਿੰਨੀ ਕੁ ਮੇਰੀ ਲਾਈਫ ਹੈ, ਜਿੰਨਾ ਮੈਂ ਜ਼ਿਆਦਾ ਖੁਦਾ ਦੀ ਨਜ਼ਦੀਕੀ ਦੇ ਵਿੱਚ ਆਇਆ, ਮੈਨੂੰ ਮਤਲਬ ਕਿ ਇੰਨਾ ਕੁ ਖੁਦਾ ਦੇ ਉੱਤੇ ਯਕੀਨ ਆ ਕਿ ਖੁਦਾ ਜੋ ਕੁਛ ਵੀ ਮੇਰੇ ਲਈ ਕਰੇਗਾ ਉਹ ਚੰਗਾ ਕਰੇਗਾ। ਕਿ ਜ਼ਰੂਰੀ ਨਹੀਂ ਹੈ ਕਿ ਹਰ ਵੇਲੇ ਕਈ ਵਾਰੀ ਚੀਜ਼ ਨਹੀਂ ਵੀ ਮਿਲਦੀ, ਤੇ ਪਰ ਫਿਰ ਵੀ ਮੈਂ ਇਹੋ ਕਹਿਣਾ ਕਿ ਇਹਦੇ ਚ ਵੀ ਖੁਦਾ ਦੀ ਕੋਈ ਭਲਾਈ ਹੈ। ਕਈ ਵਾਰੀ ਤੁਸੀਂ ਕੋਈ ਜਿਸ ਤਰ੍ਹਾਂ ਵੀ ਖੁਦਾਈ ਕੰਮ ਕਰਦੇ ਹੋ, ਆਪਣਾ ਹਿੱਸਾ ਲੈਂਦੇ ਹੋ ਖੁਦਾ ਦੇ ਕੰਮ ਕਰਨ ਦੇ ਵਿੱਚ ਵੀ, ਤੇ ਖੁਦਾ ਤੁਹਾਨੂੰ ਉਹਦਾ ਇਵਜ਼ ਜ਼ਰੂਰ ਦਿੰਦਾ ਹੈ ਜੇ ਤੁਸੀਂ ਨੇਕ ਨੀਤੀ ਨਾਲ ਕਰਦੇ ਹੋ। ਜੇ ਤੁਸੀਂ ਕੋਈ ਚੀਜ਼ ਰੱਖ ਕੇ ਕਰਦੇ ਹੋ ਨਾ ਵੀ ਮੈਂ ਕਰਾਂ ਤਾਂ ਖੁਦਾ ਮੇਰੇ ਲਈ ਆਹ ਕਰ ਦਊਗਾ, ਜੇ ਤੁਹਾਡੇ 'ਚ ਇਹ ਚੀਜ਼ ਨਹੀਂ ਆ ਤੇ ਖੁਦਾ ਵਾਕਿਆ ਦੇ ਵਿੱਚ ਤੁਹਾਡੇ ਲਈ ਬਹੁਤ ਕੁਝ ਕਰਦਾ। ਤੇ ਟਰਸਟ ਜਿਹੜਾ ਮੈਂ ਲਿਖਿਆ ਉਹਦੇ 'ਚ ਥੋੜਾ ਜਿਹਾ ਜੋ ਕੁਝ ਵੀ ਮੈਨੂੰ ਸਮਝ ਆਈ ਉਹਦੇ ਮੁਤਾਬਕ ਕਹਿੰਦਾ, ਟਰਸਟ ਇਨ ਦਾ ਲਾਰਡ ਐਂਡ ਵੇਟ ਪੇਸ਼ੈਂਟਲੀ for him to act. It is difficult to wait patiently for God to act when we want change right away, but God promises that if we submit to his timing, he will honor us. Peter said, humble yourself, therefore, under God's mighty hand, that he may lift you up in due time. The first Peter ਉਹਦਾ 5ਵਾਂ ਬਾਬ ਤੇ 6ਵੀਂ ਆਇਤ 'ਚ ਲਿਖਿਆ, be patient, steadily doing the work God has given you to do, and allow God to choose the best time to change your circumstances. You can tell a lot about a person's character by the way he or she handles money. The wicked person steals under the table of borrowing, and the righteous person gives generously to the needy. The wicked person therefore focuses on himself, while the righteous person looks to the welfare of others. Trust him and tries to do his will. God watches over and makes firm every step that person takes. If you do like to have God direct your way, then seek his advice before you step out. That's it. Thank you brother ਜੀ, ਇਸ ਬਹੁਤ ਵਧੀਆ ਰਿਫਲੈਕਸ਼ਨ ਦੇ ਲਈ। ਸਾਨੂੰ ਉਮੀਦ ਹੈ ਕਿ ਬਹੁਤ ਸਾਰੇ ਲੋਕ ਇਸ ਤੋਂ ਆਸ਼ੀਸ਼ ਤੇ ਬਰਕਤ ਪਾਉਣਗੇ। ਮੈਂ ਬ੍ਰਦਰ ਚੌਹਾਨ ਜੀ ਨੂੰ ਰਿਕੁਐਸਟ ਕਰਾਂਗੀ ਅਗਰ ਉਹ ਸਾਨੂੰ ਕੁਝ ਇਸ ਜ਼ਬੂਰ ਦੇ ਵਿੱਚੋਂ ਦੱਸਣਾ ਚਾਹਣ ਤੇ ਪਲੀਜ਼। ਜਿਹੜੀ ਗੱਲ ਛੋਟੀ ਗੱਲ ਮੇਰੇ ਕੋਲ ਹੈ, ਕੁਝ ਕੰਟਰੋਵਰਸ਼ਲ ਵੀ ਹੋ ਸਕਦੀ ਹੈ, ਲੇਕਿਨ ਉਹ ਮੇਰੀ ਸਮਝ ਹੈ, ਸੋ ਉਹ ਮੈਂ ਸ਼ੇਅਰ ਕਰਾਂਗਾ ਕਿ
तुमने मुझे नहीं बल्कि मैंने तुम्हें चुन लिया। और मैं वापस आना खुदावंद दी बादशाहत वाल, आसमान की बादशाहत, जमीन पर भी खुदावंद की बादशाहत। ते ਜਦੋਂ ਅਸੀਂ ਇਸ ਗੱਲ ਨੂੰ ਕਰਨੇ ਆ ਤੇ ਸਾਰੀ ਦੁਨੀਆ ਵਾਸਤੇ ਹਾਲਾਂਕਿ ਉਹ ਬਾਦਸ਼ਾਹਤ ਜਿਹੜੀ ਹੈ ਉਹ ਓਪਨ ਹੈ, ਮੌਜੂਦ ਹੈ, ਤਾਂ ਵੀ ਇਸ ਵਾਸਤੇ ਕਿ ਖੁਦਾ ਦੀ ਆਵਾਜ਼ ਨੂੰ ਔਰ ਉਹਦੇ ਉਸ ਨਿਯੋਤੇ ਨੂੰ ਲੋਕਾਂ ਨੇ ਕਬੂਲ ਨਹੀਂ ਕੀਤਾ, ਉਹ ਉਹਦੀ ਬਾਦਸ਼ਾਹਤ 'ਚ ਦਾਖਲ ਨਹੀਂ ਹੁੰਦੇ। ਲੇਕਿਨ ਉਹ ਜਿਹੜੇ ਉਹਨੂੰ ਕਬੂਲ ਕਰਦੇ ਨੇ, ਉਹ ਜਿਨ੍ਹਾਂ ਨੂੰ ਉਹਨੇ ਚੁਣ ਲਿਆ ਹੈ, ਉਹਨਾਂ ਦੇ ਨਾਂ ਉਹਨੇ ਆਪਣੇ ਹੱਥਾਂ ਤੇ ਲਿਖੇ ਨੇ। ਇਹ ਜੋ ਕੁਝ ਵੀ ਅਸਾਂ ਇਸ ਜ਼ਬੂਰ 'ਚ ਪੜ੍ਹਿਆ ਅੱਜ, ਇਹ ਉਹਨਾਂ ਵਾਸਤੇ ਹੈ। ਮਗਰ ਹਕੀਕਤ ਇਹ ਹੈ ਕਿ ਹਾਲਾਂਕਿ ਇਹ ਸਾਰਿਆਂ ਵਾਸਤੇ ਹੈ, ਦੁਨੀਆ ਦੇ ਹਰ ਸ਼ਖਸ ਵਾਸਤੇ ਹੈ ਜਿਹੜਾ ਕਿ ਅੱਜ ਦੁਨੀਆ 'ਚ ਮੌਜੂਦ ਹੈ ਜਾਂ ਦੁਨੀਆ 'ਚ ਆਏਗਾ। ਲੇਕਿਨ ਸਿਰਫ ਉਦੋਂ ਜਦੋਂ ਉਹ ਮਸੀਹ ਨੂੰ ਖੁਦਾ ਦਾ ਬੇਟਾ ਮੰਨ ਕੇ ਆਪਣਾ ਨਜਾਤ ਦਹਿੰਦਾ ਕਬੂਲ ਕਰਨ ਤਾਂ ਹੀ। ਔਰ ਇਹ ਸਭ ਤੋਂ ਵੱਡੀ ਗੱਲ ਮੁਸ਼ਕਿਲ ਦੀ ਨਜ਼ਰ ਆਉਂਦੀ ਹੈ ਕਿ ਲੋਕਾਂ ਨੂੰ ਸਮਝ ਨਹੀਂ ਆਉਂਦੀ ਗੱਲ ਦੀ ਕਿ ਯਾਰ ਇਹਦਾ ਮਤਲਬ ਕੀ ਹੈ। ਹਰ ਕੋਈ ਬੰਦਾ ਜਿਹੜਾ ਖੁਦਾ ਤੇ ਮਨ ਰੱਖਦਾ ਵੀ ਜਾਂ ਨਹੀਂ ਵੀ ਰੱਖਦਾ, ਉਹ ਹਮੇਸ਼ਾ ਦੀ ਜ਼ਿੰਦਗੀ ਜ਼ਰੂਰ ਚਾਹੁੰਦਾ, ਲੇਕਿਨ ਜਦੋਂ ਦਿੱਤੀ ਜਾਂਦੀ ਹੈ ਤੇ ਇਹ ਨਹੀਂ ਸਮਝ ਆਉਂਦੀ ਕਿ ਇਹ ਪਤਾ ਨਹੀਂ ਕਿਸ ਤਰ੍ਹਾਂ ਦੀ ਹਮੇਸ਼ਾ ਦੀ ਜ਼ਿੰਦਗੀ ਹੈ, ਕਿਉਂਕਿ ਸਾਡੀ ਸਮਝ ਨਹੀਂ ਹੁੰਦੀ। ਲੇਕਿਨ ਹਕੀਕਤ ਇਹ ਹੈ ਕਿ ਦੁਨੀਆ ਦੇ ਅੰਦਰ ਜਿੰਦਿਆਂ ਹੋਇਆਂ ਸਾਰੀਆਂ ਮੁਸ਼ਕਲਾਂ ਤੋਂ, ਸਾਰੀਆਂ ਭੁੱਖਾਂ ਤੋਂ, ਸਾਰੀਆਂ ਜ਼ਰੂਰਤਾਂ ਤੋਂ ਨਜਾਤ ਔਰ ਉਹਨਾਂ ਦਾ ਪੂਰਾ ਕਰਨ ਵਾਲਾ ਖੁਦਾ ਹੀ ਕਹਿੰਦਾ ਕਿ ਹਮੇਸ਼ਾ ਦੀ ਜ਼ਿੰਦਗੀ ਵੀ ਦੇਗਾ ਔਰ ਦਿੰਦਾ ਹੈ। ऐसा नहीं है कि वो देगा तो ये जड़ा हम देखने वाली चीज है कि पता नहीं कदों किस तरह, नहीं, अज ही दे अंदर ओदे हत्थां दे विच ये सारा कुछ है। ओदी बादशाहत दाखिल होने वास्ते मरना नहीं पैंदा। ये चीज लोकां नूं ये भी समझ नहीं आउंदी कि जी मैं ते मर के दाखिल होवांगा ना, इत्थे तो मैं नहीं हो सकता। नहीं, इस तरह नहीं है। इसे जिंदगी दे अंदर जिंदियां होया भी खुदा दी बादशाहत और उसे बादशाह च जिंदियां होया बंदा सौ जाए तो तां भी खुदा दी बादशाह च गया। सो इस ज़बूर जेड़ा है ये एक तरह जिस तरह जेड़ा वादा पूरा होया, ये उस वादे दे उत्ते ओदा प्रचार है, उस वादे दा प्रचार है ये ज़बूर जेड़ा मसीह ने आके पूरा कीता सी। ऐ मेरी सोच। थैंक यू ब्रदर जी, थैंक यू बहुत बहुत इस बहुत ਵਧੀਆ ਰਿਫਲੈਕਸ਼ਨ ਦੇ ਲਈ। ਮੈਂ ਸਾਰਿਆਂ ਨੂੰ ਰਿਕੁਐਸਟ ਕਰਾਂਗੀ ਕਿ ਜੋ ਵੀ ਸਾਡੀ ਅਸੀਂ ਜਦੋਂ ਵੀ ਆਨਲਾਈਨ ਤੇ ਹਾਜ਼ਰ ਹੁੰਨੇ ਆ, ਜਦੋਂ ਅਸੀਂ ਜ਼ਬੂਰ ਲੈ ਕੇ ਆਉਂਦੇ ਆ ਤੁਹਾਡੇ ਲਈ, ਪਲੀਜ਼ ਤੁਸੀਂ ਉਸ ਰਿਕਾਰਡਿੰਗ ਨੂੰ ਆਪਣੇ ਫਰੈਂਡਸ ਦੇ ਵਿੱਚ, ਆਪਣੇ ਰਿਲੇਟਿਵਸ ਦੇ ਵਿੱਚ ਪਲੀਜ਼ ਸ਼ੇਅਰ ਕਰੋ, ਤਾਂ ਕਿ ਜਿੰਨੇ ਵੀ ਅਸੀਂ ਜੋ ਵੀ ਖੁਦਾ ਦੇ ਬਚਨ ਚੋਂ ਸਾਨੂੰ ਪਾਸਟਰ ਜੀ ਦੱਸਦੇ ਹਨ ਔਰ ਜੋ ਵੀ ਅਸੀਂ ਪੜ੍ਹਦੇ ਹਾਂ ਔਰ ਸਿੱਖਦੇ ਹਾਂ, ਉਹ ਸਾਰਿਆਂ ਦੇ ਕੋਲ, ਸਾਰਿਆਂ ਦੀ ਜ਼ਿੰਦਗੀਆਂ ਦੇ ਵਿੱਚ ਪਹੁੰਚ ਸਕੇ ਔਰ ਸਾਰਿਆਂ ਦੀਆਂ ਜ਼ਿੰਦਗੀਆਂ ਦੇ ਵਿੱਚ ਕੰਮ ਕਰ ਸਕੇ, ਤਾਂ ਕਿ ਬਹੁਤ ਸਾਰੀਆਂ ਰੂਹਾਂ ਬਚਾਈਆਂ ਜਾ ਸਕਣ। ਔਰ ਅਗਰ ਤੁਸੀਂ ਪਲੀਜ਼ ਸਾਨੂੰ ਜੁਆਇਨ ਕਰਨਾ ਚਾਹੁੰਦੇ ਆ, ਸਾਡੀ ਸੰਡੇ ਸਰਵਿਸ ਹੁੰਦੀ ਆ RTCI ਸਿਟੀ ਚਰਚ, ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ ਦੇਖ ਸਕਦੇ ਹੋ ਜੋ ਵੀ ਸਾਡੇ ਪ੍ਰੋਗਰਾਮ ਹੁੰਦੇ ਆ। ਸਾਡਾ ਚਰਚ ਸਟਾਰਟ ਹੁੰਦਾ ਹੈ 6 ਵਜੇ ਸੰਡੇ, ਐਵਰੀ ਸੰਡੇ ਤੁਸੀਂ ਸਾਡੇ ਨਾਲ ਜੁਆਇਨ ਕਰ ਸਕਦੇ ਹੋ ਅਗਰ ਤੁਸੀਂ ਸਾਡੀ ਸਿਟੀ ਦੇ ਵਿੱਚ ਹੋ। ਔਰ ਤੁਸੀਂ ਅਗਰ ਸਾਨੂੰ ਵਾਪਸ ਸਾਡੇ ਜ਼ਬੂਰਾਂ ਨੂੰ ਜਿਹੜੇ ਅਸੀਂ ਬੈਕ ਟੂ ਬੈਕ ਦੇ ਚੁੱਕੇ ਹਾਂ, ਤੁਸੀਂ ਅਗਰ ਜਾਣਾ ਚਾਹੋ ਤੇ ਤੁਸੀਂ ਸਾਡੀ ਰਿਕਾਰਡਿੰਗ ਵੀ ਦੇਖ ਸਕਦੇ ਹੋ ਜ਼ਬੂਰ ਜ਼ੋਨ ਦੇ ਵਿੱਚ। ਬਹੁਤ ਸਾਰਾ ਉਸਦੇ ਵਿੱਚ ਤੁਹਾਨੂੰ ਸਿੱਖਣ ਦੇ ਲਈ ਵੀ ਮਿਲੇਗਾ ਔਰ ਨਵੀਂ ਤੋਂ ਨਵੀਂ ਚੀਜ਼ ਤੁਹਾਡੇ ਲਈ ਜੋ ਅਸੀਂ ਲੈ ਕੇ ਆਵਾਂਗੇ ਉਹ ਵੀ ਸਾਨੂੰ ਤੁਹਾਡੇ ਨਾਲ ਅਸੀਂ ਸ਼ੇਅਰ ਕਰ ਸਕਾਂਗੇ। ਔਰ ਮੈਂ ਥੈਂਕ ਯੂ ਕਰਦੀ ਹਾਂ ਮੇਰੀ ਸਾਰੀ ਟੀਮ ਦੇ ਲਈ, ਪਾਸਟਰ ਜੀ ਲਈ, ਬ੍ਰਦਰ ਜੋਸ਼ੂਆ ਲਈ, ਬ੍ਰਦਰ ਕਾਸਿਮ ਜੀ ਲਈ, ਔਰ ਖੁਦਾ ਦਾ ਸ਼ੁਕਰ ਕਰਦੇ ਹਾਂ ਕਿ ਪ੍ਰਭੂ ਨੇ ਅੱਜ ਸਾਨੂੰ ਯੂਜ਼ ਕੀਤਾ ਤੁਹਾਡੇ ਤੱਕ ਇਹ ਵਚਨ ਪਹੁੰਚਾਉਣ ਲਈ। ਔਰ ਜ਼ਬੂਰ ਲੈ ਕੇ ਅਸੀਂ ਨੈਕਸਟ ਮੰਡੇ ਫਿਰ ਇਸੇ ਵੀਕ ਅਸੀਂ ਹਾਜ਼ਰ ਹੋਵਾਂਗੇ ਜ਼ਬੂਰ 38 ਲੈ ਕੇ 38। ਔਰ ਤਦ ਤੱਕ ਸਾਨੂੰ ਪਲੀਜ਼ ਇਜਾਜ਼ਤ ਦਿਓ ਔਰ ਖੁਦਾਵੰਦ ਤੁਹਾਨੂੰ ਸਾਰਿਆਂ ਨੂੰ ਆਸ਼ੀਸ਼ ਬਰਕਤ ਦੇਵੇ। ਆਮੀਨ।